ਜਿਹੜੀ ਵਿਗਿਆਨਕ ਵਿਸ਼ਵ ਦ੍ਰਿਸ਼ਟੀ ਹੈ, ਜਿਸ ਨੇ ਵਿਗਿਆਨਵਾਦ ਦਾ ਰੂਪ ਲਿਆ, ਜਿਸ ਨੇ ਆਧੁਨਿਕ ਦੁਨੀਆ ਦੀ ਸਿਰਜਣਾ ਕੀਤੀ, ਉਹ ਪੱਛਮ ਵਿੱਚ ਪੈਦਾ ਹੋਈ। ਪੱਛਮ ਵਿੱਚ ਜਦੋਂ ਵਿਗਿਆਨ ਸਿਰਜਿਆ ਜਾਣਾ ਸ਼ੁਰੂ ਹੋਇਆ, ਵਿਗਿਆਨ ਨੇ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ, ਤਾਂ ਉੱਥੇ ਜੋ ਗਿਆਨ ਹੈ ਉਸ ਦੇ ਦੋ ਤਰੀਕੇ ਪੈਦਾ ਹੋਏ, ਦੋ ਰਾਹ ਪੈਦਾ ਹੋਏ। ਹੌਲੀ ਹੌਲੀ ਇਹ ਦੋ ਰਾਹ ਜਿਹੜੇ ਆ, ਇਹਨਾਂ ਵਿੱਚੋਂ ਬਹੁਤ ਸਾਰੀ ਲੁਕਾਈ ਇੱਕ ਰਾਹ 'ਤੇ ਚੱਲਣ ਲੱਗ ਗਈ ਔਰ ਇੱਕ ਰਾਹ ਛੱਡ ਲਿਆ ਗਿਆ। ਹਿੰਦੁਸਤਾਨ ਵਿੱਚ ਜਦੋਂ ਇਹ ਗਿਆਨ ਆਇਆ ਅੰਗਰੇਜ਼ਾਂ ਦੇ ਰਸਤੇ, ਤਾਂ ਇੱਥੇ ਵੀ ਸੈਕੂਲਰਿਜ਼ਮ ਦਾ ਦੌਰ ਚੱਲਿਆ। ਗੁਰੂ ਘਰ ਵਿੱਚ ਪੂਰਬ ਪੱਛਮ ਦਾ ਕੋਈ ਮਸਲਾ ਨਹੀਂ ਹੈ, ਪਰ ਕਿਉਂਕਿ ਦੁਨੀਆ ਵਿੱਚ ਇਹ ਹੈ, ਇਸ ਕਰਕੇ ਸਮਝਣ ਦੇ ਲਈ ਅਸੀਂ ਪੂਰਬ ਪੱਛਮ ਦੀ ਗੱਲ ਕਰਾਂਗੇ। ਤਾਂ ਯੂਰਪੀਅਨ ਮੁਲਕਾਂ ਨੇ, ਜਾਂ ਜਿਹੜੀ ਵਾਈਟ ਰੇਸ ਜਿਹਨੂੰ ਕਿਹਾ ਜਾਂਦਾ, ਉਹਨਾਂ ਨੇ ਪੂਰਬ ਤੇ ਪੱਛਮ ਦਾ ਸਪਸ਼ਟ ਵਖਰੇਵਾਂ ਖੜਾ ਕੀਤਾ, ਪ੍ਰਚਾਰਿਆ, ਔਰ ਇਹਦੇ ਮੁਤਾਬਕ ਉਹਨਾਂ ਨੇ ਆਪਣਾ ਗਿਆਨ, ਜਿਹੜੇ ਲੋਕ ਧਰਮ ਨੂੰ ਮੰਨਦੇ ਆ ਔਰ ਆਪਣੀ ਪਰੰਪਰਾ ਨੂੰ ਮੰਨਦੇ ਆ, ਉਹਨਾਂ ਨੇ ਥਰਡ ਵਰਲਡ ਜਾਂ ਕਹ ਲਓ, ਜਾਂ ਪੂਰਬੀ ਮੁਲਕ ਕਹਿ ਲਓ, ਉਸ ਕੈਟੇਗਰੀ ਵਿੱਚ ਰੱਖਿਆ। ਉਹਨਾਂ ਨੇ ਨਸਲੀ ਆਧਾਰ 'ਤੇ ਵੀ ਫਰਕ ਸਥਾਪਿਤ ਕੀਤੇ, ਜਿਹਦੇ ਵਿੱਚ ਕੋਈ ਇੱਕ ਗੋਰੀ ਨਸਲ ਹੈ, ਇੱਕ ਭੂਰੇ ਲੋਕ ਨੇ, ਆਪਾਂ ਭੂਰਿਆਂ ਵਿੱਚ ਆ ਜਾਂਦੇ ਕਿ ਉਹਨਾਂ ਨੇ ਜਿਹੜੀ ਵੱਖਰਤਾ ਸੀ ਇਹਨਾਂ ਮੁਲਕਾਂ ਦੀ, ਉਹਨੂੰ ਵਿਰੋਧਤਾ ਵਿੱਚ ਬਦਲ ਦਿੱਤਾ ਕਿ ਇਹ ਜੇ ਵੱਖਰੇ ਹਨ ਤਾਂ ਵਿਰੋਧੀ ਹਨ। ਸਾਰੇ ਇੱਕ ਲੈਵਲ 'ਤੇ ਨਹੀਂ ਹੋ ਸਕਦੇ, ਨੈਣ ਨਕਸ਼ ਵਜੋਂ ਵੀ ਨਹੀਂ ਹੋ ਸਕਦੇ, ਸੁਭਾਅ ਵਜੋਂ ਵੀ ਨਹੀਂ ਹੋ ਸਕਦੇ, ਸਮਝ ਦੇ ਪੱਧਰ ਵਜੋਂ ਵੀ ਨਹੀਂ ਹੋ ਸਕਦੇ। ਸਾਡੇ ਕੋਲ ਜੋ ਸਾਡੀ ਕੀਮਤੀ ਚੀਜ਼ ਹੈ ਉਹ ਹੈ ਗੁਰੂ ਸਾਹਿਬ ਦਾ ਸਰੂਪ, ਦੂਸਰੇ ਨੰਬਰ 'ਤੇ ਗੁਰਬਾਣੀ, ਗੁਰੂ ਗ੍ਰੰਥ ਸਾਹਿਬ, ਤੇ ਤੀਸਰੇ ਨੰਬਰ 'ਤੇ ਸਾਡਾ ਇਤਿਹਾਸ। ਗੁਰੂ ਦਾ ਜਿਹੜਾ ਦੈਵੀ ਪੱਖ ਆ, ਅਗੰਮੀ ਪੱਖ ਆ, ਉਹ ਘਟਦਾ ਇੱਕ ਸਿਆਣੇ ਮਨੁੱਖ ਤੱਕ ਆ ਗਿਆ। ਜਿਹੜੇ ਆਧੁਨਿਕ ਲੋਕ ਆ, ਉਹਨਾਂ ਬਾਰੇ ਇਹ ਪ੍ਰਚਾਰਿਆ ਗਿਆ ਕਿ ਆਧੁਨਿਕ ਲੋਕ ਵਧੇਰੇ ਸੱਭਿਅਕ। ਸਾਡੇ ਲਈ ਗਿਆਨ ਬਖਸ਼ਿਸ਼, ਵਿਗਿਆਨ ਲਈ ਗਿਆਨ ਬਖਸ਼ਿਸ਼ ਨਹੀਂ। ਗਿਆਨ ਨੂੰ ਅੰਦਰੂਨੀ ਤੇ ਬਹਿਰੂਨੀ ਵਿੱਚ ਵੰਡ ਲਿਆ, ਮਿਹਰ ਨਾਲ ਉਹਨੂੰ ਤੋੜ ਲਿਆ। ਮਿਹਰ ਦਾ ਤੇ ਕਨਸੈਪਟ ਹੀ ਖਤਮ ਹੋ ਗਿਆ। ਜਦੋਂ ਅਸੀਂ ਕਹਿੰਦੇ ਇੱਕ ਓਂਕਾਰ, ਪਕਿਆਈ ਨਾਲ ਕਹਿੰਦੇ ਮਹਾਰਾਜ ਇੱਕ ਆ, ਕਿੰਨੀ ਪੱਕੀ ਗੱਲ ਹੈ ਸਾਡੇ ਵਾਸਤੇ, ਮਹਾਰਾਜ ਇੱਕ ਆ, ਦੋ ਨਹੀਂ, ਤਿੰਨ ਨਹੀਂ। ਧਰਮ ਦੇ ਵਿੱਚ ਵੀ ਗਿਆਨ ਹੁੰਦਾ ਆ, ਇਹ ਪੱਖ ਛੱਡ ਲਿਆ ਗਿਆ। ਮਾਡਰਨ ਏਜ ਵਿੱਚ ਫਲਸਫਾ ਪੈਗੰਬਰੀ ਸਿਆਣਪ ਦੀ ਥਾਂ ਤੇ ਆ ਗਿਆ, ਵਿਜ਼ਡਮ ਦੀ ਥਾਂ ਫਿਲਾਸਫੀ ਨੂੰ ਦੇ ਦਿੱਤੀ ਗਈ। ਇਹ ਬੋਲਤਾ ਕਿਸੇ ਇੱਕ ਕੇਂਦਰ ਵੱਲ ਨੂੰ ਨਹੀਂ ਮੁੜ ਰਹੀ। ਉਸ ਕਰਕੇ ਇੱਕ ਸਮਝ ਦੇ ਉੱਤੇ ਚੱਲਣ ਵਾਲੇ ਬੰਦੇ ਦੂਸਰੀ ਸਮਝ ਤੇ ਚੱਲਣ ਵਾਲੇ ਬੰਦਿਆਂ ਦੇ ਨਾਲ ਜੁੜ ਨਹੀਂ ਰਹੇ। ਜਿਹੜੀ ਸਪੈਸ਼ਲਾਈਜੇਸ਼ਨ ਆ, ਇਹ ਇੱਕ ਹਿੱਸੇ ਦਾ ਗਿਆਨ ਆ। ਇਸ ਕਰਕੇ ਇਹ ਸਮੁੱਚਤਾ ਦੇ ਵਿੱਚ ਕਾਇਨਾਤ ਨੂੰ ਸਮਝਣ ਦੇ ਵਿੱਚ ਅਸਮਰੱਥ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦਾ ਸਿਰਫ ਸ਼ਕਲ ਜਿਹੜੀ ਆ ਉਹੀ ਪਰੰਪਰਾਗਤ ਰਹਿ ਜਾਏਗੀ, ਇਹਨਾਂ ਦਾ ਸੋਚਣ ਦਾ ਢੰਗ ਜਿਹੜਾ ਅੰਗਰੇਜ਼ ਹੋਇਆ। ਇਹ ਗੁਰਬਾਣੀ ਇਸ ਸੰਸਾਰ ਵਿੱਚ ਜਿਵੇਂ ਸੂਰਜ ਦੀ ਕਿਰਨ ਆ ਕੇ ਡਿੱਗਦੀ ਆ, ਇਸ ਤਰ੍ਹਾਂ ਆਈ ਹੈ। ਔਰ ਇਹਦਾ ਜਿਹੜਾ ਅਵਤਰਣ ਆ, ਇਸ ਗੁਰਬਾਣੀ ਦਾ ਇੱਥੇ ਆਉਣਾ ਆ ਜਿਹੜਾ, ਉਹ ਕੇਵਲ ਸਿੱਖਾਂ ਲਈ ਨਹੀਂ ਹੈ, ਉਹ ਇਹ ਸਾਰੀ ਸਿਰਜਣਾ ਲਈ ਆ। ਪਰੰਪਰਾ ਗੁਰਬਾਣੀ ਦੇ ਪ੍ਰਤੀ ਸਾਡੀ ਲੋੜ ਮੁਤਾਬਕ ਗੁਰਬਾਣੀ ਦੇ ਪ੍ਰਤੀ ਸਾਡਾ ਇੱਕ ਰਵੱਈਆ ਆ। ਇਹ ਚੇਨ ਚੱਕਰ ਦੇ ਵਿੱਚ ਸਾਡੀ ਦਸਤਾਰ ਆ, ਦਾੜਾ ਆ, ਸਰੂਪ ਆ, ਕੜਾ ਆ, ਸਾਰੇ ਸਾਡੇ ਜਿਹੜੇ ਕਕਾਰ ਆ, ਇਹ ਸਾਰਾ ਚੇਨ ਚੱਕਰ ਹੈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਕਮਲਾਂ ਨਾਲ ਪਵਿੱਤਰ ਹੋਈ ਧਰਤੀ ਤੇ ਵਿਰਾਜਮਾਨ ਸਮੂਹ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਗੱਲ ਵਿੱਚੋਂ ਸਿਰਫ ਮੈਂ ਇੱਕ ਗੱਲ ਦੁਹਰਾਉਣੀ ਚਾਹਾਂਗਾ ਕਿ ਜਿਹੜੀ ਵਿਗਿਆਨਕ ਵਿਸ਼ਵ ਦ੍ਰਿਸ਼ਟੀ ਹੈ, ਜਿਸ ਨੇ ਵਿਗਿਆਨਵਾਦ ਦਾ ਰੂਪ ਲਿਆ, ਜਿਸ ਨੇ ਆਧੁਨਿਕ ਦੁਨੀਆ ਦੀ ਸਿਰਜਣਾ ਕੀਤੀ, ਉਹ ਪੱਛਮ ਵਿੱਚ ਪੈਦਾ ਹੋਈ। ਖਾਸ ਤੌਰ 'ਤੇ ਜਿਹੜੇ ਯੂਰਪੀਅਨ ਮੁਲਕ, ਜਿਨ੍ਹਾਂ ਨੂੰ ਬਾਅਦ ਵਿੱਚ ਪੱਛਮ ਕਿਹਾ ਜਾਣਾ ਸ਼ੁਰੂ ਕੀਤਾ ਗਿਆ, ਉਹਨਾਂ ਵਿੱਚੋਂ
ਇਟਲੀ, ਫਰਾਂਸ, ਜਰਮਨੀ, ਇੰਗਲੈਂਡ, ਇਹ 4 ਵੱਡੇ ਨਾਂ ਨੇ। ਉਸ ਤੋਂ ਪਿੱਛੇ ਦਾ ਇਤਿਹਾਸ ਉਹ ਪਿਛਲੇ ਲੈਕਚਰ ਵਿੱਚ ਕੁਝ ਦੱਸਿਆ ਜਾ ਚੁੱਕਾ ਹੈ। ਪੱਛਮ ਵਿੱਚ ਜਦੋਂ ਵਿਗਿਆਨ ਸਿਰਜਿਆ ਜਾਣਾ ਸ਼ੁਰੂ ਹੋਇਆ, ਵਿਗਿਆਨ ਨੇ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ, ਤਾਂ ਉੱਥੇ ਜੋ ਗਿਆਨ ਹੈ ਉਸ ਦੇ 2 ਤਰੀਕੇ ਪੈਦਾ ਹੋਏ, 2 ਰਾਹ ਪੈਦਾ ਹੋਏ। ਇੱਕ ਉਹ ਗਿਆਨ ਜੋ ਰੱਬ ਦੇ ਘਰ ਵੱਲ ਜਾਂਦਾ, ਜੋ ਦੈਵੀ ਸੰਸਾਰ ਦੀ ਗੱਲ ਕਰਦਾ, ਜੋ ਧਾਰਮਿਕ ਦੁਨੀਆ ਦੀ ਗੱਲ ਕਰਦਾ, ਅਤੇ ਦੂਸਰਾ ਉਹ ਗਿਆਨ ਜਿਹੜਾ ਇਸ ਸੰਸਾਰ ਦੇ ਸੰਬੰਧੀ ਜਾਣਕਾਰੀ ਦਿੰਦਾ, ਇਸ ਸੰਸਾਰ ਦੀ ਬਰੀਕ ਸਮਝ ਦਿੰਦਾ, ਇਸ ਸੰਸਾਰ ਵਿੱਚ ਜਿੰਨੀ ਵੀ ਸ੍ਰਿਸ਼ਟੀ ਇਸ ਸੰਸਾਰ ਨਾਲ ਸੰਬੰਧਿਤ ਹੈ ਉਹਦੇ ਡੂੰਘ ਜਿਹੜੇ ਸੰਰਚਨਾ ਦੇ ਨੇਮ ਆ, ਜਿਹੜੇ ਉਹਦੀ ਬਣਤਰ ਦੇ ਗੁੱਝੇ ਭੇਤ ਆ, ਉਹਨਾਂ ਨੂੰ ਜ਼ਾਹਰ ਕਰਦਾ ਸੀ। ਹੌਲੀ ਹੌਲੀ ਇਹ 2 ਰਾਹ ਜਿਹੜੇ ਆ, ਇਹਨਾਂ ਵਿੱਚੋਂ ਬਹੁਤ ਸਾਰੀ ਲੁਕਾਈ ਇੱਕ ਰਾਹ 'ਤੇ ਚੱਲਣ ਲੱਗ ਗਈ ਔਰ ਇੱਕ ਰਾਹ ਛੱਡ ਲਿਆ ਗਿਆ। ਸੋ ਇੱਕ ਰਾਹ ਨੂੰ ਉਸ ਵਕਤ ਸੇਕਰਡ ਅਤੇ ਇੱਕ ਨੂੰ ਪ੍ਰੋਫੇਨ ਕਿਹਾ ਜਾਂਦਾ ਸੀ। ਸੇਕਰਡ ਜੋ ਧਾਰਮਿਕ ਦੁਨੀਆ ਵੱਲ ਲਿਜਾਂਦਾ ਸੀ, ਅਤੇ ਪ੍ਰੋਫੇਨ ਜਿਹੜਾ ਪਦਾਰਥਕ ਦੁਨੀਆ ਵੱਲ, ਲੌਕਿਕਤਾ ਵੱਲ ਲਿਜਾਂਦਾ ਸੀ। ਹੌਲੀ ਹੌਲੀ ਜਦੋਂ ਗਿਆਨ ਵੱਖਰੇ ਵੱਖਰੇ ਮੁਲਕਾਂ ਵਿੱਚ ਪਸਰਦਾ ਆ, ਵੱਖਰੇ ਵੱਖਰੇ ਮੁਲਕਾਂ ਦੀ ਤਾਕਤ ਬਣਦਾ ਆ, ਤਾਂ ਉਹਨਾਂ ਮੁਲਕਾਂ ਦੀ ਭਾਸ਼ਾ ਜਿਹੜੀ ਆ ਉਹ ਵੀ ਵਿਗਿਆਨ ਨਾਲ ਜੁੜ ਕੇ ਅੱਗੇ ਆਉਂਦੀ ਆ, ਅਤੇ ਜਿਹੜਾ ਪ੍ਰੋਫੇਨ ਸ਼ਬਦ ਸੀ ਉਹਨੂੰ ਸੈਕੂਲਰ ਸ਼ਬਦ ਨਾਲ ਬਦਲ ਲਿਆ ਗਿਆ। ਸੋ ਹੁਣ ਗਿਆਨ ਦੇ ਜਾਂ ਨੌਲੇਜ ਦੇ 2 ਰਸਤੇ ਸਨ, ਇੱਕ ਸੇਕਰਡ, ਇੱਕ ਸੈਕੂਲਰ। ਹਿੰਦੁਸਤਾਨ ਵਿੱਚ ਜਦੋਂ ਇਹ ਗਿਆਨ ਆਇਆ ਅੰਗਰੇਜ਼ਾਂ ਦੇ ਰਸਤੇ, ਤਾਂ ਇੱਥੇ ਵੀ ਸੈਕੂਲਰਿਜ਼ਮ ਦਾ ਦੌਰ ਚੱਲਿਆ। ਉਹਦੇ ਬਾਰੇ ਆਪਾਂ ਅੱਗੇ ਗੱਲ 'ਚ ਕਰਾਂਗੇ। ਸੋ ਪੱਛਮ ਬਾਰੇ ਅਸੀਂ ਸਾਰੇ ਜਾਣਦੇ ਹਾਂ, ਪੱਛਮ ਕੀ ਹੈ, ਕਿਸ ਨੂੰ ਅਸੀਂ ਪੱਛਮ ਕਹਿੰਦੇ ਹਾਂ। ਜਦੋਂ ਅਸੀਂ ਪੱਛਮ ਕਹਾਂਗੇ ਤਾਂ ਪੂਰਬ ਵੀ ਆਪਣੇ ਆਪ ਸਾਹਮਣੇ ਆ ਜਾਏਗਾ। ਗੁਰੂ ਘਰ ਵਿੱਚ ਪੂਰਬ ਪੱਛਮ ਦਾ ਕੋਈ ਮਸਲਾ ਨਹੀਂ ਹੈ, ਪਰ ਕਿਉਂਕਿ ਦੁਨੀਆ ਵਿੱਚ ਇਹ ਹੈ, ਇਸ ਕਰਕੇ ਸਮਝਣ ਦੇ ਲਈ ਅਸੀਂ ਪੂਰਬ ਪੱਛਮ ਦੀ ਗੱਲ ਕਰਾਂਗੇ। ਉਂਝ ਸਾਡੇ ਲਈ ਕੋਈ ਭੇਦਭਾਵ ਨਹੀਂ, ਹਰ ਕਿਸੇ ਨੂੰ ਹੱਕ ਹਾਸਲ ਹੈ ਉਹ ਅੰਤਮ ਸੱਚਾਈ ਤੱਕ ਪਹੁੰਚੇ। ਇਹ ਵੀ ਜ਼ਰੂਰੀ ਨਹੀਂ ਕਿ ਉਹ ਗੁਰਮੁਖਤਾਈ ਦੇ ਰਸਤੇ 'ਤੇ ਚੱਲ ਕੇ ਪਹੁੰਚੇ। ਜੋ ਕਿਸੇ ਕੋਲ ਉਚਾਈ ਹੈ ਉਹ ਉਹਨੂੰ ਜੀਵੇ, ਉਹਨੂੰ ਮੁਬਾਰਕ ਹੈ। ਪਰ ਕਿਉਂਕਿ ਪੂਰਬ ਪੱਛਮ ਦਾ ਮਸਲਾ ਪੱਛਮ ਨੇ ਹੀ ਸ਼ੁਰੂ ਕੀਤਾ ਔਰ ਸਾਨੂੰ ਉਹਨਾਂ ਨੇ ਪੂਰਬ ਕਿਹਾ, ਇਸ ਕਰਕੇ ਅਸੀਂ ਪੱਛਮ ਦੀ ਗੱਲ ਕਰਾਂਗੇ। ਪੱਛਮ ਦੇ ਗਿਆਨਵਾਨ ਹੋਣ ਤੋਂ ਉਪਰੰਤ ਪੱਛਮ ਨੇ ਆਪਣੇ ਆਪ ਨੂੰ ਖਾਸ ਤੌਰ 'ਤੇ ਇਹ ਜੋ ਮੁਲਕ ਸਨ, ਯੂਰਪ ਦੇ ਜਿਹੜੇ ਕੇਂਦਰੀ ਮੁਲਕ ਆ, ਜਿਨ੍ਹਾਂ ਦੇ ਦੁਆਲੇ ਅੱਜ ਵੀ ਯੂਰਪੀਅਨ ਯੂਨੀਅਨ ਬਣੀ ਆ ਜਾਂ ਸ਼ੈਂਗਨ ਟ੍ਰੀਟੀ ਹੋਈ ਆ, ਜਿਹਦੇ ਵਿੱਚ ਯੂਰੋ ਕਰੰਸੀ ਚੱਲਦੀ ਆ, ਇਹਨਾਂ ਸਾਰਿਆਂ ਮੁਲਕਾਂ ਦੀ ਆਪਾਂ ਗੱਲ ਕਰਾਂਗੇ। ਬਾਅਦ ਵਿੱਚ ਭਾਵੇਂ ਅਮਰੀਕਾ ਇਹਨੂੰ ਰਿਪਰੈਜ਼ੈਂਟ ਕਰਨ ਲੱਗ ਪਵੇ, ਕੱਲ੍ਹ ਨੂੰ ਕੋਈ ਭਾਵੇਂ ਹੋਰ ਉੱਠ ਕੇ ਕਰਨ ਲੱਗ ਪਵੇ, ਮੂਲ ਵਿੱਚ ਇਹ ਯੂਰਪ ਦੀ ਗੱਲ ਹੈ। ਤਾਂ ਯੂਰਪੀਅਨ ਮੁਲਕਾਂ ਨੇ, ਜਾਂ ਜਿਹੜੀ ਵਾਈਟ ਰੇਸ ਜਿਹਨੂੰ ਕਿਹਾ ਜਾਂਦਾ, ਉਹਨਾਂ ਨੇ ਪੂਰਬ ਅਤੇ ਪੱਛਮ ਦਾ ਸਪਸ਼ਟ ਵਖਰੇਵਾਂ ਖੜ੍ਹਾ ਕੀਤਾ, ਪ੍ਰਚਾਰਿਆ, ਔਰ ਇਹਦੇ ਮੁਤਾਬਕ ਉਹਨਾਂ ਨੇ ਆਪਣਾ ਗਿਆਨ ਸਿਰਜਿਆ। ਗਿਆਨ ਸਿਰਜਣ ਤੋਂ ਭਾਵ ਕਿ ਆਪਣੀਆਂ ਕਿਤਾਬਾਂ ਵਿੱਚ ਲਿਖਿਆ ਕਿ ਜਿਹੜੇ ਪੂਰਬੀ ਲੋਕ ਹਨ ਇਹ ਧਾਰਮਿਕ ਵਿਸ਼ਵਾਸ ਵਾਲੇ ਲੋਕ ਹਨ, ਜਿਹਦੇ ਵਿੱਚ ਏਸ਼ੀਅਨ ਮੁਲਕ ਆ ਜਾਂਦੇ ਆ, ਜਾਂ ਤੁਸੀਂ ਅਰਬਾਂ ਨੂੰ ਵੀ ਇਹਦੇ ਵਿੱਚ ਉਹਨਾਂ ਨੇ ਰੱਖਿਆ, ਅਫਰੀਕੀਆਂ ਨੂੰ ਵੀ ਇਹਦੇ ਵਿੱਚ ਰੱਖਿਆ ਉਹਨਾਂ ਨੇ। ਜਿਹੜੇ ਲੋਕ ਧਰਮ ਨੂੰ ਮੰਨਦੇ ਆ ਔਰ ਆਪਣੀ ਪਰੰਪਰਾ ਨੂੰ ਮੰਨਦੇ ਆ, ਉਹਨਾਂ ਨੇ ਥਰਡ ਵਰਲਡ ਜਾਂ ਕਹਿ ਲਓ ਜਾਂ ਪੂਰਬੀ ਮੁਲਕ ਕਹਿ ਲਓ, ਉਸ ਕੈਟੇਗਰੀ ਵਿੱਚ ਰੱਖਿਆ। ਅਤੇ ਇੱਕ ਸਪਸ਼ਟ ਵਖਰੇਵਾਂ ਦੁਨੀਆ ਦੇ ਸਾਹਮਣੇ ਆਇਆ, ਇੱਕ ਪੂਰਬ ਹੁੰਦਾ, ਇੱਕ ਪੱਛਮ ਹੁੰਦਾ। ਉਹਨਾਂ ਨੇ ਨਸਲੀ ਆਧਾਰ 'ਤੇ ਵੀ ਫਰਕ ਸਥਾਪਿਤ ਕੀਤੇ, ਜਿਹਦੇ ਵਿੱਚ ਕੋਈ ਇੱਕ ਗੋਰੀ ਨਸਲ ਹੈ, ਇੱਕ ਭੂਰੇ ਲੋਕ ਨੇ, ਆਪਾਂ ਭੂਰਿਆਂ ਵਿੱਚ ਆ ਜਾਂਦੇ ਹਾਂ, ਇੱਕ ਕਾਲੇ ਨੇ ਜਿਹੜੇ ਅਫਰੀਕਨ ਆ, ਉੱਪਰ ਜਿਹੜੇ ਚੀਨੀ, ਜਾਪਾਨੀ, ਜਿਹੜੇ ਫੀਨੇ ਨੱਕ ਵਾਲੇ ਆ, ਛੋਟੀਆਂ ਅੱਖਾਂ ਵਾਲੇ ਆ, ਤਿੱਬਤ ਤੋਂ ਸ਼ੁਰੂ ਹੋ ਕੇ ਅੱਗੇ ਤੱਕ ਜਿਹੜਾ, ਇਹਦਾ ਇੱਕ ਉਹਨਾਂ ਨੇ ਕੈਟੇਗਰੀ ਬਣਾ ਲਈ। ਸੋ ਇਸ ਤਰ੍ਹਾਂ ਦੀਆਂ 3-4 ਰੇਸ਼ੀਅਲ ਆਧਾਰ 'ਤੇ ਕੈਟੇਗਰੀਜ਼ ਬਣਾਈਆਂ, ਜੋਗਰਾਫੀ ਦੇ ਆਧਾਰ 'ਤੇ ਬਣਾਈਆਂ, ਕਲਚਰ ਦੇ ਆਧਾਰ 'ਤੇ ਬਣਾਈਆਂ।
ਸਭ ਤੋਂ ਜਿਹੜੀ ਉਹਨਾਂ ਦੇ ਲਈ ਜਿਹੜੀ ਕਹਿ ਲਓ ਕਿ ਸਾਡੇ ਲਈ ਖਤਰਨਾਕ ਗੱਲ ਸੀ, ਉਹ ਸੀ ਗਿਆਨ ਦੇ ਹਿਸਾਬ ਨਾਲ ਜਦੋਂ ਕੈਟੇਗਰੀ ਬਣਾਈ ਕਿ ਪੂਰਬੀ ਲੋਕਾਂ ਦਾ ਜਿਹੜਾ ਸੈਰੇਬਰਲ ਆ, ਦਿਮਾਗੀ ਹਿੱਸਾ ਆ, ਉਹ ਉਨਾ ਵਿਕਸਿਤ ਨਹੀਂ ਹੈ ਜਿੰਨਾ ਪੱਛਮੀ ਲੋਕਾਂ ਦਾ। ਤਾਂ ਇਹ ਸੀ ਪੂਰਬ ਅਤੇ ਪੱਛਮ ਦੇ ਵਖਰੇਵੇਂ ਦੀਆਂ ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ। ਫਿਰ ਉਹਨਾਂ ਨੇ, ਆਪਾਂ ਅਕਸਰ ਇਹ ਗੱਲਾਂ ਡਿਸਕਸ ਕੀਤੀਆਂ ਹੋਈਆਂ ਪਹਿਲੇ ਲੈਕਚਰਾਂ ਵਿੱਚ ਵੀ, ਜਿਸ 'ਚ ਵਾਈਟ ਮੈਨਸ ਬਰਡਨ ਦਾ ਕੌਨਸੈਪਟ ਆਇਆ ਕਿ ਜਿਹੜੇ ਗੋਰੇ ਲੋਕ ਆ ਉਹਨਾਂ ਕੋਲ ਕਿਉਂਕਿ ਗਿਆਨ ਆ ਗਿਆ ਆ, ਐਨਲਾਈਟਨਮੈਂਟ ਆ ਗਈ ਆ, ਨਵੀਂ ਰੋਸ਼ਨੀ ਆ ਗਈ ਆ, ਵਿਗਿਆਨ ਆ ਉਹਨਾਂ ਦੇ ਕੋਲ, ਫਲਸਫਾ ਆ ਉਹਨਾਂ ਦੇ ਕੋਲ, ਔਰ ਉਹ ਦੁਨੀਆ ਨੂੰ ਬਿਹਤਰ ਬਣਾਉਣ ਦਾ ਦਾਅਵਾ ਕਰ ਰਹੇ ਆ। ਇਸ ਕਰਕੇ ਉਹਨਾਂ ਨੂੰ ਅਧਿਕਾਰ ਹੈ ਕਿ ਉਹ ਬਾਕੀ ਲੋਕਾਂ ਨੂੰ ਸਿੱਖਿਅਤ ਕਰਨ, ਉਹਨਾਂ ਨੂੰ ਸਿੱਖਿਅਤ ਕਰਕੇ ਉਸ ਲੈਵਲ 'ਤੇ ਲੈ ਕੇ ਆਉਣ ਜਿੱਥੇ ਉਹ ਖੋਦੇ ਆ। ਇਹ ਉਹਨਾਂ ਨੇ ਦਾਅਵਾ ਕੀਤਾ ਔਰ ਫਿਰ ਦੂਸਰੇ ਮੁਲਕਾਂ ਨੂੰ ਆਪਣੇ ਅਧੀਨ ਕਰਕੇ ਇੱਥੋਂ ਦੇ ਐਜੂਕੇਸ਼ਨ ਸਿਸਟਮ ਨੂੰ ਬਦਲ ਕੇ, ਇੱਥੋਂ ਦੇ ਧਰਮ ਦੀ ਦੁਬਾਰਾ ਨਵੀਂ ਵਿਆਖਿਆ ਕਰਕੇ, ਇੱਥੋਂ ਦੇ ਲੋਕਾਂ ਨੂੰ ਬਦਲ ਕੇ, ਇਹਨਾਂ ਦੇ ਕਲਚਰ ਨੂੰ ਬਦਲ ਕੇ ਇਹਨਾਂ ਨੂੰ ਵੈਸਟਰਨਾਈਜ਼ ਕੀਤਾ। ਸੋ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੇ ਜਿਹੜੀ ਵੱਖਰਤਾ ਸੀ ਇਹਨਾਂ ਮੁਲਕਾਂ ਦੀ, ਉਹਨੂੰ ਵਿਰੋਧਤਾ ਵਿੱਚ ਬਦਲ ਦਿੱਤਾ ਕਿ ਇਹ ਜੇ ਵੱਖਰੇ ਹਨ ਤਾਂ ਵਿਰੋਧੀ ਹਨ। ਇੱਕ ਸਾਰਵਾਦ, ਜਿਵੇਂ ਆਪਾਂ ਸੁਹਾਗਾ ਫੇਰਦੇ ਜਾਂ ਕਰਾਹ ਫੇਰਦੇ ਨੇ, ਇੱਕ ਲੈਵਲਿੰਗ ਕਰ ਦਿੰਦੇ ਹਾਂ ਵੀ ਸਾਰੇ ਜਿਹੜੇ ਆ ਉਹ ਇੱਕ ਲੈਵਲ 'ਤੇ ਹੋਣੇ ਚਾਹੀਦੇ ਆ। ਇਹ ਕੁਦਰਤ ਦੇ ਨਿਯਮਾਂ ਦੇ ਖਿਲਾਫ ਹੈ ਗੱਲ। ਸਾਰੇ ਇੱਕ ਲੈਵਲ 'ਤੇ ਨਹੀਂ ਹੋ ਸਕਦੇ, ਨੈਣ ਨਕਸ਼ ਵਜੋਂ ਵੀ ਨਹੀਂ ਹੋ ਸਕਦੇ, ਸੁਭਾਅ ਵਜੋਂ ਵੀ ਨਹੀਂ ਹੋ ਸਕਦੇ, ਸਮਝ ਦੇ ਪੱਧਰ ਵਜੋਂ ਵੀ ਨਹੀਂ ਹੋ ਸਕਦੇ, ਹੋਰ ਬਹੁਤ ਸਾਰੀਆਂ ਗੱਲਾਂ ਕਰਕੇ ਸਾਰੇ ਇੱਕੋ ਜਿਹੇ ਨਹੀਂ ਹੋ ਸਕਦੇ। ਪਰ ਇਹਨਾਂ ਨੂੰ ਇੱਕੋ ਜਿਹੇ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਉਹਦੇ ਵਿੱਚ ਬਹੁਤ ਸਾਰੇ ਗੈਰ ਕੁਦਰਤੀ ਤਰੀਕੇ ਵਰਤੇ ਗਏ, ਜਿਹਦੇ ਨਾਲ ਜਿਹੜਾ ਪੂਰਬ ਆ ਇਹ ਗੈਰ ਕੁਦਰਤੀ ਤਰੀਕੇ ਨਾਲ ਪੱਛਮੀ ਹੋ ਗਿਆ। ਹਰ ਇੱਕ ਸੱਭਿਅਤਾ ਨੂੰ ਹੱਕ ਆ ਕਿ ਉਹ ਤਬਦੀਲੀ ਦੇ ਨਿਯਮ ਦੇ ਵਿੱਚ ਆ ਕੇ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਘੋਖ ਪੜਤਾਲ ਕਰੇ, ਕੁਝ ਛੱਡਣ ਵਾਲੀਆਂ ਚੀਜ਼ਾਂ 'ਤੇ ਛੱਡ ਦੇਵੇ, ਕੁਝ ਨਵੀਆਂ ਅਪਣਾਉਣ ਵਾਲੀਆਂ 'ਤੇ ਅਪਣਾ ਲਵੇ। ਹਰ ਸੱਭਿਅਤਾ ਨੂੰ ਹੱਕ ਹੈ। ਪਰ ਕਿਸੇ ਨੂੰ ਗੈਰ ਕੁਦਰਤੀ ਤਰੀਕੇ ਨਾਲ, ਚਲਾਕੀ ਨਾਲ ਜਾਂ ਕਿਸੇ ਪਾਲਿਸੀ ਦੇ ਅਧੀਨ ਉਹਦੀਆਂ ਮੂਲ ਧਾਰਨਾਵਾਂ ਤੋਂ, ਉਹਦੀਆਂ ਮੂਲ ਪਰੰਪਰਾਵਾਂ ਤੋਂ ਉਖੇੜ ਕੇ ਆਪਣੇ ਵਰਗਾ ਬਣਾਉਣਾ, ਇਹ ਪੱਛਮੀ ਮੁਲਕਾਂ ਨੇ ਪਹਿਲਾਂ ਸ਼ੁਰੂ ਕੀਤਾ। ਪੱਛਮੀ ਕੌਮਾਂ ਨੇ, ਖਾਸ ਤੌਰ 'ਤੇ ਵਾਈਟ ਰੇਸ ਜਿਹੜੀ, ਉਹਨਾਂ ਨੇ ਸ਼ੁਰੂ ਕੀਤਾ। ਸੋ ਉਹਦੇ ਨਾਲ ਉਹਨਾਂ ਨੇ ਕੀਤਾ ਕਿ ਜਿਹੜਾ ਪੂਰਬੀ ਲੋਕਾਂ ਦਾ, ਖਾਸ ਤੌਰ 'ਤੇ ਸਿੱਖਾਂ ਦੇ ਸੰਦਰਭ ਵਿੱਚ ਗੱਲ ਕਰੀਏ ਅਤੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜਾ ਇਹਨਾਂ ਦਾ ਵਸਤੂ ਆ, ਸਾਡੇ ਕੋਲ ਜੋ ਸਾਡੀ ਕੀਮਤੀ ਚੀਜ਼ ਆ ਉਹ ਹੈ ਗੁਰੂ ਸਾਹਿਬ ਦਾ ਸਰੂਪ, ਦੂਸਰੇ ਨੰਬਰ 'ਤੇ ਗੁਰਬਾਣੀ, ਗੁਰੂ ਗ੍ਰੰਥ ਸਾਹਿਬ, ਅਤੇ ਤੀਸਰੇ ਨੰਬਰ 'ਤੇ ਸਾਡਾ ਇਤਿਹਾਸ। ਇਹਨਾਂ ਤਿੰਨਾਂ ਚੀਜ਼ਾਂ ਦੀ ਸਮਝ ਬਦਲੀ ਗਈ, ਜਿਹਦੇ ਵਿੱਚੋਂ ਐਗਜ਼ਾਮਪਲ ਦੇ ਤੌਰ 'ਤੇ ਜਿਵੇਂ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਇੱਕ ਮਹਾਨ ਵਿਅਕਤੀ ਹਨ। ਗੁਰੂ ਦਾ ਜਿਹੜਾ ਦੈਵੀ ਪੱਖ ਆ, ਅਗੰਮੀ ਪੱਖ ਆ, ਉਹ ਘਟਦਾ ਇੱਕ ਸਿਆਣੇ ਮਨੁੱਖ ਤੱਕ ਆ ਗਿਆ। ਤਾਂ ਗੁਰੂ ਦੁਬਾਰਾ ਨਵੀਂ ਵਿਆਖਿਆ ਦੇ ਵਿੱਚ ਹੁਣ ਇੱਕ ਸਿਆਣਾ ਮਨੁੱਖ ਹੈ, ਇੱਕ ਸਿਆਣਾ ਬੰਦਾ ਹੈ। ਆਮ ਬੰਦਿਆਂ ਨਾਲੋਂ ਵਧੀਆ ਸੈਨਾਪਤੀ ਹੈ, ਆਮ ਬੰਦਿਆਂ ਨਾਲੋਂ ਵੱਧ ਸਿਆਣਾ ਬੰਦਾ ਹੈ। ਇਸੇ ਤਰ੍ਹਾਂ ਗੁਰਬਾਣੀ ਹੈ। ਯੂਨੀਵਰਸਿਟੀਆਂ ਦੀਆਂ ਤੁਸੀਂ ਕਿਤਾਬਾਂ ਦੇਖੋ, ਯੂਨੀਵਰਸਿਟੀ ਦੀ ਗੁਰਬਾਣੀ ਬਾਰੇ ਜਿਹੜੀ ਹੁੰਦੀ ਅਪਰੋਚ ਆ ਉਹ ਦੇਖੋ, ਤਾਂ ਉਹ ਗੁਰਬਾਣੀ ਨੂੰ ਇੱਕ ਕਵਿਤਾ ਮੰਨਦੇ। ਉਹ ਕਹਿੰਦੇ ਗੁਰਮਤਿ ਕਾਵ ਉਹਦੀ ਕੈਟੇਗਰੀ ਹੈ। ਜਿਵੇਂ ਸੂਫੀ ਕਾਵ, ਸੂਫੀਆਂ ਦੀ ਕਵਿਤਾ, ਉਵੇਂ ਗੁਰੂਆਂ ਦੀ ਕਵਿਤਾ, ਅਤੇ ਇਸੇ ਲੈਵਲ 'ਤੇ ਫਿਰ ਸ਼ਿਵ ਕੁਮਾਰ ਦੀ ਕਵਿਤਾ, ਇਸੇ ਲੈਵਲ 'ਤੇ ਫਿਰ ਹੋਰ ਕਵੀਆਂ ਦੀ ਕਵਿਤਾ। ਤੋ ਇਹ ਜਿਹੜੀ ਚੀਜ਼ ਆ, ਇਹ ਪੱਛਮੀ ਗਿਆਨ ਸ਼ਾਸਤਰ ਦੇ ਨਾਲ ਵਾਹ ਪੈਣ ਤੋਂ ਬਾਅਦ ਸਾਡੀ ਜਿਹੜੀ ਤਬਦੀਲੀ ਹੋ ਰਹੀ ਆ, ਸਾਨੂੰ ਪੱਛਮੀਕਰਨ ਕੀਤਾ ਜਾ ਰਿਹਾ, ਇਹ ਉਹਦਾ ਹੀ ਸਾਰਾ ਸਾਡੇ ਸਾਹਮਣੇ ਦ੍ਰਿਸ਼ ਆ ਰਿਹਾ। ਸੈਕੂਲਰਾਈਜੇਸ਼ਨ ਬਾਰੇ ਪਿਛਲੀ ਵਾਰੀ ਆਪਾਂ ਕਾਫੀ ਗੱਲ ਕਰ ਚੁੱਕੇ ਹਾਂ। ਸੈਕੂਲਰਾਈਜ਼, ਜਿਹਦੇ ਵਿੱਚ ਪਹਿਲਾਂ ਆਪਾਂ ਹੁਣੇ ਵੀ ਗੱਲ ਕੀਤੀ ਹੈ ਵੀ ਜਿਹਦੇ ਵਿੱਚ ਦੈਵੀ ਪੱਖ ਨੂੰ ਛੱਡ ਕੇ ਕੇਵਲ ਇਸ ਸੰਸਾਰ ਨਾਲ ਸੰਬੰਧਿਤ ਪੱਖ ਦੀ ਗੱਲ ਕੀਤੀ ਜਾਂਦੀ ਹੈ, ਪਦਾਰਥਕ ਗੱਲਾਂ ਜਾਂ ਇਸ ਲੋਕ ਨਾਲ ਸੰਬੰਧਿਤ ਗੱਲਾਂ। ਉਹਦੇ ਵਿੱਚ ਜਿਹੜਾ ਗਿਆਨ ਪੱਛਮ ਵਿੱਚ ਸਥਾਪਿਤ ਹੋ ਗਿਆ ਸੀ, ਉਹਨੂੰ ਫਿਰ ਸੰਸਥਾਗਤ ਕੀਤਾ ਗਿਆ, ਇੰਸਟੀਟਿਊਸ਼ਨਲਾਈਜ਼ ਕੀਤਾ ਗਿਆ। ਉਹ ਕਿਵੇਂ ਕੀਤਾ ਗਿਆ? ਜਿਵੇਂ ਸਕੂਲ ਕਾਲਜ ਬਣਾਉਣੇ, ਯੂਨੀਵਰਸਿਟੀਆਂ ਬਣਾਉਣੀਆਂ, ਔਰ ਉਹਦੇ ਰਾਹੀਂ ਇੱਕ ਆਮ ਬੱਚੇ ਨੂੰ, ਜਿਵੇਂ ਆਪਾਂ ਇੱਕ ਆਮ ਬੱਚਾ ਸਕੂਲ ਵਿੱਚ ਦਾਖਲ ਕਰਾਉਂਦੇ ਹਾਂ, ਫਿਰ ਉਹ ਪੜ੍ਹਾਈ ਕਰਦਾ ਆ, ਪ੍ਰਾਇਮਰੀ, ਸੈਕੰਡਰੀ, ਫਿਰ ਹਾਇਰ ਐਜੂਕੇਸ਼ਨ, ਫਿਰ ਡੀਲਿਟ ਤੱਕ। ਇਹ ਜਿਹੜਾ ਸਾਰਾ ਪ੍ਰੋਸੈਸ ਚੱਲਦਾ ਹੈ ਐਜੂਕੇਸ਼ਨ ਦਾ,
ਇਹ ਕਿਸੇ ਵੀ ਬੰਦੇ ਦੀ ਦ੍ਰਿਸ਼ਟੀ ਬਣਾਉਂਦਾ ਹੈ। ਜਿਵੇਂ ਆਪਾਂ ਵਿਸ਼ਵ ਦ੍ਰਿਸ਼ਟੀ ਦੀ ਗੱਲ ਕਰ ਰਹੇ ਹਾਂ, ਤਾਂ ਇਹ ਵਿਸ਼ਵ ਦ੍ਰਿਸ਼ਟੀ ਉਸ ਮਨੁੱਖ ਦੀ ਸ਼ਖਸੀਅਤ ਵੀ ਘੜ ਰਹੀ ਹੈ। ਤੋ ਇੱਕ ਨਵੀਂ ਸ਼ਖਸੀਅਤ ਸਾਡੇ ਸਾਹਮਣੇ ਆਈ, ਜਾਂ ਅਸੀਂ ਇੱਕ ਨਵੀਂ ਸ਼ਖਸੀਅਤ ਵਜੋਂ ਉੱਭਰੇ, ਜਿਨ੍ਹਾਂ ਨੂੰ ਮਾਡਰਨ ਸਿੱਖ, ਨਵੇਂ ਸਿੱਖ ਕਿਹਾ ਜਾ ਸਕਦਾ ਹੈ। ਔਰ ਇਹ ਮੰਨਣ ਵਿੱਚ ਸਾਨੂੰ ਕੋਈ ਦੁਚਿੱਤੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਮਾਡਰਨ ਏਜ ਵਿੱਚ ਜੀ ਰਹੇ ਹਾਂ, ਮਾਡਰਨ ਚੀਜ਼ਾਂ ਨੂੰ ਮੰਨ ਰਹੇ ਹਾਂ, ਮਾਡਰਨਿਟੀ ਦੇ ਮੁਤਾਬਕ ਆਪਣੇ ਪੁਰਾਣੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਅਸੀਂ ਲਗਭਗ ਖੁਦ ਵੀ ਮਾਡਰਨ ਹੀ ਹਾਂ। ਸੋ ਇਹ ਹੁਣ ਤੱਕ ਦੀ ਸਾਡੀ ਸ਼ਖਸੀਅਤ ਦਾ ਵਿਕਾਸ ਹੈ। ਜਦੋਂ ਇਹ ਵਿਗਿਆਨ 'ਤੇ ਆਧਾਰਿਤ ਗਿਆਨ ਸਾਡੇ ਤੱਕ ਪਹੁੰਚਿਆ, ਤਾਂ ਉਸ ਵਿਗਿਆਨਕ ਗਿਆਨ ਨੇ ਸਾਡੇ ਲਈ ਵੀ ਦੋ ਰਾਹ ਪੈਦਾ ਕੀਤੇ। ਇੱਕ ਨੇ ਪਰੰਪਰਾਗਤ ਤਰੀਕੇ ਨਾਲ ਜੀਣ ਵਾਲੇ ਲੋਕ, ਜਿਵੇਂ ਇੱਕ ਉਹ ਨੇ ਜਿਹੜੇ ਆਧੁਨਿਕ ਲੋਕ। ਪਰ ਇਹਦੇ ਵਿੱਚ ਜਿਹੜੀ ਸਿਤਮ ਦੀ ਗੱਲ ਆ ਉਹ ਇਹ ਆ ਕਿ ਜਿਹੜੇ ਆਧੁਨਿਕ ਲੋਕ ਆ ਉਹਨਾਂ ਬਾਰੇ ਇਹ ਪ੍ਰਚਾਰਿਆ ਗਿਆ ਕਿ ਆਧੁਨਿਕ ਲੋਕ ਵਧੇਰੇ ਸੱਭਿਅਕ ਹਨ। ਜੇ ਤੁਸੀਂ ਸੱਭਿਅਕ ਹੋ, ਜੇ ਤੁਸੀਂ ਜ਼ਿਆਦਾ ਸਿਵਲਾਈਜ਼ਡ ਹੋ, ਇਹਦਾ ਮਤਲਬ ਹੈ ਕਿ ਤੁਸੀਂ ਮਾਡਰਨ ਹੋ, ਤੁਸੀਂ ਮੋਡਰੇਟ ਹੋ। ਜੇ ਤੁਸੀਂ ਪਰੰਪਰਾਗਤ ਹੋ ਤਾਂ ਤੁਸੀਂ ਘੱਟ ਸੱਭਿਅਕ ਹੋ। ਔਰ ਉਹਨਾਂ ਬਾਰੇ ਇੱਕ ਰਿਜੈਕਸ਼ਨ ਵਾਲਾ ਮਾਹੌਲ ਬਣਾਇਆ ਗਿਆ। ਉਹਦੀ ਉਦਾਹਰਣ ਇਹ ਹੈ ਵੀ ਜਿਵੇਂ ਤੁਸੀਂ ਯੂਨੀਵਰਸਿਟੀ ਵਿੱਚ ਆਪਣੀ ਪਰੰਪਰਾ ਨੂੰ ਐਕਸਪੀਰੀਅੰਸ ਕਰਨਾ ਹੋਵੇ, ਤਾਂ ਤੁਹਾਨੂੰ ਬੋਲ ਕੇ ਭਾਵੇਂ ਕੋਈ ਨਾ ਕਵੇ, ਤੁਸੀਂ ਚੋਲਾ ਪਾ ਕੇ ਕਲਾਸ 'ਚ ਜਾਓ, ਦਮਾਲਾ ਸਜਾ ਕੇ ਬਰਸ਼ਾ ਲੈ ਕੇ ਕਲਾਸ 'ਚ ਜਾਓ, ਇਹ ਅੱਖ ਦੇ ਵਿੱਚ ਰਿਜੈਕਸ਼ਨ ਹੋਏਗੀ। ਲੋਕ ਤੁਹਾਨੂੰ ਦੇਖ ਕੇ ਇਸ ਤਰ੍ਹਾਂ ਦਾ ਪ੍ਰਭਾਵ ਦੇਣਗੇ, ਤੁਹਾਨੂੰ ਖੁਦ ਮਹਿਸੂਸ ਹੋਏਗਾ ਕਿ ਮੈਂ ਜਾਂ ਤਾਂ ਗਲਤ ਕੱਪੜੇ ਪਾ ਕੇ ਇੱਥੇ ਆ ਗਿਆ, ਜਾਂ ਮੈਂ ਗਲਤ ਜਗ੍ਹਾ 'ਤੇ ਆ ਗਿਆ। ਤੋ ਉਹ ਜਿਹੜਾ ਮਾਹੌਲ ਹੈ ਕਿ ਜ਼ਿਆਦਾ ਸਿਵਲਾਈਜ਼ਡ ਹੋਣ ਦਾ ਮਤਲਬ ਹੈ ਮੋਡਰੇਟ ਹੋਣਾ, ਮਾਡਰਨ ਹੋਣਾ, ਆਧੁਨਿਕਤਾ ਨੂੰ ਅਪਣਾਉਣਾ, ਆਧੁਨਿਕ ਤਰੀਕੇ ਨਾਲ ਸੋਚਣਾ। ਆਧੁਨਿਕਤਾ ਕੀ ਹੈ? ਇੱਕ ਐਟੀਟਿਊਡ ਹੈ, ਇੱਕ ਰਵੱਈਆ ਆ, ਜ਼ਿੰਦਗੀ ਨੂੰ ਸਮਝਣ ਦਾ ਇੱਕ ਨਵਾਂ ਰਵੱਈਆ ਜਿਹੜਾ ਵਿਗਿਆਨ ਨਾਲ ਆਇਆ। ਤਾਂ ਜਦੋਂ ਇਹ ਸਾਡੇ ਕੋਲ ਆਇਆ, ਸਤਲੁਜ ਪਾਰ ਕਰਦਿਆਂ ਜਿੰਨਾ ਇਹਨਾਂ ਨੂੰ ਸਮਾਂ ਲੱਗਿਆ, ਉਸ ਤੋਂ ਬਾਅਦ ਅੱਗੇ ਸਾਰਾ ਦੂਰ ਤੱਕ ਜਿਹੜਾ ਖਾਲਸਾ ਰਾਜ ਸੀਗਾ, ਉੱਥੋਂ ਤੱਕ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਐਸਟੈਬਲਿਸ਼ ਹੋਏ, ਔਰ ਸਿੰਘ ਸਭਾ ਮੂਵਮੈਂਟ ਚੱਲੀ। ਫਿਰ ਅੰਗਰੇਜ਼ ਚਲੇ ਗਏ, ਫਿਰ ਨਵੇਂ ਤਰ੍ਹਾਂ ਦੇ ਵਿਆਖਿਆ ਵਾਲੇ ਧੜੇ ਪੈਦਾ ਹੋਏ, ਉਹਨਾਂ ਨੇ ਇੱਕ ਨਵੀਂ ਵਿਆਖਿਆ ਕੀਤੀ। ਔਰ ਇਹ ਸਾਰੇ ਕੁਝ ਦੇ ਵਿੱਚ ਸਾਨੂੰ ਲਗਭਗ 70-80 ਸਾਲ, ਇਹ 100 ਸਾਲ ਹੀ ਹੋ ਗਿਆ ਲਗਭਗ ਇਸ ਤਰ੍ਹਾਂ ਦੇ ਪ੍ਰੋਸੈਸ ਵਿੱਚ ਪਿਆ ਨੂੰ, ਜਿਹਦੇ ਵਿੱਚ ਅਸੀਂ ਆਪਣੀ ਪਰੰਪਰਾ ਨੂੰ ਦੁਬਾਰਾ ਇੰਟਰਪ੍ਰੈਟ ਕਰ ਰਹੇ ਹਾਂ, ਔਰ ਆਪਣੀਆਂ ਟਰਮਸ ਦੇ ਉੱਤੇ, ਆਪਣੀਆਂ ਕੰਡੀਸ਼ਨਸ ਦੇ ਉੱਤੇ ਟਰਡੀਸ਼ਨ ਨੂੰ ਐਕਸੈਪਟ ਕਰ ਰਹੇ ਹਾਂ। ਜਿਵੇਂ ਹੈ ਉਵੇਂ ਨਹੀਂ ਮੰਨ ਰਹੇ, ਟਰਡੀਸ਼ਨ ਨੂੰ ਵੀ ਆਪਣੀਆਂ ਕੰਡੀਸ਼ਨਸ 'ਤੇ ਮੰਨ ਰਹੇ ਹਾਂ। ਸਾਡੀਆਂ ਆਪਣੀਆਂ ਸ਼ਰਤਾਂ ਆ, ਅਤੇ ਉਹਨਾਂ ਦੇ ਸ਼ਰਤਾਂ ਦੇ ਮੁਤਾਬਕ ਅਸੀਂ ਆਪਣੀ ਰਵਾਇਤ ਨੂੰ ਮੰਨ ਰਹੇ ਹਾਂ। ਤੋ ਜੀਵਨ ਦੀ ਜਿਹੜੀ ਸਧਾਰਨ ਤੌਰ ਆ, ਜਿਹੜਾ ਜੀਵਨ ਰੌਂ ਜਿਹਨੂੰ ਕਹਿ ਦਿੰਦੇ ਆ, ਉਹਦੇ ਵਿੱਚ ਇੱਕ ਵੱਡੀ ਤਬਦੀਲੀ ਆਈ। ਇਸ ਤਬਦੀਲੀ ਦੇ ਦੌਰਾਨ ਇੱਕ ਘਟਾਓ ਦਾ ਸਿਲਸਿਲਾ ਚੱਲਦਾ ਹੈ, ਚੀਜ਼ਾਂ ਰਿਡਿਊਸ ਹੋ ਰਹੀਆਂ, ਚੀਜ਼ਾਂ ਘਟ ਰਹੀਆਂ ਆ। ਉਹ ਆਪਣੇ ਵੱਡੇ ਫਲਾਅ ਨੂੰ ਛੱਡ ਕੇ ਸੁੰਗੜ ਰਹੀਆਂ। ਉਹ ਕਿਵੇਂ ਸੁੰਗੜ ਰਹੀਆਂ? ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਸਾਖੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਹਾਰਾਜ ਨੇ ਘਾਈ ਦੇ ਸਿਰ 'ਤੇ ਸੋਟੀ ਲਾਈ ਅਤੇ ਉਹ ਘਾਈ ਪੰਡਤ ਹੋ ਗਿਆ। ਸਾਡੇ ਲਈ ਗਿਆਨ ਬਖਸ਼ਿਸ਼ ਹੈ, ਵਿਗਿਆਨ ਲਈ ਗਿਆਨ ਬਖਸ਼ਿਸ਼ ਨਹੀਂ। ਵਿਗਿਆਨ ਵਿੱਚ ਗਿਆਨ ਜਿਹੜਾ ਆ ਉਹ ਪ੍ਰਾਪਤ ਕੀਤਾ ਜਾਂਦਾ। ਉਹ ਪ੍ਰਾਪਤ ਕਰਨ ਦੇ ਲਈ ਆਪਣੇ ਆਪ ਨੂੰ ਕਿਸੇ ਸੰਸਥਾ ਨਾਲ ਜੋੜਨਾ ਪੈਂਦਾ ਹੈ, ਕੁਝ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ। ਉਹ 'ਚ 1, 2, 3 ਪੌੜੀਆਂ ਹੋਣਗੀਆਂ ਲਗਾਤਾਰ, ਜਿਨ੍ਹਾਂ ਤੋਂ ਬਾਅਦ ਤੁਹਾਨੂੰ ਗਿਆਨ ਪ੍ਰਾਪਤ ਹੋਏਗਾ। ਜਿਵੇਂ ਪ੍ਰਾਇਮਰੀ ਐਜੂਕੇਸ਼ਨ, ਸੈਕੰਡਰੀ, ਅੱਗੇ ਹਾਇਰ ਐਜੂਕੇਸ਼ਨ। ਇਸ ਤਰ੍ਹਾਂ ਹੀ ਹਰ ਇੱਕ ਗਿਆਨ, ਇਹ ਤਾਂ ਹੋ ਗਿਆ ਨਾ ਐਜੂਕੇਸ਼ਨ ਜਿਹੜੀ ਆਪਣਾ ਫਾਰਮਲ ਐਜੂਕੇਸ਼ਨ ਆ ਸਕੂਲ ਕਾਲਜ ਦੀ। ਜੇ ਉਹ ਸਧਾਰਨ ਤੌਰ 'ਤੇ ਵੀ ਉਹ ਕਹਿੰਦੇ ਆ ਵੀ ਇੱਕ ਬੰਦਾ ਸਿਆਣਾ ਹੋ ਰਿਹਾ, ਤਾਂ ਸਿਆਣੇ ਹੋਣ ਦੇ ਜਿਹੜੇ ਸਾਰੇ ਉਹਦੇ ਪੜਾਅ ਆ, ਉਹਨਾਂ ਨੂੰ ਉਹ ਇੱਕ ਸਿਲਸਿਲੇਵਾਰ ਕਰਮਬੱਧ ਤਰੀਕੇ ਨਾਲ ਲਿਖਦੇ ਆ, ਦਰਸਾਉਂਦੇ ਆ, ਫਿਰ ਹੀ ਉਹ ਉਹਨੂੰ ਗਿਆਨ ਮੰਨਦੇ ਆ। ਅਤੇ ਘਟਾਓ ਦਾ ਸਿਲਸਿਲਾ ਕੀ ਹੈ ਕਿ ਜਿਹੜਾ ਇਹ ਬਖਸ਼ਿਸ਼ ਨਾਲ ਗਿਆਨ ਆ ਜਾਂਦਾ ਸੀ, ਮਹਾਰਾਜ ਦੀ ਮਿਹਰ ਨਾਲ, ਇੱਕ ਜਿਹੜੇ ਜਾਗਦੇ ਵੀ ਨਹੀਂ ਲੱਭ ਸਕਦੇ ਅਤੇ ਇੱਕ ਨੂੰ ਸੁੱਤਿਆਂ ਨੂੰ ਠਾਲ ਠਾਲ ਕੇ ਮਹਾਰਾਜ ਦੇ ਦਿੰਦਾ ਸੀ, ਇਹ ਗੱਲ ਖਤਮ ਹੋ ਗਈ ਹੌਲੀ ਹੌਲੀ।
ਫਿਰ ਹੋ ਗਿਆ ਵੀ ਗਿਆਨ ਅੰਦਰੂਨੀ ਤੇ ਬਹਿਰੂਨੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਵੀ ਗਿਆਨ ਬੰਦੇ ਦੇ ਅੰਦਰ ਹੀ ਆ, ਬੰਦੇ ਨੇ ਖੋਜਣਾ ਹੈ ਉਹਨੂੰ। ਗੁਰਬਾਣੀ 'ਚੋਂ ਵੀ ਉਹੋ ਜਿਹੀਆਂ ਕੋਟੇਸ਼ਨਾਂ ਲੱਭ ਲੱਭ ਕੇ ਸੁਣਾਈ ਜਾਂਦੇ, ਬੰਦੇ ਖੋਜ ਦਿਲ ਹਰ ਰੋਜ਼। ਗਿਆਨ ਨੂੰ ਅੰਦਰੂਨੀ ਤੇ ਬਹਿਰੂਨੀ ਵਿੱਚ ਵੰਡ ਲਿਆ, ਮਿਹਰ ਨਾਲ ਉਹਨੂੰ ਤੋੜ ਲਿਆ। ਮਿਹਰ ਦਾ ਤੇ ਕਨਸੈਪਟ ਹੀ ਖਤਮ ਹੋ ਗਿਆ। ਫਿਰ ਹੋ ਗਿਆ ਕਿ ਐਫਰਟ ਹੈ ਬੰਦੇ ਦਾ, ਬੰਦਾ ਅੰਦਰੂਨੀ ਤੇ ਬਹਿਰੂਨੀ ਗਿਆਨ ਦਾ ਸੰਤੁਲਨ ਪੈਦਾ ਕਰੇ। ਜਿਹੜਾ ਉਹਦੇ ਅੰਦਰ ਗਿਆਨ ਹੈ ਤਾਂ ਜਿਹੜੀ ਬਾਹਰ ਦੁਨੀਆ ਇਹਦਾ ਸੰਤੁਲਨ ਪੈਦਾ ਕਰੇ, ਇਹੀ ਉਹਦਾ ਗਿਆਨ ਹੈ। ਫਿਰ ਹੌਲੀ ਹੌਲੀ ਅੰਦਰੂਨੀ ਵਾਲਾ ਪਾਸਾ ਵੀ ਘਟ ਗਿਆ, ਇਕੱਲੀ ਆਬਜੈਕਟਿਵ ਨੌਲੇਜ ਹੀ ਰਹਿ ਗਈ। ਵੀ ਨੌਲੇਜ ਬਾਹਰ ਪਈ ਹੈ ਕਿਤੇ, ਨੌਲੇਜ ਪਦਾਰਥ ਵਿੱਚ ਹੈ। ਪਦਾਰਥ ਦੇ ਢਾਂਚੇ ਨੂੰ ਸਮਝਣਾ, ਪਦਾਰਥ ਦੇ ਅੰਦਰ ਬਰੀਕ ਜਿਹੜੇ ਕਾਣੇ ਆ ਉਹ ਕਿਸ ਤਰ੍ਹਾਂ ਆਪਸ ਵਿੱਚ ਜੁੜ ਕੇ ਪਦਾਰਥ ਦੀ ਸਿਰਜਣਾ ਕਰ ਰਹੇ ਆ, ਇਹਨੂੰ ਸਮਝਣਾ ਗਿਆਨ ਬਣ ਗਿਆ। ਪਹਿਲਾਂ ਸੀ ਬਖਸ਼ਿਸ਼, ਫਿਰ ਅੰਦਰੂਨੀ ਤੇ ਬਹਿਰੂਨੀ ਘਟ ਰਿਹਾ, ਬਖਸ਼ਿਸ਼ ਵਾਲਾ ਪਾਸਾ ਘਟਿਆ ਗਿਆ। ਫਿਰ ਕੇਵਲ ਬਹਿਰੂਨੀ, ਬਾਹਰ ਹੀ ਹੈ ਗਿਆਨ ਸਾਰਾ। ਦੂਸਰੀ ਜਿਹੜੀ ਵੱਡੀ ਇਹਦੇ ਵਿੱਚ ਤਬਦੀਲੀ ਸੀ ਉਹ ਕੀ ਸੀ ਕਿ ਪਹਿਲਾਂ ਜਿਹੜਾ ਲੌਜਿਕ ਆ, ਜਿਹਨੂੰ ਨਿਆਏ ਕਿਹਾ ਜਾਂਦਾ, ਤਰਕ ਵੀ ਇਹਦਾ ਹੀ ਨਾਂ ਆ, ਪਰ ਤਰਕ ਕਿਉਂਕਿ ਹੋਰ ਅਰਥਾਂ ਵਿੱਚ ਵੀ ਵਰਤਣਾ ਹੈ, ਇਸ ਕਰਕੇ ਅਸੀਂ ਇਹਦਾ ਨਾਂ ਨਿਆਈ ਰੱਖਾਂਗੇ। ਅਤੇ ਅੰਗਰੇਜ਼ੀ ਵਾਲਾ ਲੌਜਿਕ ਕਿਉਂਕਿ ਮਸ਼ਹੂਰ ਬੜਾ ਹੈ, ਇਸ ਕਰਕੇ ਆਪਾਂ ਇਹਦੇ ਲਾਗੇ ਹਾਂ। ਦੂਸਰਾ ਮੈਥੇਮੈਟੀਕਲ ਸਰਟੀਟਿਊਡ। ਇਹ ਦੋਵੇਂ ਚੀਜ਼ਾਂ ਹੀ ਅਧਿਆਤਮਕ ਅਨੁਭਵ ਵਿੱਚੋਂ ਨਿਕਲੀਆਂ ਨੇ। ਜਦੋਂ ਅਸੀਂ ਕਹਿੰਦੇ ਇੱਕ ਓਂਕਾਰ, ਪਕਿਆਈ ਨਾਲ ਕਹਿੰਦੇ ਮਹਾਰਾਜ ਇੱਕ ਆ, ਕਿੰਨੀ ਪੱਕੀ ਗੱਲ ਹੈ ਸਾਡੇ ਵਾਸਤੇ, ਮਹਾਰਾਜ ਇੱਕ ਆ, ਦੋ ਨਹੀਂ ਤਿੰਨ ਨਹੀਂ। ਜਦੋਂ ਮੁਸਲਮਾਨ ਕਹਿੰਦਾ ਲਾ ਇਲਾਹਾ ਇਲੱਲਾ, ਨਹੀਂ ਹੈ ਕੁਝ ਵੀ ਅੱਲਾ ਤੋਂ ਬਗੈਰ, ਕੇਵਲ ਅੱਲਾ ਹੈ, ਕਿੰਨੀ ਪਕਿਆਈ ਹੈ ਉਹਦੀ ਗੱਲ ਦੇ ਵਿੱਚ। ਇਹ ਸਰਟੀਟਿਊਡ ਜਿਹੜਾ ਆ ਇਹ ਧਰਮ ਦਾ ਤੱਤ ਆ। ਇਹ ਅਥਾਰਟੀ ਬੰਦੇ ਦੇ ਕੋਲ ਧਰਮ ਕੋਲੋਂ ਆਉਂਦੀ ਹੈ। ਧਰਮ ਕਹਿੰਦਾ ਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਅੰਕ ਆ ਉਹਨੂੰ ਕਿੰਨੀ ਵੱਡੀ ਮਾਨਤਾ ਹੈ। ਅੰਕ ਨੂੰ ਇੱਕ ਕਿਸਮ ਦਾ ਜਿੰਦਰਾ ਹੀ ਸਮਝ ਲਓ ਤੁਸੀਂ। ਵਾਧ ਘਾਟ ਕਰਨ ਜਿਹੜੀ ਆ ਉਹ ਸੰਭਵ ਹੀ ਨਹੀਂ ਹੈ। ਜਿੱਥੇ ਅੰਕ ਲੱਗ ਗਿਆ ਉੱਥੇ ਵਿੱਚ ਸਰਟੀਟਿਊਡ ਆ ਗਿਆ, ਪਕਿਆਈ ਆ ਗਈ, ਪੱਕ ਨਾਲ ਗੱਲ ਕਹੀ ਆ। ਕੋਈ ਜਿੱਦਾਂ ਆਪਾਂ ਘਰਾਂ ਵਿੱਚ ਕੋਈ ਚੀਜ਼ ਬਣਾਉਂਦੇ ਆ, ਚਾਹ ਬਣਾਉਣੀ ਆ, ਅੰਦਾਜ਼ੇ ਨਾਲ ਆਪਾਂ ਕਹਿੰਦੇ ਲੱਪਕ ਖੰਡ ਪਾ ਦਿਓ। ਇੱਥੇ ਕੋਈ ਇਹ ਗੱਲ ਨਹੀਂ ਹੈ, ਪੱਕੀ ਗੱਲ ਹੈ ਕਿੰਨੀ ਪਾਉਣੀ ਹੈ। ਜਿਵੇਂ ਵਿਗਿਆਨ ਵਿੱਚ ਹੈ, ਉਹਦੇ ਵਿੱਚ ਅੰਦਾਜ਼ੇ ਨਾਲ ਨਹੀਂ ਚੀਜ਼ਾਂ ਚੱਲਦੀਆਂ, ਉੱਥੇ ਵਿੱਚ ਸਪੈਸੀਫਿਕ ਮੈਜ਼ਰਮੈਂਟ ਨਾਲ ਚੀਜ਼ਾਂ ਚੱਲਣੀਆਂ। ਇਹ ਜਿਹੜਾ ਮੈਥੇਮੈਟੀਕਲ ਸਰਟੀਟਿਊਡ ਸੀਗਾ, ਇਹਦਾ ਦੈਵੀ ਪੱਖ ਖਤਮ ਕੀਤਾ ਗਿਆ ਔਰ ਇਹਨੂੰ ਹੀ ਧਰਮ ਦੇ ਉਲਟ ਵਰਤਿਆ ਗਿਆ। ਜਿਹੜਾ ਲੌਜਿਕ ਹੈ, ਜਿਹੜਾ ਚੀਜ਼ਾਂ ਦੇ ਰਿਸ਼ਤੇ ਨੂੰ ਆਪਸ ਵਿੱਚ ਜੋੜ ਕੇ ਦੇਖਦਾ। ਜਿਵੇਂ ਇਹ ਕੰਧ ਬਣੀ ਹੈ, ਇੱਟਾਂ ਨੂੰ ਸੀਮੈਂਟ ਨੇ ਜੋੜਿਆ, ਲੌਜਿਕ ਸੀਮੈਂਟ ਹੈ ਜਿਹਨੇ ਇਹਨੂੰ ਜੋੜਿਆ। ਜਦੋਂ ਗੱਲਾਂ ਵਿਚਾਰ ਦੇ ਨਾਲ ਵਿਚਾਰ ਜੁੜਦੇ ਆ, ਉਹ ਲੌਜਿਕ ਕਰਕੇ ਜੁੜਦੇ ਆ। ਜੇ ਏਕ ਓਂਕਾਰ ਦੀ ਵਿਆਖਿਆ ਬਹੁਤ ਵੱਡਾ ਪਸਾਰ ਹੈ ਏਕ ਓਂਕਾਰ ਦੀ ਵਿਆਖਿਆ ਦਾ, ਉਹਦਾ ਇੱਕ ਛੋਟਾ ਜਿਹਾ ਉਦਾਹਰਣ ਤੁਹਾਨੂੰ ਮੈਂ ਦੇਣਾ ਚਾਹੁੰਦਾ ਕਿ ਜਿਹੜਾ ਸੈਮੈਟਿਕ ਪਰੰਪਰਾ ਦੇ ਕੋਲ ਇੱਕ ਆ, ਉਹ ਇੱਕ ਕਾਇਨਾਤ ਵਿੱਚ ਨਹੀਂ ਪਸਰ ਰਿਹਾ। ਜਿਹੜੀ ਸੂਰਤੁਲ ਕਾਫਰੂਨ ਹੈ, ਉਹਦੀ ਇੱਕ ਵਿਆਖਿਆ ਪਹਿਲਾਂ ਇਹ ਸੀ ਕਿ ਕਾਫਰ ਜਿੱਥੇ ਮਿਲੇ ਉਹਨੂੰ ਮਾਰੋ, ਤੁਹਾਡੇ ਅੰਦਰ ਹੀ ਕੋਈ ਕਾਫਰ ਹੈ ਉਹਨੂੰ ਮਾਰਨਾ ਹੈ। ਅਤੇ ਸਿਆਣਿਆਂ ਨੇ ਇੱਧਰ ਨੂੰ ਕਰਤੀ, ਕਾਫਰ ਜਿੱਥੇ ਮਿਲੇ ਉਹਨੂੰ ਮਾਰੋ। ਕਾਫਰ ਉਹ ਹੈ, ਪਹਿਲਾਂ ਕਾਫਰ ਸੀ ਜਿਹੜਾ ਖੁਦਾ ਨੂੰ ਨਹੀਂ ਮੰਨਦਾ, ਫਿਰ ਕਾਫਰ ਹੋ ਗਿਆ ਜਿਹੜਾ ਇਸਲਾਮ ਨੂੰ ਨਹੀਂ ਮੰਨਦਾ। ਜਿਹੜਾ ਇਸਲਾਮ ਨੂੰ ਨਹੀਂ ਮੰਨ ਰਿਹਾ ਉਹਦੇ ਅੰਦਰ ਵੀ ਖੁਦਾ ਹੈ, ਇਸਲਾਮ ਨੇ ਆਪਣੀ ਇਹ ਵਿਆਖਿਆ ਗਵਾ ਲਈ। ਜਿਹੜਾ ਉਹਦਾ ਇੱਕ ਦਾ ਸਰਟੀਟਿਊਡ ਆ, ਉਹ ਕਣ ਕਣ ਵਿੱਚ ਖੁਦਾ ਨੂੰ ਨਹੀਂ ਦੇਖ ਰਿਹਾ। ਅਤੇ ਦੂਸਰੇ ਪਾਸੇ ਆ ਓਮ, ਜਿਹੜਾ ਹਿੰਦੂ ਧਰਮ ਵਿੱਚ ਹੈ, ਉਹਦੇ ਵਿੱਚ ਮੈਥੇਮੈਟੀਕਲ ਸਰਟੀਟਿਊਡ ਨਹੀਂ ਹੈ। ਓਮ ਇੱਕ ਆਵਾਜ਼ ਹੈ ਜਿਹੜੀ ਸਾਰੇ ਪਾਸੇ ਪਸਰੀ ਹੋਈ ਆ, ਉਹਦਾ ਕੋਈ ਕੇਂਦਰ ਨਹੀਂ ਹੈ। ਉਹਨੂੰ ਜੇ ਕਿਸੇ ਸੈਂਟਰ ਤੋਂ ਨਿਕਲਦੀ ਹੋਈ ਦਿਖਾਉਣਾ ਹੋਵੇ ਤਾਂ ਹਿੰਦੂ ਧਰਮ ਇਹ ਦਿਖਾ ਨਹੀਂ ਸਕਦਾ। ਇਸ ਕਰਕੇ ਹਿੰਦੂ ਧਰਮ ਦਾ ਕੋਈ ਕੇਂਦਰੀ ਧਰਮ ਗ੍ਰੰਥ ਨਹੀਂ ਹੈ। ਇਸ ਕਰਕੇ ਹਿੰਦੂ ਧਰਮ ਦਾ ਕੋਈ ਇੱਕ ਦੇਵਤਾ ਸੈਂਟਰ ਪੋਜੀਸ਼ਨ 'ਤੇ ਨਹੀਂ ਖੜਾ, ਉਹ ਖਿੱਲਰ ਜਾਂਦਾ ਸਾਰਾ। ਉਹ 'ਚ ਬਹੁਤਾਤ ਹੈ ਪਰ ਉਹ 'ਚ ਇੱਕ ਕੇਂਦਰ ਨਹੀਂ ਹੈ। ਅਤੇ ਜੇ ਅਸੀਂ ਕਹਿੰਦੇ ਇੱਕ ਓਂਕਾਰ, ਤਾਂ ਇਹ ਦੋਵੇਂ ਪਸਾਰ ਇੱਕ ਓਂਕਾਰ ਵਿੱਚ ਸਮਾਏ ਹੋਏ ਆ, ਜਿਹਦੇ ਵਿੱਚ ਮੈਥੇਮੈਟੀਕਲ ਸਰਟੀਟਿਊਡ ਵੀ ਆ ਵੀ ਉਹ ਇੱਕ ਆ, ਅਤੇ ਫਿਰ ਉਹਦੀ ਕਾਰ ਆ, ਉਹਦੀ ਕਾਰ ਦੇ ਵਿੱਚ ਇਹ ਸਾਰੇ ਸੰਸਾਰ ਦੀ ਜਿਹੜੀ ਕਾਰ ਚੱਲ ਰਹੀ ਆ, ਉਹ ਕਣ ਕਣ ਵਿੱਚ ਪਸਰ ਵੀ ਰਿਹਾ ਆ। ਬਿਨ ਸਿਰੀ ਦੀਆਂ ਚੀਜ਼ਾਂ ਨੇ ਵਿਗਸ ਵੀ ਰਹੀਆਂ ਨੇ।
ਸੰਜੋਗ ਵੀ ਹੈ ਅਤੇ ਵਿਜੋਗ ਵੀ ਹੈ, ਉਹਦੇ ਵਿੱਚ ਕਾਰ ਚੱਲ ਰਹੀ ਹੈ। ਸੰਜੋਗ ਵਿਜੋਗ ਕਾਰ ਨੂੰ ਚਲਾ ਰਹੇ, ਉਸ ਕਾਰ ਨੂੰ, ਜਿਹੜੀ ਇੱਕ ਓਂਕਾਰ ਦੀ ਜਿਹੜੀ ਉਤਲੀ ਕਾਰ ਆ, ਉਹ ਕੰਟੀਨਿਊਟੀ ਹੈ, ਉਹਦੀ ਲਗਾਤਾਰਤਾ ਹੈ ਜੀ, ਕਾਲ ਵਿੱਚ ਪਸਰ ਰਹੀ ਹੈ। ਇਹ ਨਾ ਇਸਲਾਮ ਇਹਨੂੰ ਇੱਕ ਥਾਂ 'ਤੇ ਲਿਆ ਸਕਦਾ ਆ, ਨਾ ਹਿੰਦੂ ਧਰਮ ਨੂੰ ਲਿਆ ਸਕਦਾ ਆ। ਅਤੇ ਇਹਦੇ ਵਿੱਚ ਕਿੰਨਾ ਵੱਡਾ ਲੌਜਿਕ ਹੈ, ਜਿਹਨੇ ਦੋ ਵੱਖਰੀਆਂ ਵੱਖਰੀਆਂ ਪਰੰਪਰਾਵਾਂ ਜਿਹੜੀਆਂ ਇੱਕ ਦੂਜੇ ਦੀਆਂ ਦੁਸ਼ਮਣ ਨੇ, ਜਿਨ੍ਹਾਂ ਨੇ ਕਤਲੋਗਾਰਤ ਕੀਤੀ ਹੋਈ ਇਤਿਹਾਸ ਦੇ ਵਿੱਚ, ਇੱਕ ਦੂਜੇ ਦੇ ਮੰਦਰ ਮਸਜਿਦਾਂ ਢਾਏ ਹੋਏ ਆ, ਉਹ ਇੱਕ ਥਾਂ 'ਤੇ ਨਹੀਂ ਹੋ ਸਕਦੇ। ਕਿੱਡਾ ਵੱਡਾ ਲੌਜਿਕ ਹੈ। ਲੌਜਿਕ ਧਰਮ ਦੇ ਵਿੱਚ ਸੀ, ਔਰ ਇਹਦੇ ਨਾਲ ਹੀ ਫਿਰ ਧਰਮ ਦਾ ਵਿਰੋਧ ਕੀਤਾ ਗਿਆ, ਇਹਨਾਂ ਦਾ ਧਾਰਮਿਕ ਪੱਖ ਖਤਮ ਕਰ ਦਿੱਤਾ ਗਿਆ। ਹੁਣ ਇਹਨਾਂ ਦੀ ਵਰਤੋਂ ਧਰਮ ਦੇ ਵਿਰੋਧ ਵਿੱਚ ਹੋ ਰਹੀ ਹੈ। ਇਹ ਵਿਗਿਆਨ ਨਾਲ ਚੀਜ਼ਾਂ ਹੋਈਆਂ। ਇਹਦੇ ਵਿੱਚ ਜਿਹੜੀ ਸਭ ਤੋਂ ਖਤਰਨਾਕ ਗੱਲ ਉਹ ਇਹ ਆ ਵੀ ਧਰਮ ਦੇ ਵਿੱਚ ਵੀ ਗਿਆਨ ਹੁੰਦਾ ਆ, ਇਹ ਪੱਖ ਛੱਡ ਲਿਆ ਗਿਆ। ਕਿਉਂਕਿ ਜਿਹੜਾ ਧਰਮ ਦੇ ਵਿੱਚ ਮੈਥਮੈਟੀਕਲ ਪਸਾਰ ਆ ਅਤੇ ਜਿਹੜੇ ਲੌਜਿਕ ਦੇ ਪਸਾਰ ਆ, ਉਹਨਾਂ ਨੂੰ ਨਕਾਰ ਦਿੱਤਾ ਗਿਆ। ਬਿਨਾਂ ਵਜ੍ਹਾ ਅਫਵਾਹ ਬਣਾ ਕੇ ਗੱਲ ਪੇਸ਼ ਕਰ ਦਿੱਤੀ ਗਈ ਕਿ ਧਰਮ ਵਿੱਚ ਲੌਜਿਕ ਅਤੇ ਮੈਥਮੈਟਿਕਸ ਨਹੀਂ ਹੁੰਦਾ, ਅਤੇ ਵਿਗਿਆਨ ਮੈਥਮੈਟੀਕਲ ਗੱਲ ਕਰਦੀ ਹੈ, ਵਿਗਿਆਨ ਲੌਜੀਕਲ ਗੱਲ ਕਰਦੀ ਹੈ। ਇਹ ਗੱਲ ਅਫਵਾਹ ਵਾਂਗੂ ਫੈਲਾਈ ਗਈ ਔਰ ਉਹਦਾ ਪ੍ਰਚਾਰ ਕੀਤਾ ਗਿਆ, ਪ੍ਰਾਪੇਗੰਡਾ। ਦੂਸਰਾ ਕਿ ਜਿਹੜਾ ਰੀਜ਼ਨ ਆ, ਉਹਦੇ ਬਾਰੇ ਇੱਕ ਗਲਤ ਪ੍ਰਚਾਰ ਕੀਤਾ ਗਿਆ। ਰੀਜ਼ਨ ਅਸਲ ਵਿੱਚ ਬੁੱਧੀ ਦੀ ਇੱਕ ਸ਼ਕਤੀ ਹੈ, ਅੰਗਰੇਜ਼ੀ ਜਿਹਨੂੰ ਇੰਟਲੈਕਟ ਕਹਿੰਦੇ ਆ, ਬੁੱਧੀ ਨੂੰ। ਬੋਧ ਜਿਹੜਾ ਆ, ਬੁੱਧੀ ਵੱਡੀ ਚੀਜ਼ ਆ, ਉਹਦੀ ਇੱਕ ਸ਼ਕਤੀ ਰੀਜ਼ਨ ਆ। ਪਰ ਵਿਗਿਆਨ ਨੇ ਕੀ ਕੀਤਾ, ਹੌਲੀ ਹੌਲੀ ਰੀਜ਼ਨ ਨੂੰ ਬੁੱਧੀ ਦੀ ਥਾਂ 'ਤੇ ਰੱਖ ਦਿੱਤਾ। ਰੀਜ਼ਨ ਜਿਹੜਾ ਸ਼ਬਦ ਆ ਨਾ, ਰੇਸ਼ੋ ਤੋਂ ਬਣਿਆ। ਭਾਸ਼ਾ ਜਦੋਂ ਸਮੇਂ ਦੇ ਵਿੱਚ ਟਰੈਵਲ ਕਰਦੀ ਹੈ ਅਤੇ ਸ਼ਬਦਾਂ ਦੀ ਸਿਰਜਣਾ ਹੁੰਦੀ ਹੈ, ਪੁਰਾਣੇ ਸ਼ਬਦ ਜਿਹੜੇ ਆਪਣਾ ਰੂਪ ਬਦਲ ਲੈਂਦੇ ਆ। ਪਹਿਲਾਂ ਇਹ ਲੈਟਿਨ ਅਤੇ ਗਰੀਕ ਵਿੱਚ ਰੇਸ਼ੋ ਹੈ, ਰੇਸ਼ੋ ਅੱਗੇ ਅੰਗਰੇਜ਼ੀ ਤੱਕ ਆਉਂਦਿਆਂ ਆਉਂਦਿਆਂ ਰੀਜ਼ਨ ਬਣ ਜਾਂਦੀ ਹੈ। ਰੇਸ਼ੋ ਹੈ ਅਨੁਪਾਤ। ਅਨੁਪਾਤ ਦੀ ਸਮਝ 'ਤੇ ਸਾਰਾ ਵਿਗਿਆਨ ਟਿਕਿਆ। ਜਿਹੜਾ ਰੀਜ਼ਨ ਆ, ਉਹ ਚੀਜ਼ਾਂ ਨੂੰ ਇਨਸਾਨੀ ਅਨੁਪਾਤਾਂ ਵਿੱਚ ਸਮਝਣ ਦੀ ਇੱਕ ਕਲਾ ਆ। ਸਾਡੇ ਵਾਲੇ ਪਾਸੇ ਇਹਨਾਂ ਨੂੰ ਵਿਵੇਕ ਕਿਹਾ ਜਾਂਦਾ ਹੈ। ਜਦੋਂ ਰੀਜ਼ਨ ਇੰਟਲੈਕਟ ਦੀ ਥਾਂ 'ਤੇ ਆ ਗਿਆ, ਕਿਉਂਕਿ ਉਹ ਘਟਾਓ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਆ, ਅਤੇ ਜਿਵੇਂ ਧਰਮ ਬੰਦੇ ਨੂੰ ਖੁਦਾ ਬਣਾਉਂਦਾ ਆ, ਕਿਉਂਕਿ ਧਾਰਮਿਕ ਗਿਆਨ ਦਾ ਆਖਰੀ ਨਿਸ਼ਾਨਾ ਆ ਖੁਦਾ ਤੱਕ, ਰੱਬ ਤੱਕ, ਵਾਹਿਗੁਰੂ ਤੱਕ ਪਹੁੰਚਣਾ। ਉਹ ਇਨਸਾਨ ਦੀ ਤਰੱਕੀ ਕਰਾ ਕੇ ਉਹਨੂੰ ਸਧਾਰਨ ਹਾਲਤ ਤੋਂ ਰੱਬ ਤੱਕ ਪਹੁੰਚਾ ਦਿੰਦਾ ਆ, ਧਰਮ ਦਾ ਮਾਰਗ। ਅਤੇ ਵਿਗਿਆਨ ਨੇ ਕੀ ਕੀਤਾ, ਮੈਨ ਇਜ਼ ਏ ਰੈਸ਼ਨਲ ਐਨੀਮਲ। ਇਹ ਕੋਟੇਸ਼ਨ ਤੁਹਾਨੂੰ ਕਈ ਥਾਈਂ ਮਿਲ ਜਾਏਗੀ ਕਿ ਬੰਦਾ ਇੱਕ ਰੈਸ਼ਨਲ ਜਾਨਵਰ ਹੈ। ਘਟ ਰਿਹਾ ਹੈ ਇਨਸਾਨ, ਅਤੇ ਇਨਸਾਨ ਖੁਸ਼ ਹੋ ਰਿਹਾ। ਇਨਸਾਨ ਦੀ ਚਾਹਤ ਖੁਦ ਨੂੰ ਜਾਨਵਰ ਕਹਾਏ ਜਾਣ ਵਿੱਚ ਸ਼ਾਮਲ ਹੈ। ਜਿਨ੍ਹਾਂ ਦੀ ਸ਼ਾਮਲ ਹੈ, ਉਹ ਇਸ ਮਾਰਗ 'ਤੇ ਬੜੀ ਖੁਸ਼ੀ ਨਾਲ ਚੱਲਦੇ ਨੇ, ਉਹਨਾਂ ਨੂੰ ਫਰਕ ਨਹੀਂ ਲੱਗਦਾ। ਅਤੇ ਅੱਗੇ ਵਿਵੇਕ ਸਾਡੀ ਅਰਦਾਸ ਵਿੱਚ ਹੈ ਕਿ ਸਾਨੂੰ ਵਿਵੇਕ ਦਿੱਤਾ ਜਾਵੇ। ਅਕਲ ਦਾ ਦਾਨ ਮੰਗਿਆ ਗਿਆ ਮਹਾਰਾਜ ਕੋਲੋਂ, ਅਤੇ ਸਾਡੇ ਬਾਰੇ ਅਫਵਾਹ ਇਹ ਫੈਲਾ ਦਿੱਤੀ ਗਈ ਕਿ ਰੀਜ਼ਨ ਦਾ ਧਰਮ ਨਾਲ ਵਿਰੋਧ ਹੈ। ਜਿੱਥੇ ਧਰਮ ਹੁੰਦਾ ਆ, ਉੱਥੇ ਅਕਲ ਸੰਨਿਆਸ ਲੈ ਲੈਂਦੀ ਹੈ। ਇਹ ਅੱਜ ਕੱਲ੍ਹ ਆ ਜਿਹੜੇ ਵਟਸਐਪ 'ਤੇ ਫਿਰਦੇ ਆ ਨਾ, ਕੀ ਕਹਿੰਦੇ ਉਹਨਾਂ ਨੂੰ, ਮੈਸੇਜ, ਉਹਦੇ ਵਿੱਚ ਆਮ ਹੀ ਇੱਕ ਕੋਟੇਸ਼ਨ ਲਿਖੀ ਹੁੰਦੀ ਹੈ ਕਿ ਜਿੱਥੇ ਧਰਮ ਹੁੰਦਾ ਹੈ, ਸ਼ਰਧਾ ਹੁੰਦੀ ਹੈ, ਉੱਥੇ ਅਕਲ ਸੰਨਿਆਸ ਲੈ ਲੈਂਦੀ ਹੈ। ਇੱਕ ਐਗਜ਼ਾਮਪਲ ਹੀ ਹੈ ਵੈਸੇ ਕਿ ਸੰਤ ਜਰਨੈਲ ਸਿੰਘ ਹੁਣਾਂ ਦੇ ਕੋਲ ਥੋੜ੍ਹੇ ਕਿਤਿਆਂ ਕੋਈ ਪੱਤਰਕਾਰ ਜਾਂਦਾ ਨਹੀਂ ਸੀ, ਅਤੇ ਜਿਹੜਾ ਜਾਂਦਾ ਸੀ ਉਹਦੀ ਜਿਹੜੀ ਦਲੀਲ ਦੇ ਨਾਲ ਉਹ ਤਸੱਲੀ ਕਰਾਉਂਦੇ ਸਨ, ਉਹ ਉਹਨਾਂ ਨੇ ਕੋਈ ਦੁਨੀਆ ਦੇ ਫਲਸਫੇ ਜਾਂ ਵਿਗਿਆਨ ਪੜ੍ਹ ਕੇ ਹਾਸਲ ਨਹੀਂ ਸੀ ਕੀਤੀ। ਉਹ ਉਹਨਾਂ ਦੇ ਧਾਰਮਿਕ ਅਨੁਭਵ ਵਿੱਚ ਉਹਨਾਂ ਦੇ ਕੋਲ ਦਲੀਲ ਸੀ, ਔਰ ਉਹਨਾਂ ਦੀ ਦਲੀਲ ਦਾ ਕੋਈ ਮੁਕਾਬਲਾ ਨਹੀਂ। ਅੱਜ ਵੀ ਤੁਸੀਂ ਉਹਨਾਂ ਦੇ ਬਚਨ ਸੁਣੋ, ਅਜੇ ਵੀ ਤੁਹਾਨੂੰ ਉਹ ਜਿਹੜੀ ਜੁਰਤ ਆ, ਜੁਰਤ ਬੰਦੇ ਕੋਲ ਆਪਣੀ ਦਲੀਲ ਦੀ ਪਕਿਆਈ ਨਾਲ ਹੀ ਆਉਂਦੀ ਹੈ। ਉਹ ਆਪਣੀ ਗੱਲ 'ਤੇ ਖੜ੍ਹੇ ਸੀ, ਉਸ ਗੱਲ ਤੱਕ ਸ਼ਹੀਦ ਹੋ ਗਏ, ਇਸ ਗੱਲ 'ਤੇ ਉਹ ਖੜ੍ਹੇ ਸੀ, ਔਰ ਉਹ ਦਲੀਲ ਉਹਨਾਂ ਨੂੰ ਆਪਣੇ ਧਾਰਮਿਕ ਅਨੁਭਵ ਵਿੱਚੋਂ ਮਿਲੀ ਸੀ। ਉਹ ਕਿਹੜੇ ਨਾ ਵਿਗਿਆਨ ਕੋਲ ਲਈ ਸੀ, ਔਰ ਉਹਨਾਂ ਦੀ ਦਲੀਲ ਦਾ ਲੋਹਾ ਮੰਨਦੇ ਸੀ ਸਾਰੇ। ਇੱਕ ਐਗਜ਼ਾਮਪਲ ਕੋਈ ਹੋਰ ਵੀ ਹੋ ਸਕਦੀ ਹੈ ਜਿਹੜੀ ਤੁਹਾਨੂੰ ਚੰਗੀ ਲੱਗੇ। ਇਹਦੇ ਆਉਣ ਨਾਲ ਪੁਰਾਣੀਆਂ ਚੀਜ਼ਾਂ ਨੂੰ ਨਵੇਂ ਤਰੀਕੇ ਨਾਲ ਵੇਖਿਆ ਗਿਆ। ਕੋਈ ਨਵੀਆਂ ਚੀਜ਼ਾਂ ਨਹੀਂ ਦੇ ਦਿੱਤੀਆਂ ਸੰਸਾਰ 'ਤੇ ਆ ਕੇ ਵਿਗਿਆਨ ਨੇ, ਚੀਜ਼ਾਂ ਸਾਡੀਆਂ ਉਹੀ ਹੈ, ਸਿਰਫ ਨਜ਼ਰੀਆ ਬਦਲ ਗਿਆ, ਉਹਨੂੰ ਸਮਝਣ ਦੇ ਪੱਖ ਬਦਲ ਗਏ।
ਅਸੀਂ ਜਾਂ ਜਿਹੜੇ ਲੋਕ ਵੀ ਵਿਗਿਆਨ ਦੇ ਤਰੀਕੇ ਨਾਲ ਧਰਮ ਦੀ ਵਿਆਖਿਆ ਕਰ ਰਹੇ ਆ, ਹੋਰ ਦੁਨੀਆ ਦੀਆਂ ਚੀਜ਼ਾਂ ਦੀ ਵਿਆਖਿਆ ਕਰ ਰਹੇ ਆ, ਚੀਜ਼ਾਂ ਉਹੀ ਨੇ ਜਿਹੜੀ ਸਦੀਆਂ ਤੋਂ ਤੁਰੀਆਂ ਆਉਂਦੀਆਂ ਨੇ, ਉਹਦੀ ਵਿਆਖਿਆ ਨਵੀਂ ਹੈ, ਉਹਦੇ ਵੱਖਰੇ ਪੱਖ ਉਹ ਪੇਸ਼ ਕਰ ਰਹੇ ਆ, ਕਿਉਂਕਿ ਉਹਨਾਂ ਦੀਆਂ ਪ੍ਰੇਰਨਾਵਾਂ ਵੱਖਰੀਆਂ ਨੇ। ਉਸੇ ਮੈਟਰ ਨੂੰ ਸਮਝਣ ਲਈ ਪ੍ਰੇਰਨਾ ਹੋਰ ਥਾਂ ਤੋਂ ਆ ਰਹੀ ਹੈ, ਸੋ ਪ੍ਰੇਰਨਾ ਨੂੰ ਵੀ ਸਮਝਣਾ ਪਏਗਾ। ਅਗਲਾ ਪ੍ਰਭਾਵ ਜਿਹੜਾ ਉਹ ਇਹ ਆ ਕਿ ਮਾਡਰਨ ਏਜ ਵਿੱਚ ਫਲਸਫਾ ਪੈਗੰਬਰੀ ਸਿਆਣਪ ਦੀ ਥਾਂ 'ਤੇ ਆ ਗਿਆ, ਵਿਜ਼ਡਮ ਦੀ ਥਾਂ ਫਿਲਾਸਫੀ ਨੂੰ ਦੇ ਦਿੱਤੀ ਗਈ। ਇਹ ਇੱਕ ਬਹੁਤ ਵੱਡਾ ਸ਼ਿਫਟ ਆ। ਜਦੋਂ ਕੋਈ ਵੀ ਸੱਭਿਆਚਾਰ ਕਿਸੇ ਪੈਰਾਡਾਈਮ ਦੀ ਸ਼ਿਫਟ ਵਿੱਚੋਂ ਗੁਜ਼ਰਦਾ ਆ, ਉਸ ਵੇਲੇ ਨਹੀਂ ਉਹਨੂੰ ਪਤਾ ਲੱਗਦਾ, ਬਾਅਦ ਵਿੱਚ ਉਹਦੀ ਗੱਲ ਦਾ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਅਧਿਐਨ ਕਰਦੀਆਂ ਵੀ ਕਿੱਥੇ ਅਸੀਂ ਫਰਕ ਪਾਇਆ ਸੀ। ਗਿਆਨ ਨੂੰ ਗੁਰੂ ਦੀ ਗੱਲ ਤੋਂ ਵੀ ਅੱਗੇ ਰੱਖਣ ਲੱਗ ਪਏ ਅਸੀਂ। ਜਿਵੇਂ ਹੁਣ ਦੀ ਗੱਲ ਸਮਝ ਲਓ ਵੀ ਐਗਜ਼ਾਮਪਲ ਉਹਦੀ ਵੀ ਅਸੀਂ ਗੁਰਬਾਣੀ ਦੀ ਮਿਹਰ ਨੂੰ ਛੱਡਿਆ ਹੋਇਆ ਵੀ ਗੁਰਬਾਣੀ ਪੜ੍ਹੋਗੇ ਤਾਂ ਮਿਹਰ ਹੋਏਗੀ। ਅਸੀਂ ਗੁਰਬਾਣੀ ਦੇ ਅਰਥਾਂ 'ਤੇ ਜ਼ੋਰ ਦੇ ਰਹੇ ਹਾਂ ਵੀ ਗੁਰਬਾਣੀ ਦਾ ਸਮਝ ਕੇ ਪਾਠ ਕਰੋ। ਸਮਝ ਕਿਹਨੂੰ ਲੱਗਣੀ ਹੈ? ਸਮਝ ਤਾਂ ਮਤਲਬ ਵੀ ਫਲਸਫਾ ਆ, ਗਿਆਨ ਆ। ਜਦੋਂ ਫਲਸਫੇ ਨੂੰ ਪੈਗੰਬਰੀ ਗਿਆਨ ਦੇ ਥਾਂ 'ਤੇ ਰੱਖ ਲਓਗੇ ਤਾਂ ਫਿਰ ਮੁਸ਼ਕਿਲਾਂ ਆਉਣੀਆਂ ਹੀ ਆਉਣੀਆਂ। ਇਹਦੇ ਨਾਲ ਆਮ ਬੰਦਾ ਹੀ ਬਦਲ ਗਿਆ। ਇਹ ਨਹੀਂ ਵੀ ਜਿਹੜੇ ਵਿਗਿਆਨ ਲੈਬੋਰਟਰੀਆਂ ਜਾ ਕੇ ਪੜ੍ਹਦੇ ਆ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਦੇ, ਉਹ ਬਦਲੇ। ਇਹ ਇੱਕ ਮਾਹੌਲ ਹੈ। ਜੇ ਪੈਰਾਡਾਈਮ ਦੀ ਥੋੜ੍ਹੀ ਬਹੁਤੀ ਆਪਾਂ ਵਿਆਖਿਆ ਕਰੀਏ, ਪੈਰਾਡਾਈਮ ਇੱਕ ਮਾਹੌਲ ਹੈ। ਉਹ ਮਾਹੌਲ ਬਣ ਜਾਂਦਾ ਹੈ, ਸਾਰੇ ਉੱਧਰੋਂ ਸੋਚਣ ਲੱਗ ਪੈਂਦੇ। ਜਿਹੜੇ ਨਹੀਂ ਪੜ੍ਹਦੇ, ਜਿਵੇਂ ਮੋਬਾਈਲ ਫੋਨ ਹੈ, ਜਿਹੜੇ ਮੋਬਾਈਲ ਫੋਨ ਵਰਤਣ ਡਏ ਆ, ਉਹਨਾਂ ਨੂੰ ਕਿਹੜੀ ਮੋਬਾਈਲ ਦੀਆਂ ਸਾਰੀਆਂ ਉਹ ਸਿਧਾਂਤਾਂ ਦਾ ਪਤਾ ਵੀ ਇਹ ਕਿਹੜੇ ਸਿਧਾਂਤਾਂ ਦੇ ਮੋਬਾਈਲ ਚੱਲਦਾ। ਸੈਲੂਲਰ ਫੋਨ ਕਹਿ ਲਓ, ਮੋਬਾਈਲ ਕਹਿ ਲਓ, ਇਹਦੇ ਵਿੱਚ ਕਿਹੜੇ ਫਿਜ਼ਿਕਸ ਦੇ ਨਿਯਮ ਕੰਮ ਕਰ ਰਹੇ ਆ, ਉਹ ਬਰੀਕੀ ਵਿੱਚ ਨਹੀਂ ਪਤਾ। ਇੱਕ ਮਾਹੌਲ ਬਣ ਗਿਆ, ਨਿੱਕੇ ਨਿਆਣੇ ਵੀ ਉਹਨੂੰ ਚਲਾਈ ਜਾਂਦੇ ਆ, ਵੱਡੇ ਵੀ ਚਲਾਈ ਜਾਂਦੇ, ਸਾਰੇ ਵਰਤੀ ਜਾਂਦੇ ਆ ਉਹਨੂੰ। ਸਾਰੇ ਫੇਸਬੁੱਕ, ਸਾਰੇ ਵਟਸਐਪ ਚਲਾ ਰਹੇ ਆ। ਮਾਹੌਲ ਹੈ, ਮਾਹੌਲ ਦੇ ਵਿੱਚ ਤੋਂ ਆਮ ਬੰਦੇ ਦੀ ਮਾਨਸਿਕਤਾ ਬਦਲ ਗਈ। ਪਰ ਹਰ ਕਿਸੇ ਦੀ ਚਾਹਤ ਇਹਦੇ ਵਿੱਚ ਸ਼ਾਮਲ ਹੈ, ਹਰ ਕੋਈ ਬਦਲਣਾ ਚਾਹੁੰਦਾ ਆ, ਕਿਉਂਕਿ ਤਰੱਕੀ ਦਾ ਇੱਕ ਗਲਤ ਮਾਡਲ ਸਾਡੇ ਸਾਹਮਣੇ ਆ ਗਿਆ। ਅਗਲੀ ਗੱਲ ਇਹ ਹੈ ਕਿ ਇਨਸਾਨ ਹਰੇਕ ਵਸਤੂ ਨੂੰ, ਹਰੇਕ ਸੱਚਾਈ ਨੂੰ, ਹਰੇਕ ਉਚਾਈ ਨੂੰ ਆਪਣੇ ਅਨੁਪਾਤਾਂ ਵਿੱਚ ਢਾਲਣ ਲਈ ਬਜਦ ਹੋ ਗਿਆ ਵੀ ਜਿੰਨੀ ਕੁ ਉਹਨੂੰ ਸਮਝ ਲੱਗਦੀ। ਵਿਗਿਆਨ ਨੇ ਉਹ ਸੰਸਾਰ ਸਿਰਜਿਆ ਜਿੰਨਾ ਵਿਗਿਆਨ ਨੂੰ ਸਮਝ ਲੱਗਿਆ। ਹੁਣ ਜਿਹੜੀਆਂ ਚੀਜ਼ਾਂ ਵਿਗਿਆਨ ਦੀ ਸਮਝ ਵਿੱਚ ਨਹੀਂ ਆਉਂਦੀਆਂ, ਅਸੀਂ ਉਹਨਾਂ ਨੂੰ ਵੀ ਉਹਨਾਂ ਦੇ ਵਿੱਚ ਢਾਲਣ ਦੀ ਕੋਸ਼ਿਸ਼, ਉਹਨਾਂ ਅਨੁਪਾਤਾਂ ਵਿੱਚ ਢਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਅਨੁਪਾਤਾਂ ਵਿੱਚ ਸਾਨੂੰ ਸੋਚਣ ਦੀ ਆਦਤ ਪੈ ਚੁੱਕੀ ਹੈ। ਹਰ ਕਿਸੇ ਚੀਜ਼ ਦੇ ਉੱਤੇ ਵਿਗਿਆਨ ਨੂੰ ਅਸੀਂ ਲਾਗੂ ਕਰ ਰਹੇ ਹਾਂ ਔਰ ਕਿਸੇ ਵੀ ਚੀਜ਼ ਦੀ ਉਚਾਈ ਨੂੰ ਨਹੀਂ ਮੰਨਦੇ। ਇਹ ਉਚਾਈ ਤੋਂ ਮੁਕਰਨ ਦਾ ਕਾਰਨ ਇਹ ਆ ਕਿ ਅਸੀਂ ਧਰਤੀ ਨੂੰ ਜਿੱਤਣਾ ਚਾਹੁੰਦੇ ਹਾਂ, ਅਸੀਂ ਮੈਟਰ ਨੂੰ ਐਕਸਪਲੋਇਟ ਕਰਨਾ ਚਾਹੁੰਦੇ ਹਾਂ, ਉਹਨੂੰ ਆਪਣੇ ਨਿੱਜੀ ਸਵਾਰਥ ਲਈ ਵਰਤਣਾ ਚਾਹੁੰਦੇ ਹਾਂ ਪਦਾਰਥ ਨੂੰ। ਇਸ ਕਰਕੇ ਅਸੀਂ ਲੇਖਾ ਛੱਡ ਦਿੱਤਾ। ਲੇਖੇ ਦੀ ਗੱਲ ਨਹੀਂ ਕਰਦੇ ਅਸੀਂ ਵੀ ਲੇਖਾ ਦੇਣਾ ਪੈਣਾ। ਵੀ ਧਰਮਰਾਜ ਨੇ ਕੋਈ ਪੁੱਛਣਾ ਸਾਨੂੰ, ਕਹਿੰਦੇ ਧਰਮਰਾਜ ਕਿੱਥੇ ਰਹਿੰਦਾ? ਰਾਕਟ 'ਤੇ ਚੜ੍ਹ ਕੇ ਬੰਦਾ ਗਿਆ, ਸਭ ਨੇ ਫੁੱਲ ਫਲ ਲਏ ਆ, ਧਰਮਰਾਜ ਉੱਤੇ ਕਿਤੇ ਰਹਿੰਦਾ ਨਹੀਂ ਹੈ। ਤੋ ਇਹਦੇ ਨਾਲ ਇੱਕ ਸੋਚਣ ਦਾ ਇੱਕ ਤਰੀਕਾ ਬਦਲ ਗਿਆ। ਆਮ ਬੰਦੇ ਵੀ ਲੇਖੇ ਤੋਂ ਮੁੱਕਰ ਗਏ। ਇਹਦੇ ਨਾਲ ਗੁਨਾਹ ਦੀ ਤਾਦਾਦ ਵੱਧ ਗਈ ਆ, ਮਾਤਰਾ ਵੱਧ ਗਈ ਸੋਸਾਇਟੀ ਦੇ ਵਿੱਚ। ਜਦੋਂ ਲੇਖਾ ਹੀ ਨਹੀਂ ਦੇਣਾ, ਕੋਈ ਪੁੱਛਣਾ ਹੀ ਨਹੀਂ ਕਿਸੇ ਨੇ, ਕੋਈ ਹਿਸਾਬ ਹੀ ਨਹੀਂ ਹੈਗਾ। ਤੋ ਇਹ ਉਚਾਈ ਤੋਂ ਮੁੱਕਰਨ ਦਾ ਕਾਰਨ ਇਹ ਹੈ ਕਿ ਬੰਦਾ ਮੈਟਰ ਨੂੰ ਐਕਸਪਲੋਇਟ ਕਰਨਾ ਚਾਹੁੰਦਾ। ਜਿੰਨਾ ਜ਼ਿਆਦਾ ਬੰਦਾ ਮੈਟਰ ਨੂੰ ਐਕਸਪਲੋਇਟ ਕਰ ਰਿਹਾ, ਓਨਾ ਹੀ ਉਹਦਾ ਗੁਲਾਮ ਵੀ ਹੋ ਰਿਹਾ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਅੱਗੇ ਵੀ ਇਹ ਵੈਸਟ ਨੂੰ ਕੀ ਪ੍ਰੋਬਲਮ ਹੋਈ, ਉਹਨਾਂ ਨੇ ਇਸ ਤਰ੍ਹਾਂ ਦਾ ਵਰਲਡ ਵਿਊ ਕਿਉਂ ਬਣਾਇਆ? ਉੱਥੇ ਜਦੋਂ ਧਰਮ ਦਾ ਵਿਗਿਆਨ ਨਾਲ ਬਖੇੜਾ ਖੜਾ ਹੋਇਆ ਤਾਂ ਜਿਹੜੀ ਧਰਮ ਦੁਆਰਾ ਸ੍ਰਿਸ਼ਟੀ ਸਿਰਜਣਾ ਦਾ ਸਿਧਾਂਤ ਦਿੱਤਾ ਗਿਆ ਸੀ, ਬਾਈਬਲ ਦੁਆਰਾ, ਕੁਰਾਨ ਦੁਆਰਾ, ਜਿਹੜੀਆਂ 4 ਕਿਤਾਬ ਨੇ ਸੈਮਟਿਕ ਟ੍ਰੈਡੀਸ਼ਨ ਦੇ, ਬੇਸਿਕਲੀ ਇਹ ਸੈਮਟਿਕ ਟ੍ਰੈਡੀਸ਼ਨ ਦੀਆਂ ਪ੍ਰੋਬਲਮਸ ਨੇ। ਸਾਡੇ ਯੂਰਪ ਸੈਮਟਿਕ ਟ੍ਰੈਡੀਸ਼ਨ ਦੀ ਕ੍ਰਿਸਚੈਨਿਟੀ ਵਿੱਚ ਆਉਂਦਾ ਹੈ, ਬਾਕੀ ਹੋਰ ਯਰੂਸ਼ਲਮ ਦੀ ਅੱਗੇ ਜਾ ਲਓ ਜਾਂ ਮੱਕੇ ਮਦੀਨੇ ਦੀਆਂ ਲਾ ਲਓ, ਉਹਦੀਆਂ ਪ੍ਰੋਬਲਮਸ ਇਹਦੇ ਨਾਲ ਜੁੜ ਜਾਂਦੀਆਂ ਅੱਗੇ ਜਾ ਕੇ। ਸਾਡੇ ਨਾਲ ਜਿਹੜਾ ਕੰਸਰਨ ਹੈ ਉਹ ਯੂਰਪ ਵਾਲੀ ਸਾਈਡ ਦਾ ਹੈ। ਤਾਂ ਉਹਨਾਂ ਦੀ ਇਹ ਪ੍ਰੋਬਲਮ ਆਈ ਵੀ ਚਰਚ ਦਾ ਵਿਗਿਆਨੀਆਂ ਨਾਲ ਵਿਰੋਧ ਪੈਦਾ ਹੋਇਆ ਅਤੇ ਵਿਗਿਆਨ ਨੇ ਫਿਰ ਇੱਕ ਨਵੀਂ
ਸੰਸਾਰ ਦੀ ਸ੍ਰਿਸ਼ਟੀ ਸਿਰਜਣਾ ਦੀ ਇੱਕ ਨਵੀਂ ਮਿੱਥ ਦਿੱਤੀ ਹੈਗੀ। ਉਹ ਮਿੱਥ ਹੀ ਹੈ ਜਿਹੜੀ ਓਰੀਜਨ ਆਫ ਸਪੀਸੀਜ਼ ਵਿੱਚ ਦਿੱਤੀ ਗਈ ਹੈ। ਉਹ ਸਾਰੀ ਪ੍ਰੂਵ ਨਹੀਂ ਹੁੰਦੀ, ਉਹਦੇ ਵਿੱਚ ਗੈਪਸ ਰਹਿ ਜਾਂਦੇ ਆ। ਔਰ ਨਾ ਹੀ ਉਹਦਾ ਜਿਹੜਾ ਸਫ਼ਰ ਆ ਐਵੋਲੂਸ਼ਨ ਦਾ, ਡਿਵੈਲਪਮੈਂਟ ਦਾ, ਉਹ ਕਿੱਥੇ ਜਾ ਕੇ ਰੁਕਣਾ ਆ, ਇਹਦੇ ਬਾਰੇ ਉਹ ਕੋਈ ਦੱਸ ਪਾਉਂਦੇ ਆ। ਜਿਵੇਂ ਜਿਹੜੀ ਚੀਜ਼ ਅੱਜ ਮੱਖੀ ਆ, ਉਹ ਕਦੋਂ ਤੱਕ ਜਾ ਕੇ ਬਾਂਦਰ ਬਣ ਜਾਏਗੀ ਅਤੇ ਉਹ ਬਾਂਦਰ ਕਦੋਂ ਜਾ ਕੇ ਬੰਦਾ ਬਣ ਜਾਏਗਾ, ਇਹਦਾ ਕੋਈ ਉਹਨਾਂ ਕੋਲ ਮੈਥੇਮੈਟੀਕਲ ਜਵਾਬ ਨਹੀਂ ਹੈ। ਇਹ ਇੱਕ ਮਿੱਥ ਹੈ, ਯੂਟੋਪੀਆ ਆ। ਬਹੁਤ ਸਾਰੇ ਗੈਪਸ ਆ, ਸਿਮਿਲੈਰਿਟੀਜ਼ ਹੈਗੀਆਂ, ਰਲਾ ਦਿੰਦੇ ਆ। ਉਹ ਗੈਪਸ ਨੂੰ ਪੂਰਾ ਕਰਨ ਲਈ ਜਿਹੜਾ ਉਹ ਪਿੰਜਰਾਂ ਦਾ ਅਧਿਐਨ ਕੀਤਾ, ਕਬੂਤਰਾਂ ਦਾ, ਡੱਡੂਆਂ ਦਾ, ਬਾਂਦਰਾਂ ਦਾ, ਬੰਦਿਆਂ ਦਾ, ਉਹਨੂੰ ਰਲਾ ਦਿੱਤਾ ਧੱਕੇ ਨਾਲ ਉਹਨਾਂ ਨੇ। ਪਰ ਜੇ ਸੱਚੀ ਮੁੱਚੀ ਉਹਦੇ 'ਤੇ ਤੁਸੀਂ ਲੌਜੀਕਲੀ ਰੀਜ਼ਨਿੰਗ ਦੇ ਨਾਲ ਅਤੇ ਰੈਸ਼ਨੈਲਿਟੀ ਨਾਲ ਉਹਦੇ ਵਿੱਚ ਐਂਟਰ ਕਰਦੇ ਹੋ ਤਾਂ ਉਹ ਗੈਪਸ ਦਿਸ ਜਾਂਦੇ ਆ। ਔਰ ਉਹਦੇ 'ਤੇ ਵੱਖਰੇ ਵੱਖਰੇ ਧੜੇ ਆਪਸ ਵਿੱਚ ਲੜ ਵੀ ਰਹੇ ਵਿਗਿਆਨੀਆਂ ਦੇ ਵੀ ਇਹ ਠੀਕ ਹੈ ਗੱਲ ਹੈ ਕਿ ਗਲਤ ਗੱਲ ਹੈ। ਇਹ ਵੀ ਚੱਲ ਰਿਹਾ। ਉਹ ਵਕਤ ਦੀ ਇੱਕ ਲੋੜ ਸੀ ਕਿ ਧਰਮ ਦੇ ਮੁਕਾਬਲੇ 'ਤੇ ਵਿਗਿਆਨ ਆਪਣਾ ਸ੍ਰਿਸ਼ਟੀ ਸਿਰਜਣਾ ਦਾ ਇੱਕ ਸਿਧਾਂਤ ਦੇਵੇ। ਉਹ ਉਹਨਾਂ ਨੂੰ ਲੱਭਾ ਜਾ ਕੇ ਡਾਰਵਿਨ ਦੀ ਓਰੀਜਨ ਆਫ ਸਪੀਸੀਜ਼ ਵਿੱਚੋਂ। ਔਰ ਉਹ ਇਹ ਬੜਾ ਬੇਸ ਹੈ। ਸਾਰੀ ਜਿਹੜੀ ਸਾਇੰਟੀਫਿਕ ਵਿਆਖਿਆ ਆ ਉਹਦੇ 2-3 ਬੰਦੇ ਬੇਸ ਬਣਦੇ ਆ, ਜਿਹਦੇ ਵਿੱਚ ਡਾਰਵਿਨ ਆ, ਬੇਕਨ ਆ ਅਤੇ ਫਰਾਇਡ ਆ। ਇਹ 3-4 ਬੰਦੇ ਹੋਰ ਵੀ ਹੋਣਗੇ, ਚਲੋ ਇਹ ਇੰਪੋਰਟੈਂਟ ਬੰਦੇ ਆ। ਹੋਰ ਥੋੜ੍ਹਾ ਬਰੀਕੀ ਹੋ ਜਾਈਏ ਵੀ ਮੈਟਰ ਨੂੰ ਸਮਝਣ ਲਈ, ਇਸ ਸੰਸਾਰ ਨੂੰ ਸਮਝਣ ਲਈ ਵਿਗਿਆਨ ਕੀ ਕਰਦਾ ਆ। ਉਹਦੇ ਕੋਲ ਡਾਈਸੈਕਸ਼ਨ ਦਾ ਮੈਥਡ ਆ, ਚੀਜ਼ਾਂ ਨੂੰ ਤੋੜ ਤੋੜ ਕੇ ਸਮਝਣਾ। ਨਵਾਂ ਇੱਕ ਸ਼ਬਦ ਆਇਆ ਵਿਖੰਡਨ, ਅੱਜ ਕੱਲ੍ਹ ਪ੍ਰਚਲਿਤ ਹੋ ਰਿਹਾ। ਪੁਰਾਣਾ ਸੀਗਾ ਤੋੜ ਤੋੜ ਕੇ ਸਮਝਣਾ, ਹੁਣ ਹੈਗਾ ਵੀ ਵਿਖੰਡਨ, ਖੰਡ ਖੰਡ ਕਰ ਦੇਣਾ। ਉਂਝ ਜਾਪ ਸਾਹਿਬ ਦੇ ਵਿੱਚ, ਆਪਣਾ 10ਵੇਂ ਗ੍ਰੰਥ ਵਿੱਚ ਕਾਫੀ ਥਾਵਾਂ 'ਤੇ ਵਰਤਿਆ ਗਿਆ। ਇਹ ਖੰਡੇ ਨਾਲ ਸੰਬੰਧਿਤ ਚੀਜ਼, ਪਰ ਵਿਗਿਆਨ ਵਿੱਚ ਕਿਵੇਂ ਵਰਤੀ ਜਾਂਦੀ ਹੈ ਵੀ ਮੰਨ ਲਓ ਵੀ ਇੱਕ ਸੇਬ ਨੂੰ ਸਮਝਣਾ ਹੈ ਤਾਂ ਸੇਬ ਦੇ ਕੁਝ ਹਿੱਸੇ ਕਰ ਲਏ, ਫਿਰ ਇੱਕ ਹਿੱਸੇ ਦੇ ਵਿੱਚ ਕੁਝ ਤੱਤ ਜਿਹੜੇ ਨੇ ਉਹ ਨਿਖੇੜ ਲਏ, ਫਿਰ ਇੱਕ ਤੱਤ ਦੀ ਅੱਗੋਂ ਸਟੱਡੀ ਕੀਤੀ। ਉਹਦੇ ਨਾਲ ਕੀ ਹੁੰਦਾ ਆ ਕਿ 94 ਅੰਸ਼ਾਂ ਦਾ ਅਧਿਐਨ ਆਉਂਦਾ। ਸੇਬ ਦੇ ਵਿੱਚ ਆਇਰਨ ਆ, ਹੋਰ ਜਿਹੜੇ ਤੱਤ ਆ, ਐਨਰਜੀ ਦੀਆਂ ਚੀਜ਼ਾਂ ਜਿਹੜੀਆਂ ਲੱਭ ਲਈਆਂ ਉਹਦੇ ਵਿੱਚੋਂ, ਉਹਦੇ ਨਾਲ ਸਾਰੇ ਸੇਬ ਦਾ ਗਿਆਨ ਨਹੀਂ ਬੰਦੇ ਕੋਲ ਆਇਆ। ਸੇਬ ਦੇ ਕੁਝ ਹਿੱਸਿਆਂ ਦਾ, ਕੁਝ ਤੱਤਾਂ ਦਾ ਗਿਆਨ ਉਹਦੇ ਕੋਲ ਆਇਆ ਅਤੇ ਬਾਕੀ ਚੀਜ਼ਾਂ ਦੀ ਅਣਦੇਖੀ ਕਰਤੀ, ਉਹ ਸੁੱਟ ਦਿੱਤੀਆਂ, ਉਹਨਾਂ ਦੀ ਲੋੜ ਨਹੀਂ। ਜਦੋਂ ਤੁਸੀਂ ਕੱਟ ਕੇ ਸਮਝੋਗੇ ਤਾਂ ਇੱਕ ਹਿੱਸੇ 'ਤੇ ਧਿਆਨ ਕੇਂਦਰਿਤ ਕਰੋਗੇ, ਬਾਕੀ ਨੂੰ ਛੱਡ ਲਓਗੇ। ਇਸ ਤਰ੍ਹਾਂ ਛੱਡ ਕੇ ਤੱਤ ਲੱਭ ਲਏ ਗਏ। ਔਰ ਤੱਤ ਲੱਭਦਿਆਂ ਹੋਇਆਂ ਜਿਹੜੀ ਅਪਰੋਚ ਸੀ ਉਹ ਕੀ ਸੀ, ਆਪਣੇ ਵੱਲੋਂ ਜੇ ਸਮਝਣਾ ਸ਼ੁਰੂ ਕਰੀਏ, ਸਾਡੀ ਪਰੰਪਰਾ ਵਿੱਚ ਹੈ ਵੀ ਨਾਮ ਅਤੇ ਰੂਪ। ਨਾਮ ਦੇ ਹੀ ਸਾਰੇ ਖੰਡ ਬ੍ਰਹਿਮੰਡ ਜਿਹੜੇ ਆ ਇਹ ਬਣੇ ਹੋਏ, ਨਾਮ ਤੋਂ ਬਣੇ ਹੋਏ, ਨਾਮ ਤੋਂ ਹੀ ਸ੍ਰਿਸ਼ਟੀ ਸਿਰਜਣਾ ਹੋਈ ਹੈ, ਨਾਮ ਤੋਂ ਰੂਪ ਬਣਦਾ। ਆਪਣੀ ਪਰੰਪਰਾ ਇਹ ਕਹਿੰਦੀ ਹੈ। ਨਾਮ ਅਤੇ ਰੂਪ ਨੂੰ ਉਹਨਾਂ ਦੀ ਭਾਸ਼ਾ ਵਿੱਚ ਕਹੀਏ ਤੇ ਹੈਗਾ ਇਸੈਂਸ ਅਤੇ ਸਬਸਟਾਂਸ। ਜਿਹੜਾ ਨਾਮ ਆ ਉਹ ਸਮਝ ਲਓ ਵੀ ਅਸੈਂਸ ਆ ਉਹਨਾਂ ਦੀ ਭਾਸ਼ਾ ਵਿੱਚ, ਅਤੇ ਜਿਹੜਾ ਸਬਸਟਾਂਸ ਆ ਉਹ ਰੂਪ ਆ, ਕਿਉਂਕਿ ਸਬਸਟਾਂਸ ਤੋਂ ਅੱਗੇ ਜਿਹੜੇ ਜੋੜ ਬਣਦੇ ਉਹ ਜੋੜ ਬਣ ਕੇ ਅੱਗੇ ਫਿਰ ਰੂਪ ਬਣਦਾ। ਵਿਗਿਆਨ ਸਿਰਫ ਰੂਪ ਦਾ ਅਧਿਐਨ ਕਰ ਸਕਦਾ। ਇੱਕ ਤਾਂ ਵੈਸੇ 94 ਅੰਸ਼ਾਂ ਦਾ ਅਧਿਐਨ ਕਰਦਾ, ਰੂਪ ਦਾ ਢਾਂਚਾ ਕਿਵੇਂ ਬਣਿਆ ਹੋਇਆ ਉਹਦਾ ਸੂਖਮਤਾ ਵਿੱਚ ਅਧਿਐਨ ਕਰ ਸਕਦਾ ਵੀ ਇਹਦੇ ਵਿੱਚ ਬਹੁਤ ਛੋਟੇ ਕਣ ਜਿਹੜੇ ਉਹ ਕਿਵੇਂ ਆਪਸ ਵਿੱਚ ਜੁੜ ਕੇ ਇਹਦੀ ਰਚਨਾ ਇਹ ਕਰ ਰਹੇ ਆ। ਉਹਦੇ ਵਿੱਚੋਂ ਅੱਗੇ ਫਿਰ ਅੱਜ ਦੇ ਵੇਲੇ ਜਿਹੜੀ ਜੈਨੇਟਿਕਸ ਆ ਜਾਂ ਹੋਰ ਜਿਹੜੀਆਂ ਸੂਖਮ ਵਿਗਿਆਨ ਆ, ਉਹ ਅੱਗੇ ਚੀਜ਼ਾਂ ਦੇ ਰੂਪ ਬਦਲ ਰਹੇ ਆ। ਮਰਜ਼ੀ ਦਾ ਫੁੱਲ ਦਾ ਰੰਗ ਹੋ ਜਾਏਗਾ, ਮਰਜ਼ੀ ਦਾ ਫਲ ਦਾ ਸਵਾਦ ਹੋ ਜਾਏਗਾ, ਮਰਜ਼ੀ ਦੀਆਂ ਸ਼ਕਲਾਂ, ਇਹ ਚੀਜ਼ਾਂ ਅੱਗੇ ਉਹ ਬਰੀਕੀ ਵਿੱਚੋਂ ਹੀ ਸਮਝ ਪੈਦਾ ਕੀਤੀ ਗਈ ਹੈ। ਪਰ ਇਹਦੀ ਲਿਮਿਟੇਸ਼ਨ ਇਹ ਆ ਵੀ ਇਹ ਸਿਰਫ ਉਹਦੇ ਰੂਪ ਤੱਕ ਆ, ਇਹਦੇ ਕੋਲ ਨਾਮ ਤੱਕ ਪਹੁੰਚ ਹੀ ਨਹੀਂ ਹੈ। ਜਿਹੜੀ ਉਹਦੀ ਅਧਿਐਨ ਵਿਧੀ ਆ ਉਹਦੇ ਵਿੱਚ ਅਸੈਂਸ ਨੂੰ ਛੱਡ ਲਿਆ ਜਾਂਦਾ ਔਰ ਕੇਵਲ ਉਹਦੀ ਫਾਰਮ ਦੇ ਉੱਤੇ ਗੱਲ ਕੀਤੀ ਜਾਂਦੀ ਹੈ। ਇਹ ਵੱਡਾ ਫਰਕ ਆ ਅਸੈਂਸ ਅਤੇ ਸਬਸਟਾਂਸ ਦਾ, ਜਿਹੜਾ ਫਰਕ ਸੀਗਾ। ਦੂਜਾ ਇਹ ਵੀ ਜਦੋਂ ਰੀਜ਼ਨ ਦੇ ਰਾਹੀਂ ਅਸੈਂਸ ਅਤੇ ਸਬਸਟਾਂਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਜਿਹੜੀ ਰੇਸ਼ੋ ਆ ਉਹੀ, ਕਿਉਂਕਿ ਰੀਜ਼ਨ ਆ ਤਾਂ ਰੇਸ਼ੋ ਤਾਂ ਹੁੰਦੀ ਫਾਰਮਸ ਦੇ ਵਿੱਚ ਆ। ਜਦੋਂ ਤੁਸੀਂ ਰੇਸ਼ੋ ਜਾਂ ਰੀਜ਼ਨ ਦੇ ਰਾਹੀਂ ਇਸ ਸ੍ਰਿਸ਼ਟੀ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਕੇਵਲ ਫਾਰਮਸ ਦਾ ਅਧਿਐਨ ਹੋਏ, ਕੇਵਲ ਰੂਪਾਂ ਦਾ ਅਧਿਐਨ ਹੋ ਸਕਦਾ। ਉਹਨਾਂ ਰੂਪਾਂ ਦੇ ਪਿੱਛੇ ਜਿਹੜੇ ਅਰੂਪ ਨੇਮ ਕੰਮ ਕਰ ਰਹੇ ਆ, ਅਰੂਪ ਦਾ ਅਧਿਐਨ ਨਹੀਂ ਹੋ ਸਕਦਾ।
ਸੋ ਇਹ ਇੱਕ ਵੱਡਾ ਫਰਕ ਸੀਗਾ ਵਿਗਿਆਨਕ ਪਹੁੰਚ ਦੇ ਵਿੱਚ। ਇਹਦੇ ਨਾਲ ਕੀ ਹੋ ਰਿਹਾ ਕਿ ਜਦੋਂ ਪਦਾਰਥ ਦੀ ਸਮਝ ਸੂਖਮ ਲੈਵਲ 'ਤੇ ਆ ਰਹੀ ਹੈ, ਪਦਾਰਥ ਦੇ ਵੱਖ-ਵੱਖ ਸੂਖਮ ਤੱਤ ਜਿਹਨਾਂ ਤੋਂ ਪਦਾਰਥ ਬਣ ਰਿਹਾ ਉਹਨਾਂ ਤੱਕ ਬੰਦੇ ਦੀ ਪਹੁੰਚ ਬਣ ਗਈ ਹੈ। ਬੰਦੇ ਨੇ ਬਹੁਤ ਖੁਰਦਬੀਨ ਲਾ ਲਈ, ਉਹਦੇ 'ਤੇ ਬਹੁਤ ਸੂਖਮ ਜਿਹੜੇ ਉਹਦੇ ਰਚਨਾ ਦੇ ਨੇਮ ਉਹਦੇ ਵਿੱਚ ਉਤਰ ਰਿਹਾ ਵੀ ਕਿਵੇਂ ਬਣਿਆ ਪਦਾਰਥ। ਸਬ ਅਟੋਮਿਕ ਵਰਲਡ ਉਹਨੇ ਜਗਾ ਲਿਆ, ਉਹਦੇ ਵਿੱਚ ਵੇਵ ਪਾਰਟੀਕਲ ਥਿਊਰੀ ਵੀ ਲੱਭ ਲਈ। ਉਹਦੇ ਨਾਲ ਕੀ ਹੋ ਰਿਹਾ ਹੈ ਕਿ ਪਹਿਲਾਂ ਇੱਕੋ ਹੀ ਸਿਧਾਂਤ ਸੀਗਾ ਵੀ ਨਾਮ 'ਤੇ ਸਾਰੇ ਖੰਡ ਬ੍ਰਹਿਮੰਡ ਧਾਰੇ ਹੋਏ ਆ, ਉਹਨੂੰ ਅਸੀਂ ਛੱਡ ਲਿਆ। ਹੁਣ ਸਿਧਾਂਤਾਂ ਦੀ ਬਹੁਲਤਾ ਆ, ਇੱਕ ਹੀ ਪਦਾਰਥ ਦੇ ਅੰਦਰ ਜਿਹੜੀਆਂ ਰਚਨਾਵਾਂ ਆ ਉਹਦੇ ਬਾਰੇ ਬਹੁਤ ਸਾਰੇ ਸਿਧਾਂਤ ਆ, ਕਿਉਂਕਿ ਹਰ ਕੋਈ ਬੰਦਾ ਵੱਖਰੇ ਐਸਪੈਕਟ ਤੋਂ ਉਸੇ ਪਦਾਰਥ ਦੀ ਖੋਜ ਕਰ ਰਿਹਾ। ਸਿਧਾਂਤਾਂ ਦੀ ਬਹੁਲਤਾ ਹੋਰ ਬਹੁਲਤਾ ਵਿੱਚ ਤਬਦੀਲ ਹੋ ਰਹੀ ਹੈ, ਮਲਟੀਪਲੀਕੇਸ਼ਨ ਹੋ ਰਹੀ ਆ। ਹਰ ਕੋਈ ਚੀਜ਼ ਜ਼ਿਆਦਾ ਬੰਦੇ ਉਹਨੂੰ ਅਧਿਐਨ ਕਰਦੇ ਆ, ਜ਼ਿਆਦਾ ਪੱਖ ਉਹਦੇ ਜਗਾ ਦਿੰਦੇ ਆ, ਔਰ ਲਗਾਤਾਰ ਸਿਧਾਂਤਾਂ ਦੀ ਗਿਣਤੀ ਵੱਧ ਰਹੀ ਹੈ। ਪਰ ਇਹ ਬਹੁਲਤਾ ਕਿਸੇ ਇੱਕ ਕੇਂਦਰ ਵੱਲ ਨੂੰ ਨਹੀਂ ਮੁੜ ਰਹੀ। ਉਸ ਕਰਕੇ ਇੱਕ ਸਮਝ ਦੇ ਉੱਤੇ ਚੱਲਣ ਵਾਲੇ ਬੰਦੇ ਦੂਸਰੀ ਸਮਝ 'ਤੇ ਚੱਲਣ ਵਾਲੇ ਬੰਦਿਆਂ ਦੇ ਨਾਲ ਜੁੜ ਨਹੀਂ ਰਹੇ। ਸਾਇੰਸ ਦੇ ਵਿੱਚ ਵੀ ਕਿੰਨੀ ਪਾਰਟੀਬਾਜ਼ੀ ਆ, ਸਾਇੰਸ ਦੇ ਵਿੱਚ ਕੀ ਕੁਛ ਹੁੰਦਾ ਆ, ਜਿਹੜੇ ਉਹ ਉੱਥੇ ਧੜੇ ਬਣੇ ਹੋਏ ਆ। ਜੇ ਕੋਈ ਬਹੁਤ ਵੱਡੇ ਸਕੋਲਰ ਵੀ ਨਹੀਂ, ਸਧਾਰਨ ਹੀ ਬੰਦੇ ਆ, ਪਰ ਫਿਰ ਵੀ ਉਹ ਦੂਸਰੇ ਬੰਦੇ ਦੀ ਗੱਲ ਨੂੰ ਐਸਟੈਬਲਿਸ਼ ਨਹੀਂ ਹੋਣ ਦਿੰਦੇ, ਕਿਉਂਕਿ ਉਹ ਬਹੁਲਤਾ ਕਿਸੇ ਇੱਕ ਕੇਂਦਰ ਵੱਲ ਨੂੰ ਨਹੀਂ ਮੁੜਦੀ। ਉਹਦੇ ਵਿੱਚ ਆਪਣਾਪਨ ਨਹੀਂ ਜਾਗਦਾ ਵੀ ਜਿਹੜੀ ਇਹ ਗੱਲ ਕਰ ਰਹੇ ਆ ਇੱਕ ਕੇਂਦਰ 'ਤੇ ਜਾ ਕੇ ਇਹਨੇ ਸਾਡੇ ਵਾਲੀ ਗੱਲ ਵਿੱਚ ਸ਼ਾਮਲ ਹੋ ਜਾਣਾ, ਜਾਂ ਸਾਡੇ ਵਾਲੀ ਗੱਲ ਨੇ ਇਹਦੇ ਵਿੱਚ ਸ਼ਾਮਲ ਹੋ ਜਾਣਾ। ਉਹਦਾ ਮੂੰਹ ਬਾਹਰ ਵੱਲ ਨੂੰ ਆ ਅਤੇ ਉਹ ਲਗਾਤਾਰ ਫੈਲਦੀ ਜਾ ਰਹੀ ਆ। ਸਮਝ ਬਰੀਕੀ ਵਿੱਚ ਆ ਰਹੀ ਆ, ਸਿਧਾਂਤਾਂ ਦੀ ਗਿਣਤੀ ਵੱਧ ਰਹੀ ਆ, ਪਰ ਇੱਕ ਸਿਧਾਂਤ ਵੱਲ ਨਹੀਂ ਮੁੜਿਆ ਜਾ ਰਿਹਾ। ਜਿਵੇਂ ਆਪਾਂ ਕਹਿ ਲਈਏ ਵੀ ਜਿਹੜੀ ਇੱਕ ਸੇਬ ਦੇ ਵੱਖ-ਵੱਖ ਪੱਖਾਂ ਨੂੰ ਸਮਝ ਲਿਆ ਗਿਆ, ਜਿਹੜੇ ਪੱਖਾਂ ਨੂੰ ਸਮਝ ਲਿਆ ਗਿਆ, ਜੇ ਉਹ ਜਿੰਨੀ ਮਾਤਰਾ ਵਿੱਚ ਉਹਨਾਂ ਨੇ ਦੱਸਿਆ ਉਨੀ ਮਾਤਰਾ ਵਿੱਚ ਇਕੱਠੇ ਕਰ ਦਿੱਤੇ ਜਾਣ ਤਾਂ ਦੁਬਾਰਾ ਸੇਬ ਦੀ ਸਿਰਜਣਾ ਨਹੀਂ ਹੋ ਸਕਦੀ। ਉਹ ਸਿਧਾਂਤ ਇਕੱਠੇ ਹੋ ਕੇ ਦੁਬਾਰਾ ਸੇਬ ਬਣਾ ਨਹੀਂ ਸਕਦੇ, ਸਿਰਫ ਉਹਨੂੰ ਤੋੜ ਕੇ ਵਧਾ ਹੀ ਸਕਦੇ ਆ। ਇਸੇ ਤਰ੍ਹਾਂ ਸੁਸਾਇਟੀ ਦੀ ਸਮਝ ਹੈ, ਇਸੇ ਤਰ੍ਹਾਂ ਹੀ ਧਰਮ ਦੀ ਸਮਝ ਹੈ। ਧਰਮ ਦੇ ਉੱਤੇ ਵੀ ਜਦੋਂ ਵਿਗਿਆਨਕ ਦ੍ਰਿਸ਼ਟੀ ਲੱਗਦੀ ਹੈ ਤਾਂ ਇਹਦੇ ਵੀ ਹਿੱਸਿਆਂ ਵਿੱਚ ਸਮਝ ਹੁੰਦੀ ਆ। ਕੁਝ ਬੰਦੇ ਅਰਥਾਂ ਵਾਲੇ ਪਾਸੇ ਦੌੜ ਜਾਂਦੇ ਆ, ਕੁਝ ਬੰਦੇ ਪਰੰਪਰਾ ਨੂੰ ਸਮਝਣ ਵਾਲੇ ਪਾਸੇ ਦੌੜ ਜਾਂਦੇ ਆ, ਕੁਝ ਬੰਦੇ ਵੱਖ-ਵੱਖ ਰੂਪਾਂ ਦੁਆਲੇ, ਰੀਤਾਂ ਦੁਆਲੇ, ਕਈ ਚੀਜ਼ਾਂ ਦੁਆਲੇ ਘੁੰਮਣ ਲੱਗ ਪੈਂਦੇ ਆ, ਔਰ ਫਿਰ ਉਹ ਸਾਰੀਆਂ ਵਿਆਖਿਆਵਾਂ ਇੱਕ ਧੁਰੇ 'ਤੇ ਇਕੱਠੀਆਂ ਵੀ ਨਹੀਂ ਹੋ ਪਾਉਂਦੀਆਂ ਕਦੀ। ਇਹਦੇ ਕਰਕੇ ਵੀ ਪੰਥ ਦੇ ਵਿੱਚ ਬਖੇੜੇ ਵੱਜ ਜਾਂਦੇ ਆ, ਮਰਿਆਦਾ ਅਤੇ ਰੌਲੇ ਹੋਰ ਕਿੰਨੇ, ਇਹ ਸਾਰਾ ਇਹਦੇ 'ਚੋਂ ਨਿਕਲਦਾ, ਕਿਉਂਕਿ ਇੱਕ ਸਿਧਾਂਤ ਦੀ ਗੈਰ ਹਾਜ਼ਰੀ ਹੈ, ਕੋਈ ਕੇਂਦਰੀ ਪ੍ਰਿੰਸੀਪਲ ਨਹੀਂ ਹੈ, ਜਿਹਦਾ ਕਰਕੇ ਇਹ ਬਹੁਲਤਾ ਜਿਹੜੀ ਆ ਉਹ ਇੱਕ ਪਾਸੇ ਵੱਲ ਨੂੰ ਨਹੀਂ ਆਉਂਦੀ। ਪਰ ਇਹਦੇ ਨਾਲ ਇੱਕ ਫਾਇਦਾ ਹੁੰਦਾ ਹੈ ਵਿਗਿਆਨ ਦੇ ਜਗਤ ਵਿੱਚ ਕਿ ਬੰਦਾ ਸਪੈਸ਼ਲਿਸਟ ਹੋ ਜਾਂਦਾ। ਜਿਸ ਦਿਸ਼ਾ ਵਿੱਚ ਉਹ ਜਾ ਰਿਹਾ ਆ ਉਸ ਦਿਸ਼ਾ ਵਿੱਚ ਉਹ ਸਪੈਸ਼ਲਿਸਟ ਹੋ ਜਾਂਦਾ ਆ, ਉਹਦੀ ਵਿਸ਼ੇਸ਼ਗਤਾ ਹੋ ਜਾਂਦੀ ਹੈ, ਉਹਨੂੰ ਸਮਝ ਲੱਗ ਜਾਂਦੀ ਹੈ, ਉਸ ਹਿੱਸੇ ਦੀ ਉਹਨੂੰ ਕਾਫੀ ਬਰੀਕੀ ਨਾਲ ਸਮਝ ਲੱਗ ਜਾਂਦੀ ਹੈ। ਜਿਵੇਂ ਸਾਡੇ ਤੁਸੀਂ ਡਾਕਟਰਾਂ ਦੀ ਲਾਈਨ ਵਿੱਚ ਲਾ ਲਓ, ਬਾਕੀ ਫਿਜ਼ਿਕਸ ਕੈਮਿਸਟਰੀ ਛੱਡ ਲਈਏ ਆਪਾਂ ਕਹਿੰਦੇ ਵੀ ਇਹ ਅੱਖਾਂ ਦਾ ਡਾਕਟਰ ਆ, ਇਹ ਦੰਦਾਂ ਦਾ ਡਾਕਟਰ ਆ, ਇਹ ਗੁਰਦਿਆਂ ਦਾ ਡਾਕਟਰ ਆ। ਉਹ ਇਸ ਕਰਕੇ ਕਿਉਂਕਿ ਉਹਨਾਂ ਨੇ ਇੱਕ ਅੰਗ ਦੇ ਉੱਤੇ ਆਪਣੀ ਵਿਸ਼ੇਸ਼ਗਤਾ ਪ੍ਰਾਪਤ ਕੀਤੀ ਹੈ, ਉਹ ਵਿਸ਼ੇਸ਼ ਗਿਆਨ ਉਹਨਾਂ ਨੇ ਉਸ ਅੰਗ ਦਾ ਹਾਸਲ ਕੀਤਾ ਹੈ। ਪਰ ਕਿਉਂਕਿ ਪਿੱਛੇ ਵੰਡ ਦਾ ਇੰਨਾ ਜ਼ੋਰ ਵੱਜ ਚੁੱਕਾ ਆ ਕਿ ਉਹ ਸਾਰੀ ਵਿਸ਼ੇਸ਼ਤਾ ਕਿਸੇ ਇੱਕ ਕੇਂਦਰ 'ਤੇ ਇਕੱਠੀ ਨਹੀਂ ਹੋਣੀ, ਅੱਗੋਂ ਫਿਰ ਸਪੈਸ਼ਲਾਈਜੇਸ਼ਨ ਦੀਆਂ ਪ੍ਰੋਬਲਮ ਸ਼ੁਰੂ ਹੁੰਦੀਆਂ। ਉਹ ਕੀ ਹੈ? ਕਿਉਂਕਿ ਜਿਹੜੀ ਸਪੈਸ਼ਲਾਈਜੇਸ਼ਨ ਆ ਇਹ ਇੱਕ ਹਿੱਸੇ ਦਾ ਗਿਆਨ ਆ, ਇਸ ਕਰਕੇ ਇਹ ਸਮੁੱਚਤਾ ਦੇ ਵਿੱਚ ਕਾਇਨਾਤ ਨੂੰ ਸਮਝਣ ਦੇ ਵਿੱਚ ਅਸਮਰੱਥ ਆ। ਇਹਦੀ ਸਮਰੱਥਾ ਨਹੀਂ ਹੈ ਕਿ ਇੱਕ ਕਣ ਨੂੰ ਪੂਰੀ ਕਾਇਨਾਤ ਨਾਲ ਜੋੜ ਕੇ ਸਮਝ ਲਵੇ, ਐਂਟਾਇਰਿਟੀ ਦੇ ਕੋਲ ਨਹੀਂ ਹੈ। ਇਹ ਹਿੱਸਿਆਂ ਦਾ ਗਿਆਨ ਹੈ ਸਪੈਸ਼ਲਾਈਜੇਸ਼ਨ ਜਿਹੜੀ। ਇਸੇ ਕਰਕੇ ਤੁਸੀਂ ਦੇਖੋ ਜਿਹੜੇ ਸਾਈਡ ਇਫੈਕਟਸ ਆ ਐਲੋਪੈਥੀ ਦੇ ਵਿੱਚ, ਜਿਹੜਾ ਗੁਰਦਿਆਂ ਦਾ ਡਾਕਟਰ ਆ ਉਹ ਆਪਣੇ ਜਿਹੜੇ ਉਹਨੇ ਗੁਰਦੇ ਦੇ ਇਲਾਜ ਕਰ ਰਿਹਾ, ਉਸ ਗੁਰਦੇ ਨੂੰ ਬਚਾਉਣ ਲਈ ਉਹ ਇੰਨਾ ਕੁਛ ਬੰਦੇ ਨੂੰ ਖਵਾ ਦਿੰਦੇ ਆ। ਕਿਸੇ ਦਾ ਪੈਂਕਰੀਆ ਬਸਟ ਕਰ ਜਾਂਦਾ ਆ, ਕਿਸੇ ਦਾ ਲੀਵਰ ਫੇਲ ਹੋ ਜਾਂਦਾ ਆ, ਕਿਸੇ ਦੀ ਕੋਈ ਹੋਰ ਬਿਮਾਰੀ ਵੱਧ ਜਾਂਦੀ ਆ। ਸਾਈਡ ਇਫੈਕਟਸ ਜਿਹੜੇ ਆ ਜਦੋਂ ਸਪੈਸ਼ਲਾਈਜੇਸ਼ਨ ਆਏਗੀ, ਕਿਉਂਕਿ ਐਂਟਾਇਰ ਨੌਲੇਜ ਨਹੀਂ ਆ ਉਹਦੇ ਕੋਲ ਬਾਡੀ ਦੀ, ਉਹਦੇ ਕੋਲ ਆਪਣੇ ਅੰਗ ਦਾ ਤਾਂ ਗਿਆਨ ਹੈਗਾ, ਬਾਕੀ ਅੰਗਾਂ ਦੇ ਉੱਤੇ ਉਹਦੀ ਦਵਾਈ ਦਾ ਕੀ ਅਸਰ ਹੋ ਰਿਹਾ। ਲਾਲਚ ਵੀ ਹੁੰਦਾ ਹੈ, ਕੰਪਨੀਆਂ ਦਿੰਦੀਆਂ ਜੇ, ਉਹ ਵੱਖਰਾ ਮਸਲਾ ਆ, ਪਰ ਉਹਦੀ ਸਮਝ ਵਿੱਚ ਜਿਹੜਾ ਨੁਕਸ ਆ, ਜੇ ਆਪਾਂ ਲਾਲਚ 'ਤੇ ਆ ਜਾਈਏ ਨਾ ਫਿਰ ਅਸਲ ਗੱਲ ਪਾਸੇ ਰਹਿ ਜਾਂਦੀ ਆ ਵੀ ਇਹ ਬੰਦਾ ਲਾਲਚੀ ਹੈ, ਕੰਪਨੀ ਵਾਲੇ ਨੂੰ ਕਿਤੇ ਦਵਾਈ ਖਵਾਈ ਜਾ। ਇਹ ਨਹੀਂ ਗੱਲ ਹੈਗੀ, ਉਹਦੀ ਸਮਝ 'ਚ ਨੁਕਸ ਆ, ਉਹਨੂੰ ਪਤਾ ਹੀ ਨਹੀਂ ਵੀ ਮੇਰੀ ਦਵਾਈ ਦਾ ਹੋਰ ਅੰਗਾਂ 'ਤੇ ਕੀ ਅਸਰ ਹੈ। ਉਹਦੀ ਸਮਝ ਵਿੱਚ ਪਿੱਛੇ ਹੋਰ ਪਿੱਛੇ ਬਰੀਕੀ ਵਿੱਚ ਜਿਹੜੇ
ਜਿਹੜੇ ਫਾਰਮਾਕੋਲੋਜੀ ਵਾਲੇ ਬੰਦੇ ਆ ਉਹਨਾਂ ਦੀ ਸਮਝ ਵਿੱਚ ਵੀ ਨੁਕਸ ਆ। ਉਹ ਨੁਕਸ ਪਿੱਛੋਂ ਪਿਆ ਹੋਇਆ ਕਿਉਂਕਿ ਇੱਕ ਕੇਂਦਰੀ ਸਿਧਾਂਤ ਨਹੀਂ ਆ। ਬਾਈਫਰਕੇਸ਼ਨ ਇੰਨੀ ਜ਼ਿਆਦਾ ਆ, ਡਾਇਸੈਕਸ਼ਨ ਇੰਨੀ ਜ਼ਿਆਦਾ ਆ ਵੀ ਉਹ ਸਾਰੀ ਵੰਡ ਇੱਕ ਕੇਂਦਰ ਵੱਲ ਨੂੰ ਮੁੜਦੀ ਨਹੀਂ। ਇਸ ਕਰਕੇ ਕੁਦਰਤ ਦਾ ਜਿਹੜਾ ਮੁਜੱਸਮ ਰੂਪ ਆ, ਜਿਹੜਾ ਸਮੁੱਚਾ ਰੂਪ ਆ, ਉਹ ਵਿਗਿਆਨ ਵਿੱਚੋਂ ਗੈਰ ਹਾਜ਼ਰ ਹੋ ਗਿਆ। ਉਹ ਸਪੈਸ਼ਲਾਈਜੇਸ਼ਨ ਹੋਈ ਅਤੇ ਸਪੈਸ਼ਲਿਸਟਾਂ ਨੇ ਅੱਗੋਂ ਫਿਰ ਸੁਸਾਇਟੀ ਦਾ ਜਦੋਂ ਸੋਸ਼ਲ ਇੰਟਰਪ੍ਰੀਟੇਸ਼ਨ 'ਤੇ ਆਏ ਫਿਰ ਉਹਨਾਂ ਨੇ ਹੋਰ ਨੁਕਸਾਨ ਕੀਤਾ। ਇਹ ਤਾਂ ਮੈਂ ਤੁਹਾਨੂੰ ਦਵਾਈ ਦੇ ਵਿੱਚ ਦਿਖਾ ਰਿਹਾ ਨਾ। ਜੇ ਆਪਾਂ ਇਹਨੂੰ ਵਿਆਖਿਆ 'ਤੇ ਲਾਈਏ ਫਿਰ ਹੋਰ ਗੱਲ ਕਲੀਅਰ ਹੋ ਜਾਂਦੀ ਹੈ ਵੀ ਜਿਹੜੇ ਵਿਆਕਰਨ 'ਤੇ ਜ਼ੋਰ ਦਿੰਦੇ ਆ ਉਹ ਕਹਿੰਦੇ ਵੀ ਵਿਆਕਰਨਕ ਨਿਯਮ ਨੇ, ਉਥਾਨਕਾਂ ਨੂੰ ਛੱਡ ਲਓ। ਜਿਹੜੇ ਗੁਰਬਾਣੀ ਦੇ ਉੱਤੇ ਜ਼ੋਰ ਦਿੰਦੇ ਨੇ, ਪਰੰਪਰਾ ਨੂੰ ਛੱਡਦੇ ਨੇ। ਇਹ ਸਾਰੀਆਂ ਜਿਹੜੀਆਂ ਇਹ ਸਾਡੇ ਵਿੱਚ ਪੈ ਰਹੀਆਂ ਵੰਡੀਆਂ ਨੇ, ਉਹਦਾ ਕਾਰਨ ਇਹ ਆ ਵੀ ਸਮੁੱਚਤਾ ਵਿੱਚ ਨਹੀਂ ਸਮਝਿਆ ਜਾ ਰਿਹਾ। ਸਾਰਾ ਪੰਥ ਸਮੁੱਚਾ ਪੰਥ ਆ, ਇਹਦੇ ਵਿੱਚ ਹੀ ਸਾਰਾ ਕੁਝ ਹੈ। ਵਿੱਚੇ ਨਿਹੰਗ ਆ, ਵਿੱਚੇ ਹੀ ਨਿਰਮਲੇ ਆ, ਵਿੱਚੇ ਉਦਾਸੀ ਆ, ਵਿੱਚੇ ਗ੍ਰਸਤੀ ਆ, ਵਿੱਚੇ ਸਧਾਰਨ ਬੰਦੇ ਆ, ਸਾਰਾ ਕੁਝ ਹੀ ਪੰਥ ਆ। ਪਰ ਇੱਕ 'ਤੇ ਜ਼ੋਰ ਦੇਣਾ ਇਹ ਇੱਕ ਨੁਕਸ ਸਾਡੇ ਕੋਲ ਵਿਗਿਆਨ ਕੋਲ ਆਇਆ। ਹੁਣ ਜਦੋਂ ਅੰਗਰੇਜ਼ ਇੱਥੇ ਆ ਗਏ, ਉਹਨਾਂ ਨੇ ਇੱਥੇ ਆ ਕੇ ਸਾਨੂੰ ਕਈ ਪੀੜ੍ਹੀਆਂ ਤੋਂ ਪੜ੍ਹਾਇਆ। ਪਹਿਲਾਂ ਆਪਣੇ ਬੰਦੇ ਉਹਨਾਂ ਨੇ ਉੱਥੇ ਪੈਦਾ ਕੀਤੇ ਕਲਕੱਤੇ, ਜਿਹੜੇ ਬੰਦਿਆਂ ਨੇ ਇੱਥੇ ਐਡਮਿਨਿਸਟ੍ਰੇਸ਼ਨ ਚਲਾਉਣਾ ਸੀਗਾ। ਜਿਹੜੇ DC ਸੀ ਉਹਨਾਂ ਨੂੰ ਪੰਜਾਬੀ ਜ਼ਬਾਨ ਪੜ੍ਹਾਈ ਗਈ, ਫਾਰਸੀ ਜ਼ਬਾਨ ਪੜ੍ਹਾਈ ਗਈ, ਹਿੰਦੀ ਜ਼ਬਾਨ ਪੜ੍ਹਾਈ ਗਈ। ਫਿਰ ਉਹਨਾਂ ਨੂੰ ਇੱਥੇ ਲਾਇਆ ਗਿਆ। ਫਿਰ ਉੱਥੇ ਸਾਡੇ ਬੰਦਿਆਂ ਨੂੰ ਟ੍ਰੇਨਿੰਗ ਦਿੱਤੀ ਗਈ। ਸਾਡੇ ਬੰਦੇ ICS ਕਰਕੇ ਉੱਥੋਂ ਪੜ੍ਹ ਕੇ ਇੰਗਲੈਂਡ ਤੋਂ ਇੱਥੇ ਆ ਕੇ ਹੋਰ ਟ੍ਰੇਨਿੰਗ ਲੈ ਕੇ ਫਿਰ ਉਹ ਇੱਥੇ ਐਡਮਿਨਿਸਟ੍ਰੇਸ਼ਨ ਕਰਦੇ ਸੀ। ਫਿਰ ਇੱਥੇ ਸਕੂਲ ਕਾਲਜ ਖੁੱਲ੍ਹ ਗਏ, ਉਹਨਾਂ ਦਾ ਬਾਕੀ ਹਿੰਦੁਸਤਾਨ ਵੱਲ ਨੂੰ ਮੂੰਹ ਹੋ ਗਿਆ। ਫਿਰ ਸਾਡਾ 1849 ਵਿੱਚ ਅਸੀਂ ਉਹਨਾਂ ਦੇ ਅਧੀਨ ਹੋ ਗਏ। ਇੱਥੇ ਵੀ ਸਕੂਲ ਕਾਲਜ ਖੁੱਲ੍ਹ ਗਏ। ਲੁਧਿਆਣੇ ਤੱਕ ਤੇ ਉਹ ਕਾਫੀ ਪਹਿਲਾਂ ਆ ਚੁੱਕੇ ਸਨ। ਇੱਥੇ ਆ ਕੇ ਫਿਰ ਉਹਨਾਂ ਨੇ ਸਾਨੂੰ ਐਜੂਕੇਟ ਕੀਤਾ, ਸਾਡੀ ਪਰਸਨੈਲਿਟੀ ਨੂੰ ਬਦਲਿਆ। ਸਾਡੀ ਪਰਸਨੈਲਿਟੀ ਬਦਲ ਗਈ। ਉਹਦੇ ਨਾਲ ਇੱਕ ਨਵੀਂ ਸ਼ਖਸੀਅਤ ਸਿਰਜੀ ਗਈ। ਜਿਹੜੀ ਨਵੀਂ ਸ਼ਖਸੀਅਤ ਆ ਉਹ ਆਪਣੀ ਹੀ ਸਿੱਖੀ ਨੂੰ, ਜਿਹੜੀ ਪਰੰਪਰਾਗਤ ਸਦੀਆਂ ਤੋਂ ਤੁਰੀ ਆਉਂਦੀ ਹੈ, ਉਹਨੂੰ ਨਵੇਂ ਤਰੀਕੇ ਨਾਲ ਸਮਝਦੀ ਹੈ। ਅਤੇ ਆਪਾਂ ਕਹਿਣ ਲਈ ਉਹਨਾਂ ਨੂੰ ਨਵੇਂ ਸਿੱਖ ਕਹਿ ਰਹੇ ਹਾਂ। ਇਹ ਕਿਸਮ ਦੇ ਨਵੇਂ ਸਿੱਖ ਸੀ। ਅਸੀਂ ਸਾਰੇ ਨਵੇਂ ਸਿੱਖ ਹੀ ਹਾਂ। ਅਸੀਂ ਉਸ ਤਰ੍ਹਾਂ ਦੇ ਨਹੀਂ ਜਿਵੇਂ ਦੇ ਪੁਰਾਣੇ ਪਰੰਪਰਾਗਤ ਸਿੱਖ ਹੁੰਦੇ, ਜਿਵੇਂ ਗੁਰੂ ਦੇ ਵੇਲੇ ਜਿਹੋ ਜਿਹੇ ਸਿੱਖ ਹੁੰਦੇ ਸੀ। ਸਾਡਾ ਯਕੀਨ ਨਹੀਂ ਉਹੋ ਜਿਹਾ, ਸਾਡਾ ਜੀਵਨ ਨਹੀਂ ਉਹੋ ਜਿਹਾ। ਤਾਂ ਆਪਾਂ ਝਾਤੀ ਮਾਰ ਕੇ ਦੇਖ ਸਕਦੇ ਹਾਂ, ਕੋਈ ਦਾਅਵਾ ਨਹੀਂ। ਇਹਨੂੰ ਨਵਾਂ ਆਧੁਨਿਕ ਵਿਸ਼ਵ ਕਿਹਾ ਜਾਂਦਾ ਜਿਹਦੇ 'ਚ ਅਸੀਂ ਜੀ ਰਹੇ ਹਾਂ। ਇਹਦੇ ਵਿੱਚ ਇਹਦੀ ਸੰਸਥਾਗਤ ਰੂਪ ਵਿੱਚ ਸਥਾਪਿਤ ਕੀਤੀ ਆ। ਇਹ ਨਹੀਂ ਵੀ ਕਹਿ ਤਾ ਵੀ ਨਵਾਂ ਵਰਲਡ ਆ ਗਿਆ ਅਤੇ ਸਾਰੇ ਨਵੇਂ ਹੋ ਜਾਓ, ਇਸ ਤਰ੍ਹਾਂ ਨਹੀਂ। ਇਹਨੂੰ ਇੰਸਟੀਟਿਊਸ਼ਨਲਾਈਜ਼ ਕੀਤਾ ਗਿਆ। ਇਹ ਗੱਲ ਲੋਕਾਂ ਨੂੰ ਸਿਖਾਉਣ ਵਾਸਤੇ ਥੱਲੇ ਵਾਲੇ ਲੈਵਲ ਤੱਕ ਸਿਲੇਬਸ ਕਿੱਦਾਂ ਹੋਏਗਾ, ਉਸ ਸਿਲੇਬਸ ਦੇ ਰਾਹੀਂ ਬੱਚੇ ਦੀ ਮਾਨਸਿਕਤਾ ਨੂੰ ਪਕੜ ਕੇ ਉਹਨੂੰ ਛੋਟੇ ਹੁੰਦਿਆਂ ਤੋਂ ਬਦਲਣਾ ਸ਼ੁਰੂ ਕੀਤਾ ਗਿਆ। ਔਰ ਇਸ ਸੰਸਾਰ ਦੀ ਸਮਝ ਉਹਨੂੰ ਉਹਨਾਂ ਕਿਤਾਬਾਂ ਦੇ ਰਾਹੀਂ, ਉਹਨਾਂ ਅਧਿਆਪਕਾਂ ਦੇ ਰਾਹੀਂ, ਹੁਣ ਕਿੰਨੀਆਂ ਪੀੜ੍ਹੀਆਂ ਹੋ ਗਈਆਂ ਉਸ ਪ੍ਰੋਸੈਸ ਵਿੱਚ ਸਾਨੂੰ ਪੜ੍ਹਦਿਆਂ ਨੂੰ, ਅਸੀਂ ਬਿਲਕੁਲ ਬਦਲੇ ਹੋਏ ਲੋਕ ਹਾਂ। ਫਿਰ ਅੱਗੇ ਸਕੂਲ ਕਾਲਜ ਪ੍ਰਬੰਧ ਸਾਰਾ ਹੋ ਗਿਆ। ਲੰਮੇ ਅਭਿਆਸ ਨਾਲ ਸਾਡੀ ਸ਼ਖਸੀਅਤ ਪੱਕੇ ਤੌਰ 'ਤੇ ਬਦਲ ਗਈ। ਇਹਦੇ ਵਿੱਚੋਂ ਲਾਸਟ ਲਾਈਨ ਹੈ ਜਿਹੜੀ, ਇਹ ਥੋੜ੍ਹਾ ਜਿਹਾ ਫੋਕਸ ਠੀਕ ਕਰ ਦਿਓ। ਸਿੰਘ ਸਭਾ, ਖੱਬੇ ਪੱਖੀ ਵਿਦਵਾਨ, ਤਰਕਸ਼ੀਲ ਅਤੇ ਮਿਸ਼ਨਰੀ, ਇਹ 3-4 ਕਿਸਮ ਦੀ ਕੈਟੇਗਰੀ ਆ। ਜ਼ਿਆਦਾ ਬਰੀਕੀ ਵਿੱਚ ਹੋਰ ਵੀ ਹੋ ਸਕਦੀ ਹੈ। ਇਸ ਤਰ੍ਹਾਂ ਗੁਰਬਾਣੀ ਦੀ ਸਮਝ ਇਹ 3-4 ਤਰ੍ਹਾਂ ਦੇ ਬੰਦੇ ਵੱਖ-ਵੱਖ ਤਰ੍ਹਾਂ ਨਾਲ ਕਰ ਰਹੇ ਆ। ਕਿਉਂਕਿ ਨਵੀਂ ਸ਼ਖਸੀਅਤ ਆ, ਇਸ ਕਰਕੇ ਇਹਨੇ ਨਵਾਂ ਸੰਸਾਰ ਸਿਰਜਿਆ ਆ ਅਤੇ ਗੁਰਬਾਣੀ ਦੀ ਨਵੀਂ ਵਿਆਖਿਆ ਕਰ ਰਹੇ ਆ। ਇਹਦੇ ਵਿੱਚੋਂ ਸਾਡੇ ਪੰਥ ਦੀ ਹੋਣ ਵਾਲੀ ਹਾਲਤ ਜਿਹੜੀ ਆ ਉਹ ਬਣ ਰਹੀ ਆ। ਹੁਣ ਇਹ ਨਵੀਂ ਸ਼ਖਸੀਅਤ ਆ, ਇਹ ਇੱਕ ਸੰਕਟ ਦਾ ਸ਼ਿਕਾਰ ਆ, ਜਿਹੜਾ ਅੱਜ ਵਾਲੇ ਲੈਕਚਰ ਦਾ ਕਹਿ ਲਓ ਵੀ ਆਪਾਂ ਕੇਂਦਰੀ ਥੀਮ ਆ, ਉਹ ਇਹ ਆ। ਹੁਣ ਸਾਡੇ ਬੱਚਿਆਂ ਨੂੰ, ਜਿਨ੍ਹਾਂ ਨੂੰ ਸਮਝ ਆ ਉਹਨਾਂ ਕੋਲ ਮੈਂ ਮਾਫੀ ਚਾਹੁੰਦਾ, ਕਿਉਂਕਿ ਮੇਰੇ ਸਾਹਮਣੇ ਉਹ ਲੋਕ ਆ ਜਿਨ੍ਹਾਂ ਦੇ ਲਈ ਇਹ ਸੰਕਟ ਵਾਕਈ ਸੰਕਟ ਹੀ ਹੈ। ਇੱਕ ਤਾਂ ਉਹਨਾਂ ਨੂੰ ਗੁਰਬਾਣੀ ਦਾ ਆਉਣਾ ਨਹੀਂ ਸਮਝ ਲੱਗਦਾ ਵੀ ਗੁਰਬਾਣੀ ਕਿਸੇ ਹੋਰ ਸੰਸਾਰ ਤੋਂ ਆਈ ਹੈ, ਧੁਰ ਕੀ ਬਾਣੀ ਆ। ਜੇ ਧੁਰ ਕੀ ਬਾਣੀ ਉਹਨਾਂ ਨੂੰ ਕਹੀਏ, ਉਹ ਕਿਤੇ ਧੁਰ ਕੀ ਹੁੰਦਾ। ਦੂਸਰਾ, ਉਹਨਾਂ ਨੂੰ ਆਪਣੀ ਪਰੰਪਰਾ ਦੀ ਨਹੀਂ ਸਮਝ ਲੱਗਦੀ, ਪਰੰਪਰਾ ਕੀ ਹੁੰਦੀ ਹੈ ਇਹਦੇ। ਅਤੇ ਤੀਸਰਾ, ਆਪਣੇ ਸਿੰਬਲਿਜ਼ਮ ਦੀ ਗਲਤ ਸਮਝ ਆ। ਇਹ 3 ਸੰਕਟ ਜਿਹੜੇ ਮੈਨੂੰ ਲੱਗਦਾ ਵੀ ਹੈਗੇ ਆ, ਜਿਹੜੇ ਬੱਚਿਆਂ ਵਿੱਚ ਵੀ ਹੈਗੇ ਆ, ਉਮਰ ਦੇ ਹਰ ਵਰਗ ਦੇ ਲੋਕਾਂ ਵਿੱਚ ਮੈਂ ਦੇਖੇ ਆ, ਹਰ ਤਰ੍ਹਾਂ ਦੇ ਕਹਿ ਲਓ ਵੀ ਐਕਸਪੈਰੀਮੈਂਟ ਕਰਕੇ ਦੇਖੇ, ਤਾਂ ਇਹ ਗੱਲ ਆਪਾਂ ਬਣਾਈ ਆ ਵੀ ਇਹ 3 ਚੀਜ਼ਾਂ ਦੀ ਸਮਝ ਸਾਡੀ ਕੌਮ ਵਿੱਚੋਂ ਕਾਫੀ ਵੱਡੇ ਹਿੱਸੇ ਨੂੰ ਠੀਕ ਤਰ੍ਹਾਂ ਨਹੀਂ ਲੱਗ ਰਹੀ। ਇਹ ਉਹਨਾਂ ਦੀ ਸ਼ਖਸੀਅਤ ਦਾ ਸੰਕਟ ਹੈ, ਜਿਹਦੇ ਪਿੱਛੇ ਉਹਨਾਂ ਦਾ ਅਭਿਆਸ ਹੈ, ਜਿਹੜਾ ਅਸੀਂ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸ਼ੁਰੂ ਕੀਤਾ। ਉਹ ਗੁਰਬਾਣੀ ਦੀ ਵਿਆਖਿਆ ਵੀ ਹੈ
ਪਰ ਇਕੱਲੀ ਗੁਰਬਾਣੀ ਦੀ ਵਿਆਖਿਆ ਨਾਲ ਇੰਨਾ ਕੁਛ ਨਹੀਂ ਬਦਲ ਸਕਦਾ ਜਿੰਨਾ ਸਕੂਲ ਕਾਲਜ ਐਜੂਕੇਸ਼ਨ ਨੇ ਬਦਲਿਆ। ਉਹ ਜਿਹੜਾ ਐਜੂਕੇਸ਼ਨ ਸਿਸਟਮ ਲੈ ਕੇ ਆਏ ਉਹਦੇ ਪਿੱਛੇ ਇੱਕ ਪੋਲਿਸੀ ਆ, ਉਸ ਪੋਲਿਸੀ ਦੇ ਪਿੱਛੇ ਵੱਡੇ ਵੱਡੇ ਉਹਨਾਂ ਦੇ ਐਡਮਿਨਿਸਟ੍ਰੇਟਰ ਜਿਹੜੇ ਆ ਉਹਨਾਂ ਦਾ ਦਿਮਾਗ ਕੰਮ ਕਰਦਾ ਆ, ਔਰ ਉਹਨਾਂ ਦੇ ਬਿਆਨ ਤੁਸੀਂ ਪੜ੍ਹ ਸਕਦੇ ਹੋ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਬਦਲਣ ਦੀ ਲੋੜ ਹੈ। ਖਾਸ ਤੌਰ 'ਤੇ ਸਿੱਖਾਂ ਦੇ ਉਹਨਾਂ ਦੀ ਬਹੁਤ ਬਰੀਕ ਸਟੱਡੀ ਹੈ। ਉਹਨਾਂ ਦਾ ਚਿੱਠੀ ਪੱਤਰ ਜਿਹੜਾ ਆ ਇੰਗਲੈਂਡ ਨਾਲ ਹੋ ਰਿਹਾ, ਇੱਥੋਂ ਦੇ ਜਿਹੜੇ ਐਡਮਿਨਿਸਟ੍ਰੇਟਰ ਆ, ਇੱਥੋਂ ਦੇ ਜਿਹੜੇ ਉਹਨਾਂ ਦੇ ਜਰਨੈਲ, ਉਹ ਜਿਹੜਾ ਜਰਨੈਲ ਲਾਉਂਦੇ ਸੀਗੇ ਉਸ ਜਰਨੈਲ ਨੂੰ ਕੇਵਲ ਤਨਖਾਹ ਨਹੀਂ ਸੀ ਦਿੰਦੇ, ਉਸ ਜਰਨੈਲ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਪੂਰਾ ਜ਼ੋਰ ਲਾਉਂਦੇ ਸੀ। ਉਹਨੂੰ ਹਰ ਤਰ੍ਹਾਂ ਦੀ ਅਕੈਡੈਮਿਕ ਸਪੋਰਟ ਮਿਲਦੀ ਸੀ। ਉਹਦੇ ਨਾਲ ਇੱਕ ਪੂਰਾ ਦਫ਼ਤਰ ਹੁੰਦਾ ਸੀ ਜਿਹਦੇ ਵਿੱਚ ਇੰਟਰਪ੍ਰੈਟਰਸ ਹੁੰਦੇ ਸੀਗੇ, ਜਿਹਦੇ ਵਿੱਚ ਬਾਕੀ ਉੱਥੋਂ ਦੇ ਰਿਲੀਜਨ ਦੀ, ਕਲਚਰ ਦੀ, ਉਹਨਾਂ ਦੀਆਂ ਪਰੰਪਰਾਵਾਂ ਦੀ ਸਮਝ ਦੇਣ ਵਾਲੇ ਬੰਦੇ ਹੁੰਦੇ ਸੀਗੇ ਜਿਹੜੇ ਉਹਨਾਂ ਦੇ ਐਡਮਿਨਿਸਟ੍ਰੇਟਰ ਨੂੰ ਸਪੋਰਟ ਕਰਦੇ ਸੀਗੇ। ਕੋਈ ਉਹ ਧੂਤੇ ਨਹੀਂ ਸੀਗੇ ਜਿਹੜੇ ਲਾ ਤੇ ਉਹਨਾਂ ਨੇ ਵੀ ਰਾਜ ਕਰ ਲਓ ਅਤੇ ਗੋਲੀਆਂ ਚਲਾ ਕੇ ਰਾਜ ਕਰ ਲਿਆ, ਇਸ ਤਰ੍ਹਾਂ ਦੀ ਗੱਲ ਨਹੀਂ। ਬਹੁਤ ਸੂਖਮ ਤੰਤਰ ਹੈ ਉਹਦਾ ਜਿਹੜਾ ਇਸਟੈਬਲਿਸ਼ ਕੀਤਾ। ਉਸ ਇਸਟੈਬਲਿਸ਼ਮੈਂਟ ਦੇ ਰਾਹੀਂ ਉਹਨਾਂ ਨੇ ਸਾਨੂੰ ਇਹ ਸੰਸਥਾਵਾਂ ਦਿੱਤੀਆਂ ਜਿਨ੍ਹਾਂ ਨੇ ਸਾਨੂੰ ਬਦਲਿਆ, ਔਰ ਅਸੀਂ ਉਹਨਾਂ ਵਾਂਗ ਸੋਚਣ ਲੱਗ ਪਏ, ਜਿਹਦੇ ਬਾਰੇ ਆਪਾਂ ਪਿਛਲੇ ਸੈਮੀਨਾਰਾਂ ਵਿੱਚ ਡਿਸਕਸ਼ਨ ਕਰ ਚੁੱਕੇ ਹਾਂ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਸਿਰਫ ਸ਼ਕਲ ਜਿਹੜੀ ਆ ਉਹੀ ਪਰੰਪਰਾਗਤ ਰਹਿ ਜਾਏਗੀ, ਇਹਨਾਂ ਦਾ ਸੋਚਣ ਦਾ ਢੰਗ ਜਿਹੜਾ ਅੰਗਰੇਜ਼ ਹੋ ਜਾਏਗਾ। ਥੋੜ੍ਹੀ ਜਿਹੀ ਗੁਰਬਾਣੀ ਬਾਰੇ ਗੱਲ, ਕਿਉਂਕਿ ਜਿਹੜਾ ਧੁਰਾ ਆ, ਜਿਹਨੂੰ ਧੁਰ ਕਹਿੰਦੇ ਆਪਾਂ ਗੁਰਬਾਣੀ, ਉਹਦੇ ਬਾਰੇ ਗੱਲ ਹੋ ਨਹੀਂ ਸਕਦੀ ਅੱਜ, ਤੇ ਬਿਲਕੁਲ ਹੀ ਨਹੀਂ ਹੋ ਸਕਦੀ, ਸ਼ਾਇਦ ਕਦੀ ਵੀ ਨਾ ਹੋ ਸਕਦੀ ਹੋਵੇ ਵੀ ਇਹ ਧੁਰ ਕੀ ਬਾਣੀ ਹੈ। ਇਹ ਗੁਰਬਾਣੀ ਇਸ ਸੰਸਾਰ ਵਿੱਚ ਜਿਵੇਂ ਸੂਰਜ ਦੀ ਕਿਰਨ ਆ ਕੇ ਡਿੱਗਦੀ ਆ, ਇਸ ਤਰ੍ਹਾਂ ਆਈ ਹੈ, ਔਰ ਇਹਦਾ ਜਿਹੜਾ ਅਵਤਰਨ ਆ, ਇਸ ਗੁਰਬਾਣੀ ਦਾ ਇੱਥੇ ਆਉਣਾ ਆ ਜਿਹੜਾ, ਉਹ ਕੇਵਲ ਸਿੱਖਾਂ ਲਈ ਨਹੀਂ ਹੈ, ਉਹ ਇਹ ਸਾਰੀ ਸਿਰਜਣਾ ਲਈ ਆ, ਉਹ ਸਾਰਿਆਂ ਲਈ ਆ। ਇਸ ਕਰਕੇ ਅਸੀਂ ਕਹਿੰਦੇ ਸਾਡਾ ਪੂਰਬ ਪੱਛਮ ਦਾ ਕੋਈ ਮਸਲਾ ਨਹੀਂ, ਪਰ ਕਿਉਂਕਿ ਉਹ ਨਹੀਂ ਮੰਨਦੇ, ਉਹ ਅਜੇ ਵੀ ਸਾਨੂੰ, ਹੁਣ ਅਮਰੀਕਾ ਵਾਲੇ ਸਾਨੂੰ ਥਰਡ ਵਰਲਡ ਕਹਿਣ ਲੱਗ ਪਏ ਆ। ਪਹਿਲਾਂ ਉਹ ਸਾਨੂੰ ਕਹਿੰਦੇ ਸੀਗੇ ਇਹ ਓਰੀਐਂਟਲ ਲੋਕ ਨੇ, ਫਿਰ ਉਹਨਾਂ ਨੇ ਕਹਿਤਾ ਈਸਟਰਨ ਲੋਕ ਨੇ, ਪੂਰਬੀ ਲੋਕ ਨੇ, ਅਸੀਂ ਵੈਸਟਰਨ ਲੋਕ ਹਾਂ। ਅਤੇ ਸੋ ਉਹ ਮੰਨਦੇ ਨਹੀਂ ਸਾਨੂੰ ਆਪਣੇ ਲੈਵਲ 'ਤੇ, ਪਰ ਚਲੋ ਫਿਰ ਵੀ ਗੁਰਬਾਣੀ ਜਿਵੇਂ ਸੂਰਜ ਜਿਹੜਾ ਆ ਜਦੋਂ ਚਮਕਦਾ ਆ, ਉਹਦਾ ਚਾਨਣ ਸਾਰਿਆਂ ਲਈ ਆ। ਐਗਜ਼ਾਮਪਲ ਦੇ ਤੌਰ 'ਤੇ ਆਪਾਂ ਕਹਿ ਰਹੇ ਹਾਂ, ਮੈਂ ਗੁਰਬਾਣੀ ਅਤੇ ਸੂਰਜਾਂ ਦਾ ਸੂਰਜ ਆ, ਐਗਜ਼ਾਮਪਲ ਲਈ ਸਮਝਣ ਲਈ ਵੀ ਗੁਰਬਾਣੀ ਜਿਵੇਂ ਸੂਰਜ ਚੜ੍ਹਦਾ ਆ, ਉਹ ਗਰੀਬ ਨੂੰ ਵੀ ਉਹਨਾਂ ਚੜ੍ਹਦਾ ਹੈ, ਅਮੀਰ ਨੂੰ ਉਹਨਾਂ ਚੜ੍ਹਦਾ ਹੈ, ਗੋਰੇ ਨੂੰ ਉਹਨਾਂ ਚੜ੍ਹਦਾ, ਕਾਲੇ ਨੂੰ ਉਹਨਾਂ ਚੜ੍ਹਦਾ। ਜਿਵੇਂ ਬਾਹਰੋਂ ਆ ਕੇ ਉੱਚੀ ਥਾਂ ਤੋਂ ਕੋਈ ਚੀਜ਼ ਧਰਤੀ 'ਤੇ ਡਿੱਗਦੀ ਆ, ਇਸ ਤਰ੍ਹਾਂ ਗੁਰਬਾਣੀ ਆਈ ਆ, ਧਰਤੀ 'ਤੇ ਪਹੁੰਚੀ ਆ। ਇੱਥੇ ਪਹੁੰਚਣ ਤੋਂ ਬਾਅਦ ਉਹਨੂੰ ਸੰਭਾਲਣ ਲਈ ਜਿਹੜੀਆਂ ਚੀਜ਼ਾਂ ਦਿੱਤੀਆਂ ਮਹਾਰਾਜ ਨੇ, ਉਹ ਆ ਸਾਡੀ ਪਰੰਪਰਾ ਅਤੇ ਸਾਡਾ ਸਿੰਬਲਿਜ਼ਮ। ਬਾਣੀ ਜਿਹੜੀ ਆ, ਮਹਾਰਾਜ ਕਹਿੰਦੇ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ, ਮਤਲਬ ਕਿ ਬਾਣੀ ਆਉਂਦੀ ਹੈ। ਸਾਖੀਆਂ ਆਉਂਦਾ ਨਾ, ਮਹਾਰਾਜ ਕਹਿੰਦੇ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਜਾਂ ਹੁਕਮ ਦੀ ਗੱਲ ਆਉਂਦੀ ਹੈ ਵੀ ਮੈਂ ਉਹ ਬੋਲਦਾ ਜੋ ਮੈਨੂੰ ਹੁਕਮ ਹੁੰਦਾ ਆ, ਜਾਂ ਮੈਂ ਉਹਦਾ ਢਾਡੀ ਆ, ਜਿਉਂ ਬੁਲਾਵੇ ਤੇ ਉਹ ਨਾਨਕ ਦਾਸ ਬੋਲੇ। ਜਾਂ ਨਾਨਕ ਆਪਣੇ ਆਪ ਨੂੰ ਬਾਣੀ ਦਾ ਕਰਤਾ ਨਹੀਂ ਮੰਨ ਰਹੇ, ਉਹ ਕਹਿੰਦੇ ਬਾਣੀ ਕਿਤੋਂ ਆ ਰਹੀ ਹੈ। ਤੋ ਇਹ ਜਿਹੜੀ ਚੀਜ਼ ਆ, ਇਹਨੂੰ ਨਵੇਂ ਬੰਦਿਆਂ ਲਈ ਸਮਝਣਾ ਬੜਾ ਔਖਾ ਆ, ਜਿਹੜੇ ਕਹਿੰਦੇ ਆ ਕਿ ਜਿਹੜੀ ਕਵਿਤਾ ਹੁੰਦੀ ਆ ਉਹ ਸੋਸ਼ਲ ਰਿਫਲੈਕਸ਼ਨ ਹੁੰਦੀ ਹੈ। ਉਸ ਸੰਦਰਭ ਵਿੱਚ ਮੈਂ ਖਾਸ ਤੌਰ 'ਤੇ ਗੱਲ ਕਰ ਰਿਹਾ। ਜਿਹੜੇ ਲੈਫਟਿਸਟ ਆ ਉਹ ਕਹਿੰਦੇ ਆ ਵੀ ਕੋਈ ਵੀ ਸਾਹਿਤਕ ਸਿਰਜਣਾ ਵਾ ਉਹ ਸੋਸ਼ਲ ਰਿਫਲੈਕਸ਼ਨ ਹੁੰਦੀ ਹੈ, ਜਿਹੋ ਜਿਹੇ ਸਮਾਜਿਕ ਹਾਲਾਤ ਹੁੰਦੇ ਆ ਉਹਦੇ ਮੁਤਾਬਕ ਕਵੀ ਦਾ ਦਿਮਾਗ ਕੰਮ ਕਰਦਾ ਆ ਅਤੇ ਉਹ ਆਪਣੀ ਸਿਰਜਣਾ ਕਰ ਦਿੰਦਾ। ਉਹ ਕਵਿਤਾ ਹੋ ਸਕਦੀ ਆ, ਕਹਾਣੀ ਹੋ ਸਕਦੀ, ਕੁਛ ਵੀ ਹੋ ਸਕਦਾ। ਜਿਹੜਾ ਪਰੰਪਰਾ ਸ਼ਬਦ ਆ, ਟਰਡੀਸ਼ਨ ਸ਼ਬਦ ਆ, ਆਧੁਨਿਕਤਾ ਦੇ ਆਉਣ ਤੋਂ ਪਹਿਲਾਂ ਇਹਦੀ ਕੋਈ ਹੋਂਦ ਨਹੀਂ ਹੈ। ਆਧੁਨਿਕਤਾ ਨੇ ਆਣ ਕੇ ਪਹਿਲਾਂ ਤੁਰੇ ਆਉਂਦੇ ਪੁਰਾਣੇ ਸਦੀਆਂ ਦੇ ਵਹਾਅ ਨੂੰ ਇਹ ਨਾਂ ਦਿੱਤਾ ਕਿ ਟਰਡੀਸ਼ਨਲ ਲੋਕ ਹੈ। ਇਹ ਮਾਡਰਨਿਟੀ ਦੇ ਆਉਣ ਨਾਲ ਇਹ ਚੀਜ਼ ਪੈਦਾ ਹੋਈ। ਆਪਾਂ ਟਰਡੀਸ਼ਨ ਨੂੰ ਕੀ ਮੰਨਦੇ ਹਾਂ? ਪਹਿਲਾਂ ਆਪਾਂ ਆਪਣੀ ਡੈਫੀਨੇਸ਼ਨ ਦਈਏ ਵੀ ਅਸੀਂ ਕੀ ਮੰਨਦੇ, ਟਰਡੀਸ਼ਨ ਕੀ ਹੈ। ਸਾਡੇ ਮੁਤਾਬਕ ਗੁਰਬਾਣੀ ਧਰਮ ਦੇ ਗੂੜ੍ਹ ਗਿਆਨ ਨੂੰ ਪ੍ਰਾਪਤ ਕਰਨ ਦਾ ਤਰੀਕਾ ਜਾਂ ਰਵੱਈਆ, ਜਾਂ ਜਦੋਂ ਇੱਥੇ ਆਉਂਦਾ ਤਾਂ ਉਹਦੀ ਲਿਸ਼ਕ ਜਿਹੜੀ ਦਿਸਦੀ ਆ ਲੋਕਾਂ ਦੇ ਵਿੱਚ, ਇਹ ਆ ਪਰੰਪਰਾ। ਪਰੰਪਰਾ ਕੋਈ ਇੰਸਟੀਟਿਊਸ਼ਨ ਨਹੀਂ ਹੈ। ਸਾਡੇ ਕੋਲ ਪਰੰਪਰਾਗਤ ਸੰਸਥਾਵਾਂ ਹੈਗੀਆਂ ਜਿਹੜੀਆਂ ਮਹਾਰਾਜ ਦੀ ਸ਼ੋਅ ਪ੍ਰਾਪਤ ਹੈ। ਉਦਾਸੀ ਮੱਤ ਆ, ਨਿਰਮਲੇ ਆ, ਦਮਦਮੀ ਟਕਸਾਲ ਆ, ਇਹ ਉਹਦਾ ਅਸਰ ਹੈ, ਜਿਹਨੂੰ ਇੰਪ੍ਰਿੰਟ ਕਹਿ ਸਕਦੇ ਤੁਸੀਂ। ਜਿਵੇਂ ਤੁਸੀਂ ਜਾਂਦੇ ਹੋ ਨਾ ਰੇਗਿਸਤਾਨ ਵਿੱਚ, ਅਤੇ ਹਵਾ ਲੰਘਦੀ ਹੈ ਅਤੇ ਰੇਤ ਦੇ ਉੱਤੇ ਲਹਿਰਾਂ ਬਣ ਜਾਂਦੀਆਂ। ਜਿਵੇਂ ਹਵਾ ਚੱਲਦੀ ਆ ਉਹਦੇ ਉੱਤੇ ਲਹਿਰਾਂ ਬਣ ਜਾਂਦੀਆਂ।
ਉਹਨਾਂ ਲਹਿਰਾਂ ਨੂੰ ਦੇਖ ਕੇ ਹਵਾ ਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ। ਲਦਾਖ ਦੇ ਵਿੱਚ ਖੁਸ਼ਕੀ ਹੈ, ਉੱਥੇ ਵੀ ਮਿੱਟੀ ਦੇ ਪਹਾੜ ਆ, ਹਵਾ ਲੰਘਦੀ ਹੈ ਤਾਂ ਪਹਾੜਾਂ ਨੂੰ ਕੱਟ ਦਿੰਦੀ ਹੈ ਵੱਖ ਵੱਖ, ਕਿਸੇ ਪਹਾੜ ਨੂੰ ਕਿਸੇ ਤਰ੍ਹਾਂ ਕੱਟ ਦਿੰਦੀ, ਕਿਸੇ ਨੂੰ ਕਿਸੇ ਤਰ੍ਹਾਂ। ਉਹਦੇ ਤੋਂ ਹਵਾ ਦੀ ਸਾਰੀ ਤੋਰ ਨੂੰ, ਸਾਰੀ ਪ੍ਰਕਿਰਤੀ ਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ। ਇਵੇਂ ਹੀ ਇਹਨਾਂ ਸੰਸਥਾਵਾਂ ਨੂੰ ਵੇਖ ਕੇ ਪਰੰਪਰਾ ਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ। ਇਹ ਪਰੰਪਰਾ ਦਾ ਅਸਰ ਹੈ ਜਿਹੜਾ ਸਾਨੂੰ ਸਾਡੀਆਂ ਸੰਸਥਾਵਾਂ ਵਿੱਚ ਦਿਸਦਾ। ਸੋ ਪਰੰਪਰਾਗਤ ਸੰਸਥਾਵਾਂ ਨੂੰ ਪਰੰਪਰਾ ਨਾਲੋਂ ਥੋੜ੍ਹਾ ਵੱਖ ਕਰਕੇ ਵੇਖਣ ਦੀ ਲੋੜ ਪਵੇਗੀ ਜੇ ਅਸੀਂ ਪਰੰਪਰਾ ਨੂੰ ਪੂਰਾ ਬਰੀਕੀ ਨਾਲ ਸਮਝਣਾ ਹੈ। ਪਰੰਪਰਾ ਇੱਕ ਐਟੀਟਿਊਡ ਹੈ, ਇੱਕ ਰਵੱਈਆ ਆ। ਬਾਣੀ ਉੱਪਰੋਂ ਮਹਾਰਾਜ ਦਾ ਹੁਕਮ ਆ ਰਿਹਾ ਹੈ ਅਤੇ ਉਹਨੂੰ ਆਮ ਪਬਲਿਕ ਨੇ, ਆਮ ਲੋਕਾਂ ਨੇ ਕਿਵੇਂ ਰਿਸੀਵ ਕਰਨਾ ਆ, ਉਹਨਾਂ ਦਾ ਉਹਦੇ ਪ੍ਰਤੀ ਕਿਹੋ ਜਿਹਾ ਰਵੱਈਆ ਹੋਵੇ। ਜਿਵੇਂ ਸਾਡੇ ਘਰ ਮਹਿਮਾਨ ਆਉਂਦੇ ਆ ਅਤੇ ਸਾਡਾ ਉਹਨਾਂ ਦੇ ਪ੍ਰਤੀ ਜੋ ਰਵੱਈਆ ਆ ਉਹੀ ਸਾਡੇ ਅਗਾਂਹ ਉਹਦੇ ਰਿਸ਼ਤੇ ਦਾ ਆਧਾਰ ਬਣਦਾ। ਜੇ ਕਿਸੇ ਮਹਿਮਾਨ ਆਏ ਨਾਲ ਤੁਸੀਂ ਚੰਗਾ ਵਿਹਾਰ ਕਰਦੇ ਜੋ, ਉਹ ਤੁਹਾਡੇ ਨਾਲ ਲੰਮਾ ਸਮਾਂ ਵਿਚਰਦਾ ਆ। ਜੇ ਤੁਹਾਡਾ ਉਹਦੇ ਨਾਲ ਵਿਹਾਰ ਠੀਕ ਨਹੀਂ, ਉਹ ਦੂਜੀ ਵਾਰ ਤੁਹਾਡੇ ਘਰ ਨਹੀਂ ਆਉਂਦਾ। ਇਸੇ ਤਰ੍ਹਾਂ ਹੀ ਆ, ਇੱਕ ਕਿਸਮ ਦੀ ਇਸ ਤਰ੍ਹਾਂ ਦੀ ਗੱਲ ਆ। ਇਸ ਹੁਕਮ ਨੂੰ ਮੰਨਣ ਲਈ ਸਾਡਾ ਰਵੱਈਆ ਕੀ ਹੈ, ਇਹ ਆ ਪਰੰਪਰਾ। ਤੋ ਇਹਦੇ ਸੰਸਥਾਗਤ ਰੂਪ ਨੂੰ ਪਰੰਪਰਾ ਨਹੀਂ ਕਿਹਾ ਜਾ ਸਕਦਾ। ਪਰ ਮੁਸ਼ਕਿਲ ਇਹ ਆਈ ਕਿ ਸਮਾਂ ਗੁਜ਼ਰਨ ਨਾਲ ਇਹ ਵਾਲੀ ਸਮਝ ਫਿੱਕੀ ਪੈ ਗਈ। ਸੰਸਥਾਵਾਂ ਅੱਗੇ ਆ ਗਈਆਂ। ਜਿਵੇਂ ਕੋਈ ਵੀ ਸੰਸਥਾ ਕਰਪਟ ਹੋ ਸਕਦੀ ਹੈ। ਅੱਜ ਸਾਡੀਆਂ ਸੰਸਥਾਵਾਂ ਜਿਹੜੀਆਂ ਸਰਕਾਰ ਨੇ ਬਣਾਈਆਂ, ਨਹਿਰ ਮਹਿਕਮਾ, ਪੰਚਾਇਤ ਮਹਿਕਮਾ, ਐਜੂਕੇਸ਼ਨ ਮਹਿਕਮਾ, ਕਿੰਨੀਆਂ ਕਰਪਟ ਹੋਈਆਂ ਪਈਆਂ। ਇਸ ਤਰ੍ਹਾਂ ਹੀ ਜਿਹੜੀਆਂ ਪੁਰਾਣੇ ਸਮੇਂ ਤੋਂ ਇਨਸਾਨਾਂ ਨੇ ਸੰਸਥਾਵਾਂ ਬਣਾਈਆਂ, ਉਹ ਕਰਪਟ ਹੋ ਗਈਆਂ। ਸੰਸਥਾਵਾਂ ਬਣਾਉਣ ਦੀ ਵੀ ਲੋੜ ਹੁੰਦੀ ਹੈ। ਸੰਸਥਾਵਾਂ ਜਿਹੜੇ ਲੋਕ ਗੁਰੂ ਦੇ ਨੇੜੇ ਹੁੰਦੇ ਆ, ਗੁਰੂ ਆਪਣੀ ਮਿਹਰ ਨਾਲ ਉਹਨਾਂ ਨੂੰ ਚੀਜ਼ ਦੇ ਰਿਹਾ, ਪਰ ਬਹੁਤ ਸਾਰੇ ਲੋਕਾਂ ਨੂੰ ਤਿਆਰੀ ਕਰਨੀ ਪੈਂਦੀ ਆ, ਆਪਣੀ ਪਾਤਰਤਾ ਸਾਬਤ ਕਰਨੀ ਪੈਂਦੀ ਆ ਤਾਂ ਕਿ ਉਹ ਸੱਚ ਉਹਨਾਂ ਨੂੰ ਪ੍ਰਾਪਤ ਹੋ ਜਾਵੇ। ਜਿਵੇਂ ਯੂਨੀਵਰਸਿਟੀ ਆ ਨਾ, BA ਦੀ ਡਿਗਰੀ ਦੇਣ ਤੋਂ ਪਹਿਲਾਂ ਬੰਦੇ ਨੂੰ ਕਿੰਨੀ ਤਿਆਰੀ ਕਰਾਉਂਦੀ, 14-15 ਸਾਲ ਉਹਦੀ BA ਕਰਾਉਣ ਤੱਕ ਲਵਾ ਦਿੰਦੀ ਹੈ। ਇਸ ਤਰ੍ਹਾਂ ਸੰਸਥਾਵਾਂ ਬਣਾਉਣੀਆਂ ਪੈਂਦੀਆਂ ਬੰਦੇ ਦੀ ਸ਼ਖਸੀਅਤ ਨੂੰ ਘੜਨ ਵਾਸਤੇ ਤਾਂ ਕਿ ਉਹ ਸੱਚ ਦੇ ਨੇੜੇ ਆ ਜਾਵੇ। ਸੰਸਥਾਵਾਂ ਦੀ ਲੋੜ ਹੁੰਦੀ ਹੈ, ਪਰ ਸੰਸਥਾਵਾਂ ਪਰੰਪਰਾ ਨਹੀਂ ਹੁੰਦੀਆਂ। ਸੰਸਥਾਵਾਂ ਪਰੰਪਰਾ ਦੇ ਨੇੜੇ ਲਿਆਉਣ ਲਈ ਕਾਰਜ ਕਰਦੀਆਂ ਨੇ। ਅਤੇ ਦੂਸਰੀ ਗੱਲ ਇਹ, ਪਰੰਪਰਾ ਹਰ ਜਗ੍ਹਾ ਹਾਜ਼ਰ ਹੁੰਦੀ ਹੈ। ਜਿਵੇਂ ਹਵਾ ਹਰ ਜਗ੍ਹਾ ਹੀ ਹਾਜ਼ਰ ਹੈ, ਜਿਵੇਂ ਸਮੁੰਦਰ ਦੇ ਵਿੱਚ ਪਾਣੀ ਹਰ ਜਗ੍ਹਾ ਹੀ ਹਾਜ਼ਰ ਹੈ। ਸਮੁੰਦਰ ਦੇ ਵਿੱਚ ਖਲੋ ਕੇ ਕੋਈ ਬੰਦਾ ਪਾਣੀ ਬਾਰੇ ਪੁੱਛੇ ਪਾਣੀ ਕੀ ਹੈ, ਤਾਂ ਫਿਰ ਉਹਨੂੰ ਇਹ ਜਵਾਬ ਮਿਲਦਾ ਕਿ ਜੋ ਪਾਣੀ ਨਹੀਂ ਹੈ ਪਹਿਲਾਂ ਉਹ ਲੱਭ ਕੇ ਲਿਆ। ਪਰੰਪਰਾ ਇੰਨੀ ਸੂਖਮ, ਇੰਨੀ ਅਣਦਿਸ ਦੇ ਰੂਪ ਵਿੱਚ ਸਾਡੇ ਆਲੇ ਦੁਆਲੇ ਪਸਰ ਰਹੀ ਹੈ। ਪਰੰਪਰਾ ਕੋਈ ਕਿਸੇ ਡੇਰੇ ਵਿੱਚ ਨਹੀਂ ਪਈ ਹੋਈ, ਪਰੰਪਰਾ ਕਿਸੇ ਲਿਬਾਸ ਵਿੱਚ ਨਹੀਂ ਪਈ ਹੋਈ। ਪਰੰਪਰਾ ਇੱਕ ਰਵੱਈਆ ਆ ਉਹ ਸੱਚ ਨੂੰ ਪ੍ਰਾਪਤ ਕਰਨ ਦਾ। ਜਿਹਦੇ ਕੋਲ ਵੀ ਹੈ, ਭਾਵੇਂ ਉਹਨੇ ਕਿਸੇ ਤਰ੍ਹਾਂ ਦਾ ਲਿਬਾਸ ਪਾਇਆ, ਭਾਵੇਂ ਉਹ ਕਿਸ ਤਰ੍ਹਾਂ ਦੀ ਭਾਸ਼ਾ ਬੋਲਦਾ, ਉਹਦੇ ਕੋਲ ਸੱਚ ਆ ਸਕਦਾ। ਉਹਦਾ ਰਵੱਈਆ ਠੀਕ ਹੋਣਾ ਚਾਹੀਦਾ, ਪਰੰਪਰਾਗਤ ਰਵੱਈਆ ਹੋਣਾ ਚਾਹੀਦਾ। ਜਿਵੇਂ ਆਧੁਨਿਕ ਇੱਕ ਰਵੱਈਆ ਆ। ਸੋ ਆਧੁਨਿਕਤਾਵਾਦ ਤੋਂ ਪਹਿਲਾਂ ਇਹ ਨਹੀਂ ਸੀ। ਇਹ ਜਿਹੜਾ ਆਧੁਨਿਕਤਾ ਵਾਲੇ ਆ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਅਸੀਂ ਗਿਆਨ ਸਿਰਜ ਰਹੇ ਹਾਂ ਇਹੋ ਹੀ ਅਸਲੀ ਗਿਆਨ ਆ। ਪਰ ਪਰੰਪਰਾ ਵਾਲੇ ਬੰਦਿਆਂ ਨੇ ਬਹੁਤ ਗਿਆਨ ਪੈਦਾ ਕੀਤਾ ਆ ਜਿਹੜਾ ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਪਿਆ ਹੋਇਆ। ਸਾਰੇ ਧਰਮਾਂ ਵਿੱਚ ਹੀ ਪਰੰਪਰਾ ਹੈਗੀ ਆ। ਸਾਰੇ ਧਰਮਾਂ ਦੇ ਪਰੰਪਰਾ ਨੂੰ ਮੰਨਣ ਵਾਲੇ ਲੋਕਾਂ ਨੇ, ਪਰੰਪਰਾਗਤ ਲੋਕਾਂ ਨੇ ਵੱਡਾ ਗਿਆਨ ਪੈਦਾ ਕੀਤਾ ਆ। ਅਤੇ ਸਾਡੇ ਵਿੱਚ ਵੀ ਬਹੁਤ ਵੱਡਾ ਗਿਆਨ ਪੈਦਾ ਕੀਤਾ ਹੈ। ਪਰ ਆਧੁਨਿਕਤਾ ਆਉਣ ਤੋਂ ਬਾਅਦ ਅਸੀਂ ਉਸ ਗਿਆਨ ਨੂੰ ਬਿਲਕੁਲ ਰੱਦ ਕਰ ਦਿੱਤਾ। ਪਰੰਪਰਾ ਦੀ ਸਭ ਤੋਂ ਉੱਚੀ ਉਦਾਹਰਣ ਭਾਈ ਗੁਰਦਾਸ ਜੀ। ਉਹਨਾਂ ਦੀ ਤੁਸੀਂ ਬਾਣੀ ਪੜ੍ਹੋ ਅਤੇ ਉਹਦੇ ਵਿੱਚ ਕਿੰਨੀਆਂ ਸੂਖਮ ਧਾਤਾਂ ਬਾਰੇ ਗੱਲਾਂ, ਸੋਨੇ ਬਾਰੇ, ਸ਼ੋਰੇ ਬਾਰੇ, ਹੋਰ ਜਿਹਨੂੰ ਕੀਮੀਆਈ ਗਿਆਨ ਕਹਿੰਦੇ ਆ, ਕੈਮਿਸਟਰੀ ਜਾਂ ਜਿਹੜਾ ਫਿਜ਼ਿਕਸ ਦਾ ਗਿਆਨ ਹੈ, ਉਹ ਵੀ ਤੁਹਾਨੂੰ ਮਿਲ ਜਾਏਗਾ ਉਹਦੇ ਵਿੱਚ। ਇਕੱਲਾ ਸਿੱਖਾਂ ਦੀ ਰਹਿਤ ਮਰਿਆਦਾ ਨਹੀਂ ਮਿਲਦੀ ਉਹਦੇ ਵਿੱਚੋਂ, ਪਦਾਰਥ ਦਾ ਵੀ ਬਹੁਤ ਬਰੀਕ ਗਿਆਨ ਉਹਦੇ ਵਿੱਚ ਵਰਤਿਆ ਹੋਇਆ, ਔਰ ਉਹਦੇ ਰਾਹੀਂ ਗੱਲ ਵੀ ਸਮਝਾਈ ਹੋਈ ਹੈ। ਉਹ ਗਿਆਨ ਪਰੰਪਰਾ ਵਿੱਚ ਪਿਆ ਹੁੰਦਾ ਆ। ਪਰ ਆਧੁਨਿਕਤਾ ਨੇ ਉਹ ਸਾਰੇ ਤਰ੍ਹਾਂ ਦੇ ਗਿਆਨ ਦੀ ਜਿਹੜੀ ਆ ਉਹ ਨਕਾਰਨ ਵਾਲੀ ਹਾਲਤ ਬਣਾ ਦਿੱਤੀ, ਔਰ ਲੋਕਾਂ ਨੇ ਆਪਣੀ ਪਰੰਪਰਾ ਦਾ ਗਿਆਨ ਨਕਾਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜਿੱਥੇ ਸਾਨੂੰ ਪਰਮਾਤਮਾ ਬਾਰੇ ਸੋਝੀ ਦੇ ਰਹੇ ਆ, ਨਿੱਤ ਦੇ ਵਿਹਾਰ ਬਾਰੇ ਕਿੰਨੀ ਸੋਝੀ ਦੇ ਰਹੇ। ਭਾਈ ਗੁਰਦਾਸ ਜੀ ਨਿੱਤ ਦੇ ਵਿਹਾਰ ਬਾਰੇ ਕਿੰਨਾ ਕੁਝ ਦੱਸਦੇ ਆ। ਗੁਰਸਿੱਖ ਵਾਲੀਆਂ ਜਿਹੜੀਆਂ ਉਹਨਾਂ ਦੀਆਂ ਪੌੜੀਆਂ ਆਉਂਦੀਆਂ ਕਿੰਨੀ ਬਰੀਕੀ ਵਿੱਚ ਦੱਸਦੇ ਆ ਵੀ ਕਦੋਂ ਉਹਨੂੰ ਕਿਹੜਾ ਕੰਮ ਕਰਨਾ ਚਾਹੀਦਾ। ਉਹ ਗਿਆਨ ਜਿਹੜਾ ਉਹ ਰੱਦ ਹੋਇਆ ਆਧੁਨਿਕਤਾ ਦੇ ਆਉਣ ਨਾਲ।
ਇਹ ਰੱਦ ਕਰਨ ਵਾਲੇ ਉਹ ਲੋਕ ਆ ਜਿਨ੍ਹਾਂ ਨੇ ਆਪਣੇ ਸਿਰ 'ਤੇ ਜ਼ਿੰਮੇਵਾਰੀ ਚੁੱਕੀ ਕਿ ਅਸੀਂ ਗਿਆਨ ਦਾ ਪਸਾਰ ਕਰਾਂਗੇ। ਖਾਸ ਤੌਰ 'ਤੇ ਮੈਂ ਯੂਨੀਵਰਸਿਟੀਆਂ ਨੂੰ ਇਹ ਕਹਿ ਰਿਹਾ, ਮਾਡਰਨ ਐਜੂਕੇਸ਼ਨ ਦੇ ਇੰਸਟੀਚਿਊਟਸ ਨੂੰ ਇਹ ਕਹਿ ਰਿਹਾ। ਉਹਨਾਂ ਲੋਕਾਂ ਨੇ ਪਰੰਪਰਾ ਦੇ ਗਿਆਨ ਨੂੰ ਰੱਦ ਕੀਤਾ ਜਿਨ੍ਹਾਂ ਦੇ ਸਿਰ 'ਤੇ ਗਿਆਨ ਨੂੰ ਸਿਰਜਣ ਦੀ ਜ਼ਿੰਮੇਵਾਰੀ ਆਇਦ ਸੀ। ਉਹਨਾਂ ਨੇ ਉਸ ਪੁਰਾਣੇ ਗਿਆਨ ਨੂੰ ਰੱਦ ਕਰ ਦਿੱਤਾ ਔਰ ਕੇਵਲ ਆਧੁਨਿਕ ਗਿਆਨ ਦਾ ਪ੍ਰਚਾਰ ਕੀਤਾ ਵੀ ਇਹੋ ਹੀ ਗਿਆਨ ਆ, ਹੋਰ ਕੋਈ ਗਿਆਨ ਨਹੀਂ। ਇਹਦੇ ਨਾਲ ਸਾਡੇ ਕੋਲੋਂ ਪਰੰਪਰਾ ਗੈਰ ਹਾਜ਼ਰ ਹੋ ਗਈ। ਅਸੀਂ ਆਧੁਨਿਕਤਾ ਦੀ ਪ੍ਰੈਕਟਿਸ ਵਿੱਚ ਪੈ ਗਏ ਔਰ ਲੰਮੇ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਹਾਂ, ਇਸ ਕਰਕੇ ਪਰੰਪਰਾ ਗੈਰ ਹਾਜ਼ਰ ਹੋ ਗਈ ਹੈ। ਜਿਵੇਂ ਦੋ ਰਸਤੇ ਹੁੰਦੇ ਨਾ, ਅਸੀਂ ਇੱਕ ਰਸਤੇ 'ਤੇ ਚੱਲਣ ਲੱਗ ਪੈਂਦੇ ਹਾਂ, ਇੱਕ ਰਸਤਾ ਸਾਡੇ ਚੱਲਣਾ ਔਖਾ ਹੋ ਗਿਆ। ਜਦੋਂ ਦੁਰਾਹੇ 'ਤੇ ਖੜ੍ਹੇ ਹੋ ਤੁਸੀਂ ਅਤੇ ਇੱਕ ਪਾਸੇ ਵੱਲ ਨੂੰ ਜਾਣਾ, ਜਾਂ ਸੱਜੇ ਪਾਸੇ ਨੂੰ ਜਾਂ ਖੱਬੇ ਪਾਸੇ ਨੂੰ ਜੇ ਸੜਕ ਜਾਂਦੀ ਹੈ, ਇੱਕ ਸੜਕ ਵੀ ਜਿਹੜੀ ਦੋ ਪਾਸਿਆਂ ਨੂੰ ਜਾਂਦੀ ਹੈ, ਤੁਸੀਂ ਜੇ ਸੱਜੇ ਮੁੜ ਗਏ ਤਾਂ ਖੱਬੇ ਵਾਲਾ ਪਾਸਾ ਛੱਡ ਦਿੱਤਾ, ਜੇ ਖੱਬੇ ਮੁੜ ਗਏ ਤਾਂ ਸੱਜੇ ਵਾਲਾ ਛੱਡ ਦਿੱਤਾ। ਉਹਦੇ ਨਾਲ ਪਰੰਪਰਾ ਗੈਰ ਹਾਜ਼ਰ ਹੋ ਗਈ। ਅਤੇ ਜਦੋਂ ਪਰੰਪਰਾ ਗੈਰ ਹਾਜ਼ਰ ਹੋ ਗਈ ਫਿਰ ਪਰੰਪਰਾ ਦੀ ਸਮਝ ਵੀ ਘੱਟ ਗਈ ਅਤੇ ਫਿਰ ਕਦੇ ਅਸੀਂ ਰੀਤੀ ਰਿਵਾਜ਼ਾਂ ਨੂੰ ਪਰੰਪਰਾ ਮੰਨਣ ਲੈ ਪੈਂਦੇ ਹਾਂ, ਕਦੇ ਲੋਕਾਂ ਦੀਆਂ ਆਦਤਾਂ ਨੂੰ ਅਸੀਂ ਪਰੰਪਰਾ ਮੰਨਣ ਲੱਗ ਪੈਂਦੇ ਹਾਂ। ਕਈ ਸੰਸਥਾਵਾਂ ਦੇ ਵਿੱਚ ਆਦਤ ਹੈ, ਕਈ ਤਕੀਆ ਕਲਾਮ ਨੇ, ਉਹ ਘੜੀ ਮੁੜੀ ਬੋਲਦੇ ਆ, ਸਾਨੂੰ ਲੱਗਦਾ ਹੈ ਕਿ ਇਹੀ ਪਰੰਪਰਾ ਹੁੰਦੀ ਹੈ, ਇਸ ਤਰ੍ਹਾਂ ਹੀ ਗੁਰਬਾਣੀ ਦੀ ਵਿਆਖਿਆ ਕਰਨੀ ਪਰੰਪਰਾ ਹੁੰਦੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਇਸ ਤਰ੍ਹਾਂ ਦਾ ਲਿਬਾਸ ਧਾਰਨ ਕਰਨਾ। ਕਸਟਮ ਜਿਹੜਾ ਆ, ਰੀਤੀ ਰਿਵਾਜ ਜਿਹੜੇ ਆ, ਉਹ ਪਰੰਪਰਾ ਨੂੰ ਰਿਪਲੇਸ ਨਹੀਂ ਕਰ ਸਕਦੇ, ਪਰ ਅਸੀਂ ਕਰ ਰਹੇ ਹਾਂ ਉਹਨਾਂ ਨੂੰ। ਕਸਟਮਸ ਨੂੰ ਅਸੀਂ ਆਪਣੇ ਜਿਹੜੇ ਪੁਰਾਣੇ ਤੁਰੇ ਹੁੰਦੇ ਰੀਤੀ ਰਿਵਾਜ ਆ, ਉਹਨਾਂ ਨੂੰ ਕਈ ਵਾਰੀ ਪਰੰਪਰਾ ਮੰਨਣ ਲੱਗ ਪੈਂਦੇ ਹਾਂ। ਕਈ ਵਾਰੀ ਕਿਸੇ ਸੰਸਥਾ ਦੇ ਵਿੱਚ ਕਈ ਜਿਹੜੇ ਮਹਾਂਪੁਰਖ ਹੁੰਦੇ ਆ, ਉਹਨਾਂ ਦੀਆਂ ਕੋਈ ਨਿੱਜੀ ਆਦਤਾਂ ਹੁੰਦੀਆਂ, ਉਹ ਵੀ ਉਹਨਾਂ ਦੇ ਚੇਲਿਆਂ ਵਿੱਚ ਆ ਜਾਂਦੀਆਂ ਅਤੇ ਉਹ ਵੀ ਇਸ ਤਰ੍ਹਾਂ ਕਰਨ ਲੱਗ ਪੈਂਦੇ ਅਤੇ ਉਹ ਵੀ ਪਰੰਪਰਾ ਬਣ ਜਾਂਦੀ। ਕਈ ਵਾਰੀ ਜਿਹੜੇ ਸੋਚਣ ਦੇ ਜਿਹੜੇ ਇਨਹੈਰਿਟ ਤਰੀਕੇ ਹੁੰਦੇ, ਜਿਹੜੇ ਪਰੰਪਰਾਗਤ ਵਿਰਾਸਤੀ ਤਰੀਕੇ ਹੁੰਦੇ ਆ, ਕਈ ਸੰਸਥਾਵਾਂ ਦੇ ਵਿੱਚ ਉਹੀ ਪਰੰਪਰਾ ਮੰਨੇ ਗਏ। ਪਰ ਪਰੰਪਰਾ ਦੇ ਵਿੱਚ ਇਹ ਸਾਰਾ ਕੁਝ ਹੋ ਸਕਦਾ ਹੈ, ਪਰ ਇਹ ਪਰੰਪਰਾ ਨਹੀਂ ਹੈ। ਪਰੰਪਰਾ ਇਹਦੇ ਨਾਲੋਂ ਬਿਲਕੁਲ ਇੱਕ ਵੱਖਰੀ ਚੀਜ਼ ਆ। ਇਹ ਇੱਕ ਜਿਉਂਦੀ ਧੜਕਦੀ ਚੀਜ਼ ਆ। ਇਹ ਕਿਸੇ ਡੇਰੇ ਨਾਲ ਸੰਬੰਧਿਤ ਨਹੀਂ ਆ, ਕਿਸੇ ਸੰਸਥਾ ਨਾਲ ਸੰਬੰਧਿਤ ਨਹੀਂ ਆ। ਇਹ ਸਾਰੀਆਂ ਚੀਜ਼ਾਂ ਇਹਦੇ ਨਿਸ਼ਾਨ ਆ, ਪਰ ਇਹਨਾਂ ਨਿਸ਼ਾਨਾਂ ਤੱਕ ਘਟਾਉਣਾ ਸਾਡਾ ਨੁਕਸਾਨ ਕਰ ਰਿਹਾ। ਇਸ ਕਰਕੇ ਪਰੰਪਰਾ ਬਾਰੇ ਥੋੜ੍ਹਾ ਜਿਹਾ ਆਪਣੀਆਂ ਜਿਹੜਾ ਗਿਆਨ ਇਹਨੂੰ ਵਸੀਹ ਕਰਨ ਦੀ ਲੋੜ ਆ। ਅਤੇ ਇਸ ਪਰੰਪਰਾ ਦਾ ਕੰਮ ਇਹ ਆ ਵੀ ਜਿਹੜਾ ਗਿਆਨ ਮਹਾਰਾਜ ਨੇ ਲਿਆ ਕੇ ਇੱਥੇ ਸਿਰਜਿਆ, ਉਹਦੀ ਇਤਿਹਾਸਕ ਤੌਰ 'ਤੇ ਨਿਰੰਤਰਤਾ ਇਹਦਾ ਕੰਮ ਹੈ। ਇਹ ਜਿਹੜੀਆਂ ਸੰਸਥਾਵਾਂ ਤੁਸੀਂ ਦੇਖਦੇ ਹੋ, ਉਹਨਾਂ ਦੀ ਉਚਾਈ ਸਿਰਫ ਇਸ ਗੱਲ ਕਰਕੇ ਹੈ, ਜੇ ਉਹਨਾਂ ਦੇ ਵਿੱਚ ਜੀ ਰਹੇ ਜਿਹੜੇ ਸ਼ਖਸੀਅਤਾਂ ਨੇ ਉਹਨਾਂ ਦੇ ਨਿੱਜੀ ਜੀਵਨ ਵੱਲ ਜਾਈਏ ਅਤੇ ਫਿਰ ਸਾਨੂੰ ਕੁਝ ਵੀ ਸ਼ਾਇਦ ਨਾ ਲੱਭੇ, ਪਰ ਜਿਹੜੀ ਉਹ ਨਿਰੰਤਰਤਾ ਥੋੜ੍ਹੀ ਬਹੁਤੀ ਉਹਦੇ ਵਿੱਚ ਮਿਲਦੀ ਹੈ, ਇਸ ਕਰਕੇ ਉਹਨਾਂ ਦੀ ਉਚਾਈ ਹੈ। ਪਰੰਪਰਾ ਨਿਰੰਤਰਤਾ ਦੀ ਜਾਮਨ ਹੁੰਦੀ ਹੈ, ਪੁਰਾਣੇ ਸੱਚ ਦੀ ਨਿਰੰਤਰਤਾ ਇਹਦੇ ਵਿੱਚੋਂ ਮਿਲਦੀ ਹੈ। ਇੱਕ ਅੰਗਰੇਜ਼ੀ ਦੀ ਕੋਟੇਸ਼ਨ ਹੈ, ਟ੍ਰੈਡੀਸ਼ਨ ਇਜ਼ ਨਾਟ ਏ ਚਾਈਲਡਿਸ਼ ਐਂਡ ਆਊਟਮੋਡਡ ਮਾਈਥੋਲੋਜੀ ਬਟ ਏ ਸਾਇੰਸ ਦੈਟ ਇਜ਼ ਟੈਰੀਬਲੀ ਰੀਅਲ। ਇੰਨੀ ਜ਼ਿਆਦਾ ਇਹਦੇ ਵਿੱਚ ਸੱਚਾਈ ਅਤੇ ਅਸਲੀਅਤ ਹੈ ਕਿ ਓਨੀ ਹੋਰ ਸ਼ਾਇਦ ਕਿਸੇ ਚੀਜ਼ ਵਿੱਚ ਵੀ ਨਹੀਂ। ਜਿਵੇਂ ਮੈਂ ਕਹਿ ਰਿਹਾ ਵੀ ਇਹ ਹਰ ਜਗ੍ਹਾ ਹੀ ਹਾਜ਼ਰ ਹੈ, ਜਿਵੇਂ ਹਵਾ ਹਰ ਜਗ੍ਹਾ ਹਾਜ਼ਰ ਹੈ, ਜਿਵੇਂ ਰੱਬ ਹਰ ਜਗ੍ਹਾ ਹਾਜ਼ਰ ਹੈ, ਇਵੇਂ ਪਰੰਪਰਾ ਹਰ ਜਗ੍ਹਾ ਹਾਜ਼ਰ ਹੁੰਦੀ ਹੈ। ਸੋ ਪਰੰਪਰਾ ਗੁਰਬਾਣੀ ਦੇ ਪ੍ਰਤੀ ਸਾਡੀ ਲੋੜ ਮੁਤਾਬਕ ਗੁਰਬਾਣੀ ਦੇ ਪ੍ਰਤੀ ਸਾਡਾ ਇੱਕ ਰਵੱਈਆ ਆ, ਜਿਵੇਂ ਆਧੁਨਿਕਤਾ ਇੱਕ ਰਵੱਈਆ ਹੈ। ਜਿਹੜੇ ਸਾਡੇ ਮਿਸ਼ਨਰੀ ਵੀਰ ਹੈ, ਉਹ ਆਧੁਨਿਕ ਅਪਰੋਚ ਨਾਲ ਗੁਰਬਾਣੀ ਤੱਕ ਪਹੁੰਚ ਰਹੇ ਆ। ਇਸ ਕਰਕੇ ਇਹ ਦੋ ਵੱਖਰਤਾਵਾਂ ਪੈਦਾ ਹੋ ਰਹੀਆਂ। ਤੀਜੀ ਚੀਜ਼ ਜਿਹੜੀ ਆਪਾਂ ਦੱਸੀ ਸੀਗੀ, ਸਿੰਬਲਿਜ਼ਮ, ਚੇਨ ਚੱਕਰ। ਚੇਨ ਚੱਕਰ ਇੱਕ ਕਿਸਮ ਦੀ ਕਹਿ ਲਓ ਵੀ ਉਸ ਧੁਰੇ ਦੇ ਨਾਲ ਨੇੜਤਾ ਦਾ ਅਹਿਸਾਸ ਦੇਣ ਵਾਲੀ ਚੀਜ਼ ਹੈ। ਜਿਵੇਂ ਆਪਾਂ ਨੂੰ ਕੋਈ ਪਿਆਰਾ ਹੁੰਦਾ ਅਤੇ ਆਪਾਂ ਉਹਨੂੰ ਕੋਈ ਨਿਸ਼ਾਨੀ ਦੇ ਦਿੰਦੇ ਹਾਂ, ਕੋਈ ਪੈਨ ਗਿਫਟ ਕਰ ਦਿੰਦਾ ਕਿਸੇ ਨੂੰ, ਕੋਈ ਫਲਾਵਰ ਪੋਟ ਗਿਫਟ ਕਰ ਦਿੰਦਾ, ਤਾਂ ਉਹ ਜਿਹੜੀ ਚੀਜ਼ ਅਸੀਂ ਉਹਨੂੰ ਦਿੰਦੇ ਹਾਂ ਤਾਂ ਉਹ ਆਪਣੀ ਨੇੜਤਾ ਦਾ ਅਹਿਸਾਸ ਦੇਣ ਲਈ ਹੁੰਦੀ ਹੈ। ਅਤੇ ਜਦੋਂ ਮਹਾਰਾਜ ਨੇ ਇਹ ਚੀਜ਼ਾਂ ਦਿੱਤੀਆਂ ਆ ਤਾਂ ਉਹਨਾਂ ਨੇ ਸਾਨੂੰ ਉਸ ਧੁਰੇ ਦੇ ਨੇੜੇ ਲਿਆਂਦਾ ਆ ਜਿੱਥੋਂ ਇਹ ਮਹਾਰਾਜ ਇਹ ਗਿਆਨ ਲੈ ਕੇ ਆਏ ਆ। ਇਹ ਚੇਨ ਚੱਕਰ ਦੇ ਵਿੱਚ ਸਾਡੀ ਦਸਤਾਰ ਆ, ਦਾੜਾ ਆ, ਸਰੂਪ ਆ, ਕੜਾ ਆ, ਸਾਰੇ ਸਾਡੇ ਜਿਹੜੇ ਕਕਾਰ ਆ, ਇਹ ਸਾਰਾ ਚੇਨ ਚੱਕਰ ਹੈ। ਮਾਡਰਨ ਏਜ ਨੇ ਇਹਦੀ ਗਲਤ ਵਿਆਖਿਆ ਕੀਤੀ ਹੈ। ਕੀ ਗਲਤ ਵਿਆਖਿਆ ਕੀਤੀ ਹੈ? ਸਰੂਪ ਨੂੰ ਸੋਸ਼ਲ ਆਈਡੈਂਟੀਟੀ ਬਣਾਤਾ ਵੀ ਸਾਡੀ ਵੱਖਰੀ ਪਛਾਣ ਹੈ, ਪੱਗ ਸਾਡੀ ਪਛਾਣ ਹੈ। ਫਿਰ ਉਹਨੂੰ ਗਲੈਮਰਾਈਜ਼ ਕਰਨਾ ਸ਼ੁਰੂ ਕਰਤਾ
ਪੱਗਾਂ ਦੇ ਮੁਕਾਬਲੇ ਪੱਗ ਹੁੰਦੀ ਹੈ, ਉਹ ਸੋਹਣੀ ਮਾੜੀ ਥੋੜ੍ਹਾ ਹੁੰਦੀ ਹੈ। ਉਹਦੇ ਵਿੱਚ ਪ੍ਰੋਬਲਮਸ ਪੈ ਗਏ ਅੱਗੇ ਜਾ ਕੇ। ਫਿਰ ਹੋਰ ਸ੍ਰੀ ਸਾਹਿਬ ਇੱਕ ਸ਼ਸਤਰ ਹੈ, ਉਹ ਆਂਦੇ ਵੀ ਹੁਣ ਤਾਂ ਲੇਜ਼ਰ ਨਾਲ ਹੀ ਬੰਦਾ ਮਰ ਜਾਂਦਾ। ਜਿਹੜੇ ਨਵੇਂ ਬੰਦੇ ਆ ਕੇਸ ਜਿਹੜੇ ਇਹਨਾਂ ਨਾਲ ਵਿਟਾਮਿਨ ਡੀ ਮਿਲਦਾ ਹੈ। ਤਾਂ ਜਦੋਂ ਤੁਸੀਂ ਸਿੰਬਲਿਜ਼ਮ ਦੀ ਗਲਤ ਵਿਆਖਿਆ ਕਰ ਰਹੇ ਸੀ, ਉਸ ਵੇਲੇ ਠੀਕ ਲੱਗ ਰਹੀ ਸੀ ਵੀ ਵਿਗਿਆਨਕ ਵਿਆਖਿਆ ਹੋ ਰਹੀ ਹੈ। ਕਛਹਿਰੇ ਨੂੰ ਐਥਿਕਸ ਬਣਾਤਾ ਵੀ ਇਹ ਨੈਤਿਕਤਾ ਆ। ਜਦੋਂ ਉਹਦਾ ਵਿਆਖਿਆ ਦਾ ਆਧਾਰ ਵਿਗਿਆਨ ਨੂੰ ਬਣਾਇਆ ਗਿਆ ਤਾਂ ਉਹ ਸਿੰਬਲਿਜ਼ਮ ਦੀ ਜਿਹੜੀ ਅਸਲ ਸਮਝ ਆ, ਜਿਹੜੀ ਉਹਦੀ ਧੁਰੇ ਨਾਲ ਨੇੜਤਾ ਵਾਲੀ ਸਮਝ ਆ, ਉਹ ਅਸੀਂ ਗਵਾ ਲਈ। ਅਤੇ ਹੁਣ ਜਿਹੜੀ ਵਿਗਿਆਨਕ ਵਿਆਖਿਆ ਆ ਉਹ ਸੈਟਿਸਫਾਈਡ ਨਹੀਂ ਕਰ ਰਹੀ ਬੱਚਿਆਂ ਨੂੰ। ਜੇ ਕੇਸਾਂ 'ਚ ਵਿਟਾਮਿਨ ਡੀ ਮਿਲਦਾ ਉਹ ਕਹਿੰਦਾ ਮੈਂ ਗੋਲੀ ਖਾ ਲੂੰਗਾ ਵਿਟਾਮਿਨ ਡੀ ਦੀ। ਜੇ ਇੱਕ ਸ੍ਰੀ ਸਾਹਿਬ ਹਥਿਆਰ ਆ ਉਹ ਕਹਿੰਦੇ ਪਿਸਤੌਲ ਵਧੀਆ ਚੀਜ਼ ਹੈ ਨਾਲੋਂ। ਉਹ ਮੁਕਾਬਲੇ ਵਿੱਚ ਲੈ ਆਉਂਦੀਆਂ ਚੀਜ਼ਾਂ ਸੀ, ਆਪਣੀ ਵਿਆਖਿਆ ਗਲਤ ਕਰਕੇ ਸਿੰਬਲਿਜ਼ਮ ਦੀ, ਅਤੇ ਅਸੀਂ ਆਪਣੀਆਂ ਹੀ ਚੀਜ਼ਾਂ ਦਾ ਬਹੁਤ ਵੱਡਾ ਨੁਕਸਾਨ ਕਰ ਲਿਆ। ਇਹ ਜਿਹੜੇ ਸਿੰਬਲਸ ਹੁੰਦੇ ਆ ਇਹਨਾਂ ਦੀ ਦੋਹਰੀ ਨੇਚਰ ਹੁੰਦੀ ਹੈ, ਦਵੱਲਾ ਕਿਰਦਾਰ ਹੁੰਦਾ। ਦਵੱਲਾ ਕਿਰਦਾਰ ਕਿਵੇਂ ਵੀ ਹੁੰਦੇ ਇਸ ਜਗਤ ਦੀਆਂ ਚੀਜ਼ਾਂ ਹੀ ਆ। ਲੋਹਾ ਇੱਥੇ ਪਿਆ ਹੀ ਸੀਗਾ ਪਹਿਲਾਂ, ਲੋਕ ਸੋਨੇ ਦੇ ਵੀ ਕੜੇ ਪਾਉਂਦੇ ਸੀਗੇ, ਮਹਾਰਾਜ ਨੇ ਦਾ ਕੜਾ ਬਣਾਤਾ। ਕੱਪੜਾ ਸੀਗਾ ਹੀ ਪਹਿਲਾਂ, ਲੋਕ ਪਹਿਲਾਂ ਵੀ ਕਛਹਿਰੇ ਪਾਉਂਦੇ ਹੀ ਹੋਣਗੇ, ਪਰ ਜਦੋਂ ਮਹਾਰਾਜ ਨੇ ਉਹਨੂੰ ਕਰ ਦਿੱਤਾ ਕੁਛ, ਉਹਦੀ ਸ਼ੋਅ ਮਿਲ ਗਈ। ਸਧਾਰਨ ਕੱਪੜਾ ਹੀ ਆ, ਜੇ ਉੱਥੇ ਮਹਾਰਾਜ ਨੂੰ ਚੜ੍ਹਾ ਦਿੰਦੇ ਆ ਉਹ ਰੁਮਾਲਾ ਸਾਹਿਬ ਹੋ ਜਾਂਦਾ। ਉਹਦੇ ਵਿੱਚ ਸ਼ੋਅ ਜਿਹੜੀ ਚੀਜ਼, ਉਹਦੇ ਵਿੱਚ ਸ਼ੋਅ ਜਿਹੜੀ ਆ ਉਹਦਾ ਨਹੀਂ ਕੋਈ ਗਿਆਨ ਲੈ ਰਹੇ ਅਸੀਂ ਉਹਦੀ ਸੋਸ਼ਲ ਵਿਆਖਿਆ ਕਰ ਰਹੇ। ਤਾਂ ਇਹਦੀ ਜਿਹੜੀ ਡੂਅਲ ਨੇਚਰ ਆ, ਉਹਦੀ ਜਿਹੜਾ ਦੋਹਰਾ ਕਿਰਦਾਰ ਹੈ ਸਿੰਬਲਿਜ਼ਮ ਦਾ, ਇਹਨੂੰ ਛੱਡਣ ਨਾਲ ਸਾਡੀ ਪਰਸਨੈਲਿਟੀ ਦੇ ਵਿੱਚ ਬਹੁਤ ਵੱਡੇ ਕ੍ਰਾਈਸਿਸ ਆਏ। ਇਹ ਇੱਕੋ ਵੇਲੇ ਹੀ ਅਧਿਆਤਮਕ ਨੇ, ਇੱਕੋ ਵੇਲੇ ਹੀ ਦੁਨਿਆਵੀ ਨੇ। ਜਦ ਤੱਕ ਇਹ ਦੋਵੇਂ ਪੱਖ ਇਕੱਠੇ ਨਹੀਂ ਹੋਣਗੇ ਤਦ ਤੱਕ ਸਿੰਬਲਿਜ਼ਮ ਦੀ ਠੀਕ ਵਿਆਖਿਆ ਨਹੀਂ ਹੋ ਸਕਦੀ। ਅਤੇ ਇਹਨਾਂ ਦੀ ਜਿਹੜੀ ਤਾਰਕਿਕ ਅਤੇ ਗਹਿਰੀ ਵਿਆਖਿਆ ਉਹਨੇ ਸਾਨੂੰ ਬੜਾ ਵਿਵਾਦਾਂ ਵਿੱਚ ਸੁੱਟਿਆ। ਉਹ ਸਮਾਂ ਕਿੰਨਾ ਕੁ ਹੋ ਗਿਆ? 1 ਘੰਟਾ ਵੈਸੇ ਹੋ ਗਿਆ ਜਿੰਨਾ ਮੈਨੂੰ ਹੁਕਮ ਸੀ। ਸੋ ਆਹ ਅਗਲੀਆਂ ਕੁਝ ਗੱਲਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਕੀਤੀਆਂ ਜਾਣਗੀਆਂ। ਇਹ ਮੈਂ ਉੱਦਾਂ ਤੁਹਾਨੂੰ ਸ਼ੋਅ ਕਰ ਦਿੰਦਾ। ਆਹ 3 ਕੁ ਸਟੈਪ ਨੇ ਅਗਲੇ, ਇਹ ਆਪਾਂ ਅੱਗੇ ਕਿਤੇ ਕਰਾਂਗੇ। ਸੋ ਬੇਸਿਕਲੀ ਆਪਾਂ ਜਿਹੜੀ ਗੱਲ ਕਰ ਰਹੇ ਸੀ ਉਹ ਇਹ ਸੀ, ਅੱਜ ਦਾ ਜਿਹੜਾ ਆਪਣੀ ਲੈਕਚਰ ਦਾ ਕੇਂਦਰੀ ਧੁਰਾ ਆ ਉਹ ਇਹ ਆ ਕਿ ਆਧੁਨਿਕਤਾ ਸੰਸਥਾਗਤ ਰੂਪ ਵਿੱਚ ਸਾਡੇ ਤੱਕ ਆਈ, ਸੰਸਥਾਵਾਂ ਬਣੀਆਂ, ਐਜੂਕੇਸ਼ਨ ਸਿਸਟਮ ਬਣਿਆ, ਟੀਚਰਸ ਆਏ, ਟੀਚਰਸ ਸਾਡੇ ਬੰਦੇ ਟੀਚਰ ਬਣੇ, ਫਿਰ ਉਹਨਾਂ ਦੇ ਬੱਚੇ ਟੀਚਰ ਬਣੇ, ਫਿਰ 3-4 ਪੀੜ੍ਹੀਆਂ ਤੋਂ ਅਸੀਂ ਇਸ ਪ੍ਰੋਸੈਸ ਵਿੱਚ ਹਾਂ। ਉਹਦੇ ਨਾਲ ਸਾਡੀ ਸ਼ਖਸੀਅਤ ਦਾ ਵਿਕਾਸ ਹੋ ਰਿਹਾ। ਇਸ ਦੁਨੀਆ ਨੂੰ ਸਮਝਣ ਲਈ ਵਿਗਿਆਨ ਦੇ ਵਿੱਚੋਂ ਸਾਨੂੰ ਕੁਝ ਵਿਧੀਆਂ ਪ੍ਰਾਪਤ ਹੋ ਰਹੀਆਂ। ਉਹਨਾਂ ਵਿਧੀਆਂ ਦੇ ਨਾਲ ਅਸੀਂ ਕੇਵਲ ਪਦਾਰਥ ਦੀ ਵਿਆਖਿਆ ਨਹੀਂ ਕਰ ਰਹੇ, ਅਸੀਂ ਆਪਣੇ ਧਰਮ ਦੀ, ਆਪਣੀਆਂ ਪਰੰਪਰਾਵਾਂ ਦੀ, ਆਪਣੇ ਸਿੰਬਲਿਜ਼ਮ ਦੀ ਵਿਆਖਿਆ ਵੀ ਕਰ ਰਹੇ ਹਾਂ। ਉਸ ਵਿਆਖਿਆ ਨਾਲ ਸਾਡੇ ਸਮਾਜ ਵਿੱਚ, ਸਾਡੇ ਕੌਮੀ ਤੌਰ ਵਿੱਚ, ਸਾਡੀ ਰਹਿਣੀ ਬਹਿਣੀ ਵਿੱਚ ਕੁਝ ਮੁਸ਼ਕਲਾਂ ਆ ਰਹੀਆਂ ਨੇ, ਜਿਹਨੂੰ ਇਹਨਾਂ 3 ਗੱਲਾਂ ਵਿੱਚ ਅਸੀਂ ਸਮੇਟਣ ਦੀ ਕੋਸ਼ਿਸ਼ ਕੀਤੀ ਆ ਕਿ ਪਰਸਨੈਲਿਟੀ ਦਾ ਇੱਕ ਕ੍ਰਾਈਸਿਸ ਆ, ਸ਼ਖਸੀਅਤ ਦਾ ਇੱਕ ਸੰਕਟ ਆ। ਉਹ ਸੰਕਟ ਇਹ ਆ ਕਿ ਗੁਰਬਾਣੀ ਬਾਰੇ ਠੀਕ ਸਮਝ ਨਹੀਂ, ਚੇਨ ਚੱਕਰ ਜਿਹੜਾ ਸਿੰਬਲਿਜ਼ਮ ਹੈ ਇਹਦੀ ਠੀਕ ਸਮਝ ਨਹੀਂ, ਅਤੇ ਪਰੰਪਰਾ ਦੀ ਠੀਕ ਸਮਝ ਨਹੀਂ। ਪਰੰਪਰਾ ਵਾਲਿਆਂ ਨੂੰ ਵੀ ਪਰੰਪਰਾ ਦੀ ਠੀਕ ਸਮਝ ਨਹੀਂ। ਤੋ ਮਾਫ਼ ਕਰਨਾ, ਮੈਂ ਜੇ ਗੱਲ ਕਿਸੇ ਨੂੰ ਚੁੱਭਦੀ ਹੋਵੇ ਤਾਂ ਕਈ ਵਾਰੀ ਡਾਕਟਰ ਦੀ ਸੂਈ ਚੁੱਭਦੀ ਹੁੰਦੀ ਹੈ। ਸੋ ਇਸ ਕਰਕੇ ਕੁਝ ਗੱਲਾਂ ਸਖਤੀ ਨਾਲ ਕਰਨੀਆਂ ਹੀ ਪੈਣਗੀਆਂ, ਤਾਂ ਹੀ ਸਭ ਕੁਝ ਠੀਕ ਹੋ ਸਕਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ